ਕੁੜੀਆਂ ਹੋਣ ਦੀ ਉਹਨਾਂ ਨੂੰ ਸਜ਼ਾ ਮਿਲ ਰਹੀ ਹੈ ਤੇ ਮੈਨੂੰ ਸਜ਼ਾ ਮਿਲ ਰਹੀ ਹੈ ਵੀ ਮੈਂ ਕੁੜੀਆਂ ਪੈਦਾ ਕੀਤੀਆਂ। ਸਿਰਫ ਇਸ ਕਰਕੇ ਕਿ ਤੁਸੀਂ ਦੋ ਧੀਆਂ ਨੂੰ ਜਨਮ ਦਿੱਤਾ, ਪੁੱਤ ਨੂੰ ਨਹੀਂ ਦਿੱਤਾ। ਇਸ ਬੰਦੇ ਦੀ ਐਡੀ ਮਤਲਬ ਗੰਦਗੀ ਦਿਮਾਗ ਦੇ ਵਿੱਚ ਸੀ ਕਿ ਉਸ ਟਾਈਮ ਇਹਨੇ ਵੱਡੀ ਬੇਟੀ ਦੇ ਨਾਲ ਮਤਲਬ ਛੇੜਖਾਨੀ ਕੀਤੀ। ਇੰਨੀ ਗਲਤ ਹਰਕਤ ਆਪਣੀ ਹੀ ਧੀ ਦੇ ਨਾਲ। ਪਿੱਕ 'ਚ ਦਿਖਾ ਸਕਦੀ ਹਾਂ ਵੀ ਮੇਰਾ ਇਹਨਾਂ ਨੇ ਕਿੰਨਾ ਬੁਰਾ ਹਾਲ ਕੀਤਾ ਸੀ ਉਸ ਟਾਈਮ। ਤੁਹਾਡੀ ਛਾਤੀ ਦੇ ਵਿੱਚ ਵੀ ਕੋਣੀਆਂ ਮਾਰੀਆਂ ਗਈਆਂ। ਮੈਨੂੰ ਐਂ ਲੱਗਦਾ ਸੀਗਾ ਕਿ ਮੇਰੇ ਇੱਥੇ ਕਿਸੇ ਨੇ ਚਾਕੂ ਮਾਰਿਆ ਔਰ ਪਿੱਛੇ ਬੈਕ ਤੋਂ ਨਿਕਲਿਆ। ਛੋਟੀ ਬੇਟੀ ਤਰਲੇ ਕਰ ਰਹੀ ਹੈ, ਪਾਪਾ ਪਲੀਜ਼ ਨਾ ਮਾਰੋ, ਹੱਥ ਜੋੜ ਰਹੀ ਹੈ ਵੀ ਪੂਰਾ ਮਤਲਬ ਕਿ ਪਾਪਾ ਇੱਦਾਂ ਕਿ ਪਾਪਾ ਪਲੀਜ਼ ਨਾ ਮਾਰੋ, ਨਾ ਮਾਰੋ, ਮੰਮਾ ਨੂੰ ਨਾ ਮਾਰੋ। ਜਿਹੜਾ ਵੀ ਕੋਈ ਵਿੱਚ ਆ ਕੇ ਛੁਡਵਾਏਗਾ ਉਹਨੂੰ ਮੈਂ ਗੰਡਾਸੀ ਲੈ ਕੇ ਮੈਂ ਮਾਰ ਦਾਂਗਾ, ਮੈਂ ਵੱਢ ਦਾਂਗਾ, ਉਸਨੂੰ ਟੋਟੇ ਕਰ ਦਾਂਗਾ ਮੈਂ। ਟਾਈਮ ਇਹ ਵੀ ਆਇਆ ਸੀਗਾ ਕਿ ਕਿਹਾ ਕਿ ਛੋਟੀ ਜਿਹੜੀ ਬੇਟੀ ਤੁਹਾਡੀ ਸੀਗੀ 2.5 ਸਾਲਾਂ ਦੀ, ਤੇ ਇਹਦਾ ਵਿਆਹ ਕਰਦੀ ਹੈ। ਵੀ ਜਦੋਂ ਇਹਦਾ ਵਿਆਹ ਕਰਾਂਗੇ ਤੇ ਆਪਣੀ ਇਹਦੀ ਪੜ੍ਹਾਈਆਂ ਦਾ ਸਾਰਾ ਜੋ ਵੀ ਖਰਚਾ ਹੈ ਉਹ ਦੂਜਾ ਪਰਿਵਾਰ ਕਰੇਗਾ, ਨਹੀਂ ਕਰੇਗਾ ਵੀ ਸਾਡੀ ਗੱਲ ਤੋਂ ਭਲਾ ਉਤਰੂਗੀ। ਲੱਤਾਂ ਤੋਂ ਫੜ ਕੇ ਉਲਟਾ ਕਰਕੇ ਤੇ ਮਤਲਬ ਆਪਣੀ ਜੁੱਤੀ ਨਾਲ 8 ਮਹੀਨੇ ਦੇ ਬੱਚੇ ਨੂੰ ਮਾਰਨਾ, ਮਤਲਬ ਥੱਪੜ ਮਾਰਨਾ, ਕਦੀ ਉਸਨੂੰ ਬੈੱਡ 'ਤੇ ਸੁੱਟ ਦੇਣਾ, ਮਤਲਬ ਇਹ ਚੀਜ਼ਾਂ ਉਹ ਕਰਨ ਲੱਗ ਗਏ। ਫਾਦਰ ਸਾਹਿਬ ਨੇ ਗਲਤ ਹਰਕਤਾਂ ਕਰਨ ਦੀ ਵੀ ਕੋਸ਼ਿਸ਼ ਕੀਤੀ ਤੁਹਾਡੇ ਨਾਲ, ਪਿਤਾ ਕਹਿਣ ਨੂੰ ਦਿਲ ਕੀਤਾ? ਸੱਚੀ ਦੱਸਾਂ ਬੁਲਾਉਂਦੀ ਵੀ ਨਹੀਂ ਹੁਣ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਫਰ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ। ਜਿੱਥੇ ਅੱਜ ਦੇ ਸਮਾਜ ਵਿੱਚ ਧੀਆਂ ਨੂੰ ਪੁੱਤਾਂ ਦੇ ਬਰਾਬਰ ਦਾ ਦਰਜਾ ਦਿੱਤਾ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਅਜਿਹੇ ਵੀ ਲੋਕ ਨੇ ਜੋ ਕਿ ਪੁੱਤ ਦੀ ਲਾਲਸਾ ਦੇ ਵਿੱਚ ਧੀਆਂ ਨੂੰ ਕੁੱਖ ਵਿੱਚ ਕਤਲ ਕਰਨ ਤੋਂ ਵੀ ਕੰਨੀ ਕਤਰਾਉਂਦੇ ਨਹੀਂ। ਅਜਿਹਾ ਹੀ ਇੱਕ ਮਾਮਲਾ ਰਾਜਪੁਰੇ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਸਹੁਰੇ ਪਰਿਵਾਰ ਵੱਲੋਂ ਨੂੰਹ ਦੇ ਉੱਤੇ ਤਸ਼ੱਦਦ ਢਾਇਆ ਜਾ ਰਿਹਾ ਹੈ। ਉਸ ਨੂੰਹ ਦਾ ਕਸੂਰ ਸਿਰਫ ਇੰਨਾ ਹੈ ਕਿ ਉਸਨੇ ਧੀਆਂ ਨੂੰ ਜਨਮ ਦਿੱਤਾ, ਪੁੱਤ ਨੂੰ ਨਹੀਂ। ਉਹਨਾਂ ਦੇ ਪਤੀ ਵੱਲੋਂ ਵੀ ਉਹਨਾਂ ਤੇ ਬਹੁਤ ਤਸ਼ੱਦਦ ਕੀਤਾ ਜਾ ਰਿਹਾ ਹੈ, ਧੀਆਂ ਤੇ ਵੀ ਤਸ਼ੱਦਦ ਕੀਤਾ ਜਾ ਰਿਹਾ, ਮਾਰਿਆ ਕੁੱਟਿਆ ਜਾ ਰਿਹਾ ਹੈ। ਇੱਥੋਂ ਤੱਕ ਕਿ ਧੀਆਂ ਦੇ ਨਾਲ ਬਦਸਲੂਕੀ ਵੀ ਕੀਤੀ ਗਈ, ਗਲਤ ਵਿਵਹਾਰ ਵੀ ਕੀਤਾ ਗਿਆ। ਸਾਡੇ ਨਾਲ ਮਨਪ੍ਰੀਤ ਜੀ ਮੌਜੂਦ ਹੈ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮੈਮ, ਕੀ ਹੋਇਆ ਪੂਰਾ ਮਾਮਲਾ? ਕਦੋਂ ਸਟਾਰਟਿੰਗ ਹੁੰਦੀ ਹੈ? ਮਾਰਨਾ ਕੁੱਟਣਾ ਕਿਉਂ ਸ਼ੁਰੂ ਕਰਦੇ ਨੇ? ਕੀ ਕਾਰਨ ਹੈ ਪਿੱਛੇ? ਪੂਰਾ ਮਾਮਲਾ ਦੱਸੋ। ਮੇਰੀ ਜਿਵੇਂ 2004 'ਚ ਮੈਰਿਜ ਹੋਈ ਹੈ ਅਤੇ 2005 ਦੇ ਵਿੱਚ ਬੇਟੀ ਦਾ ਬਰਥ ਹੋਇਆ। ਅਤੇ ਹਜੇ ਜਦੋਂ ਬੇਟੀ ਹੋਈ ਸੀ ਹੋਸਪਿਟਲ 'ਚ ਵੀ ਇਹਨਾਂ ਨੇ ਕਾਫੀ ਰੌਲਾ ਪਾਇਆ ਵੀ ਕੁੜੀ ਹੋ ਗਈ ਆ। ਅਤੇ ਉਸ ਤੋਂ ਬਾਅਦ ਵਿੱਚ ਜਦੋਂ ਮਤਲਬ ਘਰ ਲੈ ਕੇ ਆਏ ਹੈ ਤਾਂ ਮੇਰੀ ਮੰਮੀ ਆਏ, ਉਹਨਾਂ ਨੂੰ ਕਹਿ ਤਾ ਕਿ ਅਸੀਂ ਤਾਂ ਕੁੜੀ ਤੁਹਾਡੀ ਰੱਖਣੀ ਨਹੀਂ, ਕਿਉਂਕਿ ਇਹਨੇ ਕੁੜੀ ਨੂੰ ਜਨਮ ਦਿੱਤਾ ਹੈ, ਅਸੀਂ ਆਪਣਾ ਮੁੰਡਾ ਹੋਰ ਵਿਆਹ ਲਾਂਗੇ, ਵੀ ਤੁਸੀਂ ਆਪਣੀ ਕੁੜੀ ਨੂੰ ਲੈ ਜਾਓ। ਅਤੇ ਮੰਮੀ ਕਹਿੰਦੇ ਹਜੇ ਤਾਂ ਮੈਂ ਲੈ ਕੇ ਨਹੀਂ ਜਾਂਦੀ, ਹਜੇ ਮਤਲਬ ਪੂਰਾ 1.25 ਮਹੀਨਾ ਹੋ ਜਾਏ ਫਿਰ ਮੈਂ ਲੈ ਜਾਵਾਂਗੀ, ਕੋਈ ਗੱਲ ਨਹੀਂ। ਅਤੇ ਬਾਅਦ ਵਿੱਚ ਇਹਨਾਂ ਨੇ ਮੈਨੂੰ ਪਟਿਆਲੇ ਮਜਬੂਰ ਕਰਤਾ ਜਾਣ ਵਾਸਤੇ। ਹਸਬੈਂਡ ਉਸ ਟਾਈਮ ਇੱਥੇ ਨਹੀਂ ਸੀ ਹੈਗੇ, ਹਸਬੈਂਡ ਆਏ 8 ਮੰਥ ਬਾਅਦ, ਜਦੋਂ ਬੇਟੀ 8 ਮਹੀਨਿਆਂ ਦੀ ਹੋ ਗਈ ਸੀਗੀ। ਅਤੇ ਉਦੋਂ ਉਹ ਆਏ ਨੇ, ਉਹਨਾਂ ਨੇ ਆ ਕੇ ਮਤਲਬ ਕੋਈ ਇਹ ਨਹੀਂ ਕੀਤਾ ਹੈਗਾ ਵੀ ਮੇਰਾ ਪਹਿਲਾ ਬੱਚਾ ਜਾਂ ਮੈਂ ਕਿਵੇਂ ਹੈ ਨਾ ਵੀ ਦੇਖਾਂ ਜਾਂ ਕਿਸ ਤਰ੍ਹਾਂ। ਉਹਨਾਂ ਨੇ ਸਿਰਫ ਇਹ ਕਿਹਾ ਕਿ ਮੈਂ ਕੁੜੀ ਨਹੀਂ ਰੱਖਣੀ ਹੈਗੀ ਅਤੇ ਮੈਂ ਇਹਨੂੰ ਖ਼ਤਮ ਕਰਨਾ ਹੈ ਅਤੇ ਤੂੰ ਮਤਲਬ ਮੇਰਾ ਸਾਥ ਦੇ, ਤੂੰ ਮੈਨੂੰ ਪ੍ਰੋਮਿਸ ਕੀਤੇ ਨੇ ਵੀ ਮੈਂ ਹਰ ਇੱਕ ਹਾਲਤ 'ਚ ਸਾਥ ਦੇਵਾਂਗੀ ਅਤੇ ਤੂੰ ਇਹ ਵੀ ਮੇਰਾ ਸਾਥ ਦੇ ਅਤੇ ਕਿਸੇ ਨੂੰ ਇਹ ਨਾ ਪਤਾ ਲੱਗੇ ਵੀ ਇਹ ਕੁੜੀ ਕਿੱਦਾਂ ਮਤਲਬ ਮਰੀ ਆ। ਅਤੇ ਉਸ ਟਾਈਮ ਮੈਂ 19-20 ਸਾਲ ਦੀ ਸੀ, ਮੈਨੂੰ ਮਤਲਬ ਇੰਨਾ ਪਤਾ ਨਹੀਂ ਸੀਗਾ ਹੈ ਨਾ। ਅਤੇ ਮੈਂ ਮਤਲਬ ਕਾਫੀ ਤਰਲੇ ਮਿੰਨਤਾਂ ਕਰਕੇ ਮੈਂ ਮਤਲਬ ਉਹਦੀ ਬੇਟੀ ਨੂੰ ਛੁਡਵਾਇਆ, ਜਿੱਦਾਂ ਉਹ ਮਤਲਬ ਪਕੜ ਕੇ ਮਾਰ ਰਹੇ ਸੀ, ਲੱਤਾਂ ਤੋਂ ਫੜ ਕੇ ਉਲਟਾ ਕਰਕੇ ਅਤੇ ਮਤਲਬ ਆਪਣੀ ਜੁੱਤੀ ਨਾਲ 8 ਮਹੀਨੇ ਦੇ ਬੱਚੇ ਨੂੰ ਮਾਰਨਾ। ਜਿਹੜੀ ਵੱਡੀ ਬੇਟੀ ਹੈ ਤੁਹਾਡੀ? ਹਾਂਜੀ, ਜਿੱਦਾਂ ਮਤਲਬ ਥੱਪੜ ਮਾਰਨਾ, ਕਦੀ ਉਸਨੂੰ ਬੈੱਡ 'ਤੇ ਸੁੱਟ ਦੇਣਾ, ਮਤਲਬ ਇਹ ਚੀਜ਼ਾਂ ਉਹ ਕਰਨ ਲੱਗ ਗਏ। ਮੈਂ ਮਤਲਬ ਬਹੁਤ ਹੀ ਮਿੰਨਤਾਂ ਤਰਲੇ ਕਰਕੇ ਪੈਰੀ ਪੈ ਕੇ ਛੁਡਵਾ ਕੇ ਫਿਰ ਉਸ ਤੋਂ ਬਾਅਦ ਕਹਿੰਦੇ ਕਿ ਮੈਂ ਜੇ ਕੁੜੀ ਰੱਖਾਂਗਾ ਨਾ ਤਾਂ ਅੱਜ ਦੇ ਟਾਈਮ 'ਚ ਵੀ ਮੈਨੂੰ ਉਹੀ ਗੱਲ ਤਾਂ ਯਾਦ ਆ ਰਹੀ ਹੈ ਕਿਉਂਕਿ ਹੁਣ ਵੀ ਮੇਰੇ ਅੱਗੇ ਹਸਬੈਂਡ ਦੀ ਹੈਂਡ ਰਾਈਟਿੰਗ ਦੇ ਵਿੱਚ ਲਿਖੀਆਂ ਸ਼ਰਤਾਂ ਆ ਗਈਆਂ ਵੀ ਆਹ ਕੰਪਰੋਮਾਈਜ਼ ਕਰੇ ਅਤੇ ਆਹ ਸ਼ਰਤਾਂ 'ਤੇ ਕਰੇ। ਇੱਦਾਂ ਹੀ ਮੈਨੂੰ 2005 ਦੇ ਵਿੱਚ ਵੀ ਮੇਰੇ ਅੱਗੇ ਸ਼ਰਤਾਂ ਰੱਖੀਆਂ ਗਈਆਂ, ਇਹ ਸਕੂਲ ਨਹੀਂ ਜਾਏਗੀ ਤਾਂ ਸਿਰਫ ਕੁੜੀਆਂ ਵਾਲੇ ਸਕੂਲ ਜਾਏਗੀ, ਘਰੋਂ ਬਾਹਰ ਪੈਰ ਨਹੀਂ ਪੱਟੇਗੀ, ਇਹ ਕਿਸੇ ਵਿਆਹ ਸ਼ਾਦੀ ਦੇ ਵਿੱਚ ਨਹੀਂ ਜਾਏਗੀ, ਕਿਤੇ ਬਾਹਰ ਬਾਜ਼ਾਰਾਂ 'ਚ ਇਹ ਨਹੀਂ ਜਾਏਗੀ ਅਤੇ ਇਹਦਾ ਮਤਲਬ ਕਿ 10ਵੀਂ ਕਰ ਲੇਗੀ ਅਤੇ ਇਹਦਾ ਵਿਆਹ ਕਰ ਦੇਣਾ।
ਪਤੀ ਵੱਲੋਂ ਸ਼ਰਤਾਂ ਰੱਖੀਆਂ ਗਈਆਂ। ਭਰਤੀ ਵੱਲੋਂ ਸ਼ਰਤਾਂ ਰੱਖੀਆਂ ਗਿਆ, ਜੇ ਤੂੰ ਮੇਰੇ ਕਹੇ ਅਨੁਸਾਰ ਚੱਲੇਂਗੀ ਤਾਂ ਮੈਂ ਇਸ ਦੀ ਜਾਨ ਬਖਸ਼ਾਂਗਾ, ਨਹੀਂ ਤਾਂ ਮੈਂ ਨਹੀਂ ਛੱਡਦਾ, ਮੈਂ ਮਾਰ ਦਾਂਗਾ। ਫਿਰ ਮੈਂ ਕਿਹਾ ਚੱਲ ਠੀਕ ਹੈ, ਮੈਨੂੰ ਤੁਹਾਡੀਆਂ ਸਾਰੀਆਂ ਸ਼ਰਤਾਂ ਮਨਜ਼ੂਰ ਹੈ ਅਤੇ ਵੀ ਤੁਸੀਂ ਇਹਨੂੰ ਰਹਿਣ ਦਿਓ। ਫਿਰ ਮੈਂ ਵੀ ਕਿਹਾ, ਮੈਂ ਕਿਹਾ ਜੇ ਤੁਸੀਂ ਨਹੀਂ ਰੱਖਣੀ, ਵੀ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਉਹਨਾਂ ਨੂੰ ਗੋਦ ਦੇ ਦਿਓ, ਠੀਕ ਹੈ, ਕਮ ਸੇ ਕਮ ਜਿੰਦਾ ਤਾਂ ਮਤਲਬ ਉਹ ਮਾਰਨਾ ਤਾਂ ਗਲਤ ਹੈ, ਵੀ ਜੇ ਤੁਹਾਨੂੰ ਜ਼ਿਆਦਾ ਹੈ ਤਾਂ ਉਹ ਚੀਜ਼ ਵੀ ਨਹੀਂ ਮੰਨੇ ਕਿ ਮੇਰਾ ਖੂਨ ਹੈ, ਮੈਂ ਕਿਉਂ ਕਿਸੇ ਨੂੰ ਦੇਵਾਂ। ਫਿਰ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਮੈਨੂੰ ਕਿਹਾ ਵੀ ਇਹਨੂੰ ਆਪਣਾ ਪਟਿਆਲੇ ਛੱਡ ਕੇ ਆ ਆਪਣੇ ਪੇਰੈਂਟਸ ਕੋਲ। ਉੱਥੇ ਮਜਬੂਰ ਕਰਤਾ ਇਹਨਾਂ ਨੇ ਛੱਡਣ ਵਾਸਤੇ ਵੀ ਤੂੰ ਇਹਨੂੰ ਪਟਿਆਲੇ ਛੱਡ ਕੇ ਆ, ਵੀ ਜਿਵੇਂ ਮਰਜ਼ੀ, ਵੀ ਮੈਂ ਨਹੀਂ ਮਤਲਬ ਰਹਿਣਾ ਹੈਗਾ, ਰੱਖਣਾ ਇਹਨੂੰ ਆਪਣੇ। ਮੈਂ ਸਾਹਮਣੇ ਮੈਨੂੰ ਮਤਲਬ ਦੇਖ ਕੇ ਮੈਨੂੰ ਟੈਨਸ਼ਨ ਹੁੰਦੀ ਆ ਵੀ ਮੇਰੇ ਕੁੜੀ ਹੋ ਗਈ ਆ, ਅਤੇ ਇਹ ਚੀਜ਼ ਕਰਕੇ ਮੈਨੂੰ ਪਟਿਆਲੇ ਛੱਡ ਕੇ ਆਈ। 5 ਸਾਲ ਤੱਕ ਮੰਮੀ ਡੈਡੀ ਨੇ ਰੱਖਿਆ, ਅਤੇ ਉਹਦੇ ਵਿੱਚ ਜਿਵੇਂ ਸਾਡਾ ਇੱਥੇ ਸਮਾਨ ਕਾਲਕਾ ਰੋਡ 'ਤੇ ਇੱਕ ਜਗ੍ਹਾ ਬਣਾਈ ਸੀ ਇਹਨਾਂ ਨੇ ਸਪੈਸ਼ਲ, ਵੀ ਇੱਥੇ ਸਾਡੀ ਛੋਟੀ ਨੂੰਹ ਰਹੂਗੀ, ਪਿੰਡ 'ਚ ਨਹੀਂ ਰੱਖਣਾ, ਅਸੀਂ ਇਹਨੂੰ ਇੱਥੇ ਹੀ ਰੱਖਾਂਗੇ। ਉਸ ਜਗ੍ਹਾ ਦੇ ਵਿੱਚ ਮੇਰਾ ਸਮਾਨ ਪਿਆ ਸੀ, ਅਤੇ ਮੈਂ ਜਦੋਂ ਇਹਨਾਂ ਨੇ ਛੁੱਟੀ ਆਉਣਾ ਮੈਨੂੰ ਫ਼ੋਨ ਕਰ ਦੇਣਾ ਵੀ ਇਹਨੂੰ ਬੇਟੀ ਨੂੰ ਉੱਥੇ ਛੱਡ ਕੇ ਅਤੇ ਤੂੰ ਇਕੱਲੀ ਮੈਨੂੰ ਇੱਥੇ ਅੰਬਾਲੇ ਲੈਣ ਆ ਜਾ, ਜਾਂ ਇੱਥੇ ਗਗਨ ਚੌਕ ਤੋਂ, ਮਤਲਬ ਵੀ ਮੈਨੂੰ ਲੈ ਕੇ ਫਿਰ ਅਸੀਂ ਇਕੱਠੇ 2-3 ਮਹੀਨੇ ਇਹਨਾਂ ਦਾ ਮਤਲਬ ਰਹਿਣਾ। ਅਤੇ ਇਹਨਾਂ ਨੂੰ ਵਿੱਚ ਜੇ ਮੈਂ ਕਦੀ ਬੇਟੀ ਦਾ ਮਤਲਬ ਕਰਨਾ, ਅਤੇ ਜੇ ਕਦੀ ਬੇਟੀ ਨੂੰ 1-2 ਦਿਨ ਲੈ ਕੇ ਵੀ ਆ ਜਾਣਾ ਵਿੱਚ, ਅਤੇ ਇਹਨਾਂ ਨੇ ਫਿਰ ਬੇਟੀ ਨਾਲ ਮਾਰ ਪਿਟਾਈ ਕਰਨੀ। ਕਦੀ ਵੀ ਇਹਨੂੰ ਰੋਟੀ ਕਿਉਂ ਨਹੀਂ ਖਵਾਉਂਦੇ, ਤੁਸੀਂ ਦੁੱਧ ਦੇ ਕੇ ਰੱਖਿਆ ਹੋਇਆ, ਅਤੇ ਇਹ ਵਿੱਚ ਕਿਉਂ ਸ਼ੂਸ਼ੂ ਕਰ ਦਿੰਦੀ ਹੈ ਜਾਂ ਪੋਟੀ ਵਿੱਚ ਕਰ ਦਿੰਦੀ ਹੈ, ਤਾਂ ਐਵੇਂ ਦੀਆਂ ਗੱਲਾਂ ਕਰਕੇ ਬਸ ਬਹਾਨਾ ਲੱਭ ਕੇ ਉਹਨੂੰ ਮਾਰਨਾ ਕੁੱਟਣਾ। ਫਿਰ ਮੈਂ ਮਜਬੂਰੀ 'ਚ ਫਿਰ ਮੈਂ ਪਟਿਆਲੇ ਛੱਡ ਆਉਣਾ, ਅਤੇ ਇਹਨਾਂ ਦੇ ਉਹੀ 2 ਮਹੀਨੇ 3 ਮਹੀਨੇ ਜਿਹੜੇ ਛੁੱਟੀ ਦੇ ਹੁੰਦੇ ਸੀ ਉਹ ਮੈਂ ਕਟਾ ਕੇ, ਅਤੇ ਮੈਂ ਵੀ ਬਸ ਫਿਰ ਪਟਿਆਲੇ ਮਤਲਬ ਮੈਨੂੰ ਕਹਿ ਦਿੰਦੇ ਕਿ ਹਾਂ ਹੁਣ ਤੂੰ ਬਸ ਪਟਿਆਲੇ ਚਲੀ ਜਾ, ਵੀ ਇੱਥੇ ਨਹੀਂ ਰਹਿਣਾ ਹੈਗਾ, ਵੀ ਚੱਲ ਤੂੰ ਆਪਣਾ ਬੇਟੀ ਦੇ ਕੋਲ ਉੱਥੇ ਪਟਿਆਲੇ ਰਹਿ ਲਾ। ਅਤੇ ਮੈਨੂੰ ਵੀ ਮਤਲਬ ਇੰਨਾ ਉਸ ਟਾਈਮ ਨਾ ਸਮਝੀ ਲਾ ਲਓ ਹੈ ਨਾ, ਕਿ ਮੈਂ ਵੀ ਉੱਥੇ ਪਟਿਆਲੇ ਚਲੀ ਜਾਣਾ। ਉੱਥੇ ਫਿਰ ਐਵੇਂ ਮਤਲਬ 5 ਸਾਲ ਲੰਘ ਗਏ। ਮੇਰੇ ਬ੍ਰਦਰ ਦੀ ਮੈਰਿਜ ਕੀਤੀ ਤਾਂ 5 ਸਾਲ ਹੋ ਗਏ, ਮੰਮੀ ਡੈਡੀ ਨੇ ਕਿਹਾ ਵੀ ਇਹਨੂੰ ਸਕੂਲ ਲਗਾਓ। ਅਸੀਂ ਇਹਨੂੰ ਇੱਥੇ ਰਾਜਪੁਰਾ ਵਿੱਚ ਸਕੂਲ ਲਗਾਇਆ। ਸਕੂਲ ਲਗਾ ਕੇ ਵੀ ਥੋੜ੍ਹੇ ਟਾਈਮ ਦੇ ਵਿੱਚ ਇਹੀ ਚੱਲਦਾ ਰਿਹਾ, ਪਟਿਆਲੇ ਜਾ ਸਕੂਲ ਦੇ ਵਿੱਚ ਐਬਸੈਂਟਸ ਨੇ। ਮੈਂ ਬੜੀ ਮੁਸ਼ਕਿਲ ਨਾਲ ਇਹਨੂੰ ਆਪ ਹੀ ਘਰ ਪੜ੍ਹਾ ਕੇ ਸਿਰਫ ਪੇਪਰ 1-2 ਕਲਾਸ ਦੇ ਦਵਾਈ ਨੇ, ਜਿਵੇਂ KG ਕਲਾਸ ਦੇ। ਅਤੇ ਫਿਰ ਜਿਵੇਂ ਫਸਟ ਕਲਾਸ 'ਚ ਹੋਈ ਤਾਂ ਉਹਨਾਂ ਨੇ ਕਿਹਾ ਵੀ ਹੁਣ ਤੁਸੀਂ ਆਪਣਾ ਦੇਖੋ ਵਿਚਾਰੋ ਵੀ ਇਹਨੂੰ ਸਹੀ ਤਰੀਕੇ ਨਾਲ ਪੜ੍ਹਾਓ। ਇੱਥੇ ਆਈ, ਇਹਨਾਂ ਨੇ ਫਿਰ ਕੁੱਟਮਾਰ ਕਰਕੇ ਮਤਲਬ ਇਹਨਾਂ ਦੇ ਦਿਮਾਗ 'ਚ ਸਿਰਫ ਇਹੀ ਸੀ ਵੀ ਅਸੀਂ ਨਹੀਂ ਰੱਖਣਾ। ਅਤੇ 2009 ਦੇ ਵਿੱਚ 10 ਦੇ ਵਿੱਚ ਇਹਨਾਂ ਨੇ ਫਿਰ ਮੈਨੂੰ ਕੁੱਟਮਾਰ ਕਰਕੇ ਘਰੋਂ ਕੱਢਤਾ, ਅਤੇ ਉਦੋਂ ਵੀ ਮਤਲਬ ਮੈਨੂੰ ਰਿਹਾਇਸ਼ ਲਈ ਜਗ੍ਹਾ ਨਹੀਂ ਸੀ ਦੇ ਰਹੇ, ਅਤੇ ਮੈਂ ਉਸ ਟਾਈਮ ਹਸਬੈਂਡ ਬਾਹਰ ਸੀ, ਅਤੇ ਮੈਂ ਇੱਥੇ ਮਤਲਬ ਇਹਨਾਂ ਨੇ ਜਿਵੇਂ ਕੱਢਿਆ ਮਾਰ ਕੁੱਟ ਕੇ, ਤਾਂ MLR ਹੈਗੀ ਹੈ ਮੇਰੀ, ਅਤੇ ਮੈਂ ਡੋਮੈਸਟਿਕ ਵਾਇਲੈਂਸ ਦਾ ਇਹਨਾਂ 'ਤੇ ਕੇਸ ਕਰਕੇ ਆਪਣਾ ਘਰ 'ਚ ਰਿਹਾਇਸ਼ ਲਈ ਸਟੇ ਆਰਡਰ ਮੰਗਿਆ, ਅਤੇ ਕੋਰਟ ਨੇ ਮੈਨੂੰ ਸਟੇ ਆਰਡਰ ਦੇ ਤਾ ਸੀ ਰਹਿਣ ਲਈ। ਫਿਰ ਇਹਨਾਂ ਨੂੰ ਇਹ ਹੋ ਗਿਆ ਸੀਗਾ ਵੀ ਇਹ ਹੁਣ ਇੱਥੇ ਰਹਿ ਰਹੀ ਹੈ, ਇਹਨੂੰ ਕਿਸੇ ਤਰੀਕੇ ਨਾਲ ਕੱਢਣਾ ਹੀ ਕੱਢਣਾ ਹੈ ਬਸ। ਤਾਂ ਇਹਨਾਂ ਨੇ ਉਹ ਵਾਲੀ ਪ੍ਰੋਪਰਟੀ ਫਟਾਫਟ ਸੇਲ ਕੀਤੀ। ਸੇਲ ਕਰਕੇ ਹਸਬੈਂਡ ਦੇ ਨਾਲ ਮਿਕਸ ਹੋ ਕੇ ਕੁਛ ਪਲਾਨ ਕਰਕੇ, ਅਤੇ ਇਹਨਾਂ ਨੇ ਮਤਲਬ ਹਸਬੈਂਡ ਨੂੰ 7 ਲੱਖ ਪਤਾ ਨਹੀਂ 8 ਲੱਖ ਰੁਪਇਆ ਪੇਮੈਂਟ ਜੋ ਵੀ ਹਿੱਸਾ ਬਣਦਾ ਸੀ ਉਹ ਦੇ ਤਾ। ਅਤੇ ਹਸਬੈਂਡ ਦੇ ਨਾਲ ਹੀ ਮੈਂ ਮਤਲਬ ਕੀ ਕਹਿੰਦੇ ਨੇ ਕਿਰਾਏ ਦੇ ਮਕਾਨ 'ਤੇ ਰਹੀ, ਅਤੇ ਅਸੀਂ 2011, 12, 13 3 ਸਾਲ ਮੇਰੇ ਨਾਲ ਬਿਲਕੁਲ ਠੀਕ ਰਹੇ। ਮੈਂ ਬੱਚੇ ਨੂੰ ਪੜ੍ਹਾਉਂਦੀ ਰਹੀ, ਨੋਰਮਲ ਜਿਵੇਂ ਲਾਈਫ ਸੀ ਚੱਲ ਰਹੀ ਸੀ, ਬਸ ਇਹ ਛੁੱਟੀ ਆਉਂਦੇ ਤਾਂ ਐਵੇਂ ਮਤਲਬ ਠੀਕ ਚੱਲ ਰਿਹਾ ਸੀ 3 ਸਾਲ ਤੱਕ। ਅਤੇ 2014 ਵਿੱਚ ਜਦੋਂ ਪ੍ਰੈਗਨੈਂਸੀ ਹੋਈ ਆ, ਅਤੇ ਉਦੋਂ ਪ੍ਰੈਗਨੈਂਸੀ ਦੇ ਵਿੱਚ ਇਹਨਾਂ ਨੇ ਮੈਨੂੰ ਮਤਲਬ ਵੱਡੀ ਬੇਟੀ ਦੀ ਵਾਰੀ ਵੀ ਦਵਾਈ ਖਵਾਈ ਸੀ 2005 ਦੇ ਵਿੱਚ ਜਦੋਂ ਹੋਈ ਹੈ ਉਸਦਾ, ਅਤੇ 2004 ਦੇ ਵਿੱਚ ਇਹਨਾਂ ਨੇ ਮੈਨੂੰ ਜਦੋਂ ਮੈਰਿਜ ਹੋਈ ਹੈ ਔਰ ਉਹ ਦਵਾਈ ਮਤਲਬ ਗੁਰਦੁਆਰੇ ਦਾ ਗ੍ਰੰਥੀ ਜੋ ਮੇਰੇ ਸਹੁਰੇ ਨੇ ਉਹ ਉਹਨਾਂ ਨੇ ਇੱਥੇ ਫਤਿਹਗੜ੍ਹ ਸਾਹਿਬ ਦੇ ਨੇੜੇ ਤੇੜੇ ਕਿਸੇ ਪਿੰਡ 'ਚੋਂ ਲਿਆ ਕੇ ਮੈਨੂੰ ਦਿੱਤੀ ਕਿ ਆਹ ਦਵਾਈ ਹੈ ਵੀ ਆਹ ਖਾ ਲਓ। ਦੁੱਧ ਜਿਵੇਂ ਕਹਿੰਦੇ ਨੇ ਉਹ ਵੀ ਲਿਆ ਕੇ ਦਿੱਤਾ ਵੀ ਆਹ ਦੁੱਧ ਦੇ ਨਾਲ ਸਵੇਰੇ ਉੱਠ ਕੇ ਇੱਦਾਂ ਦਵਾਈ ਖਾਣੀ ਹੈ। ਅਤੇ ਫਿਰ 2014 ਵਿੱਚ ਵੀ ਇਹਨਾਂ ਨੇ ਖਵਾਈ, 2015 ਦੇ ਵਿੱਚ ਫਿਰ ਦਵਾਈ ਖਵਾਈ। ਉਸ ਟਾਈਮ ਮੈਂ ਵੀ ਦਵਾਈ ਖਾਧੀ ਸੀ ਅਤੇ ਪਿੰਡ ਦੇ ਵਿੱਚ ਕਿਸੇ ਹੋਰ ਲੇਡੀਜ਼ ਨੇ ਵੀ ਖਾਧੀ ਸੀਗੀ, ਅਤੇ ਉਹ ਦਵਾਈ ਖਾ ਲਈ ਅਤੇ ਇਹਨਾਂ ਨੂੰ ਇਹ ਸੀ ਵੀ ਹੁਣ ਮੁੰਡਾ ਹੋ ਜਾਏਗਾ। ਅਤੇ ਫਿਰ ਵੀ ਇਹਨਾਂ ਦੇ ਦਿਲ 'ਚ ਮਤਲਬ ਜਿਵੇਂ 3 ਮਹੀਨੇ ਹੋਏ ਥੋੜ੍ਹਾ ਜਿਹਾ ਡਾਊਟ ਹੋ ਗਿਆ, ਅਤੇ ਇਹ ਕਹਿੰਦੇ ਚਲ ਆਪਾਂ ਫਿਰ ਵੀ ਇੱਕ ਵਾਰੀ ਚੈੱਕ ਕਰਵਾ ਲੈਂਦੇ ਹਾਂ, ਕਿਉਂਕਿ ਕੁਰੂਕਸ਼ੇਤਰ ਤੋਂ ਜਿਸ ਡਾਕਟਰ ਨੇ ਦਵਾਈ ਦਿੱਤੀ ਸੀ ਉਸਨੇ ਕਿਹਾ ਸੀਗਾ ਵੀ ਬੇਸ਼ੱਕ ਤੁਸੀਂ ਚੈੱਕ ਕਰਵਾ ਲਓ, ਕੁਛ ਕਰ ਲਓ,
ਤੇ ਵੀ ਮੁੰਡਾ ਹੀ ਹੋਊਗਾ ਸ਼ਰਤੀਆ। ਇਹਨਾਂ ਨੇ ਚੈੱਕ ਕਰਵਾਉਣ ਦਾ ਕਿਹਾ, ਬਟ ਮੈਂ ਚੈੱਕ ਕਰਵਾਉਣ ਲਈ ਮਨਾ ਕਰਤਾ। ਮੈਂ ਕਿਹਾ ਵੀ ਮੈਂ ਵੀ ਚੈੱਕ ਨਹੀਂ ਕਰਵਾਉਣਾ ਹੈਗਾ। ਹੁਣ ਮੈਂ ਪਿਛਲੀ ਵਾਰੀ ਤੁਸੀਂ ਤੁਸੀਂ ਬਹੁਤ ਮਜਬੂਰੀ ਦੇ ਵਿੱਚ ਮੇਰਾ ਜੋ ਇਹਨਾਂ ਨੇ ਹਾਲਤ ਕੀਤੀ, ਅਤੇ ਮੈਂ ਇਸ ਵਾਰੀ ਮੰਨੀ ਨਹੀਂ। ਮੈਂ ਕਿਹਾ ਵੀ ਮੈਂ ਪਾਪ ਨਹੀਂ ਹੋਣ ਦੇਣਾ। ਅਤੇ 2015 ਦੇ ਵਿੱਚ ਹਰ ਮੰਥ ਮੇਰੇ ਨਾਲ ਮਾਰ ਪਿਟਾਈ ਹੁੰਦੀ ਸੀਗੀ, ਅਤੇ ਹਰ ਮੰਥ ਦੇ ਵਿੱਚ ਪੰਚਾਇਤ ਇਕੱਠੀ ਹੋਣ ਲੱਗ ਗਈ। ਮਤਲਬ 1 ਮੰਥ ਤੋਂ ਲੈ ਕੇ ਨਾ ਵੀ ਜਿੱਦਾਂ 7th ਮੰਥ ਤੱਕ ਤਾਂ ਸਿਰਫ ਪੰਚਾਇਤੀ ਬਸ ਮੂੰਹ ਦਾ ਵੀ ਹੁਣ ਤੂੰ ਨਹੀਂ ਮਾਰੇਗਾ, ਮਾफ़ੀ ਮੰਗ ਲੈ। ਇਹ ਕਹਿੰਦੇ ਹਾਂ ਠੀਕ ਹੈ ਮੈਂ ਨਹੀਂ ਮਾਰਾਂਗਾ, ਮੈਂ ਤਾਂ ਰੱਖਣਾ ਵੀ ਮੈਂ ਰਵਾਂਗਾ ਨਾਲ। ਚਲੋ ਉਹ ਇੱਦਾਂ ਹੀ ਚੱਲਦਾ ਰਿਹਾ। 7th ਮੰਥ ਦੇ ਵਿੱਚ ਫਿਰ ਇਹਨਾਂ ਨੂੰ ਬਸ ਜਿਵੇਂ ਬੰਦਾ ਬੇਸ਼ਰਮ ਹੋ ਜਾਂਦਾ ਨਾ, ਪੰਚਾਇਤਾਂ ਇਕੱਠੀਆਂ ਹੋ ਰਹੀਆਂ ਨੇ, ਪੁਲਿਸ ਕੰਪਲੇਨਾਂ ਹੋ ਰਹੀਆਂ ਨੇ, ਉਸ ਬੰਦੇ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਕਹਿੰਦਾ ਕਿ ਤੂੰ ਪੁਲਿਸ ਕੰਪਲੇਨ ਕਰ, ਭਾਵੇਂ ਜੱਜ ਕੋਲ ਜਾ, ਮੈਂ ਤਾਂ ਕਿਸੇ ਕੋਲੋਂ ਨਹੀਂ ਡਰਦਾ ਹੈਗਾ। ਅਤੇ ਫਿਰ ਉਸ ਤੋਂ ਬਾਅਦ ਵਿੱਚ ਜਦੋਂ ਇਹਦਾ 2015 'ਚ 7th ਮੰਥ ਦੇ ਵਿੱਚ ਇਹ ਮੈਨੂੰ ਮਤਲਬ ਮਾਰ ਕੁੱਟ ਕੇ ਬਿਨਾਂ ਕਿਸੇ ਰੀਜ਼ਨ ਸਵੇਰੇ 7 ਵਜੇ ਮੈਂ ਵੱਡੀ ਬੇਟੀ ਨੂੰ ਸਕੂਲ ਭੇਜਿਆ, ਅਤੇ ਮੈਂ ਬੈਠੀ ਸੀਗੀ ਅਤੇ ਬੈਠੀ ਨੂੰ ਮਤਲਬ ਇੰਨੀ ਬੁਰੀ ਤਰੀਕੇ ਨਾਲ ਮਾਰ ਕੁੱਟ ਕੇ ਘਰੋਂ ਬਾਹਰ ਕੱਢ ਕੇ ਦਰਵਾਜ਼ਾ ਲੋਕ ਲਾ ਲਿਆ। ਮੈਂ ਰੌਲਾ ਪਾਉਂਦੀ ਰਹੀ ਕਿ ਮੈਂ ਮਤਲਬ ਠੀਕ ਨਹੀਂ ਹੈਗੀ, ਕਿ ਯੂਰਿਨ ਪਾਸ ਹੋ ਗਿਆ। ਅਤੇ ਉਸ ਤੋਂ ਬਾਅਦ ਵਿੱਚ ਮੈਂ ਵੀ ਕਿਹਾ ਵੀ ਬਲੀਡਿੰਗ ਹੋਣ ਲੱਗ ਗਈ ਹੈ, ਮੇਰੇ ਕੱਪੜੇ ਭਰ ਗਏ ਨੇ, ਵੀ ਤੂੰ ਵੀ ਦਰਵਾਜ਼ਾ ਖੋਲ੍ਹ, ਮੈਨੂੰ ਕੱਪੜੇ ਚਾਹੀਦੇ ਹੈ। ਬਟ ਇਸ ਬੰਦੇ ਨੇ ਬਿਲਕੁਲ ਕੁਛ ਨਹੀਂ ਸੁਣਿਆ। ਮੈਂ ਅੱਧਾ ਘੰਟਾ ਦਰਵਾਜ਼ਾ ਖੜਕਾਉਂਦੀ ਰਹੀ ਬਾਹਰ ਖੜ੍ਹ ਕੇ, ਅਤੇ ਨੀਚੋਂ ਮਕਾਨ ਮਾਲਕ ਆ ਗਏ, ਪੁੱਛਣ ਲੱਗੇ ਕੀ ਹੋ ਗਿਆ ਕੀ ਹੋ ਗਿਆ। ਮੈਂ ਕਿਹਾ ਮੈਨੂੰ ਚੁੰਨੀ ਦੇ ਦਿਓ। ਅਤੇ ਉਹ ਕਹਿੰਦੇ ਕੀ ਹੋਇਆ ਕੀ ਹੈ, ਗੱਲ ਤਾਂ ਦੱਸੋ। ਮੈਂ ਫਿਰ ਉੱਥੇ ਚੁੱਪ ਕਰਕੇ ਮੈਂ ਆਪਣੀ ਨਨਾਣ ਘਰ ਆਈ, ਉਹਨੂੰ ਮੈਂ ਸਾਰੀ ਗੱਲ ਦੱਸੀ ਵੀ ਇੱਦਾਂ ਦਾ ਕਰਕੇ ਕੀਤਾ। ਫਿਰ ਉਹ ਮੇਰੇ ਕੱਪੜੇ ਵਗੈਰਾ ਲਿਆ ਕੇ ਉੱਥੇ ਦੇ ਘਰ ਚੇਂਜ ਕੀਤੇ, ਅਤੇ ਮੈਂ ਫਿਰ ਆਪਣੇ ਮੰਮੀ ਪਾਪਾ ਨੂੰ ਫ਼ੋਨ ਕੀਤਾ। ਮੈਂ ਕਿਹਾ ਵੀ ਡੈਡੀ ਇੱਦਾਂ ਕਰਕੇ ਮੈਨੂੰ ਮਾਰ ਕੁੱਟ ਕੇ ਘਰੋਂ ਕੱਢਤਾ, ਕਿ ਵੀ ਤੁਸੀਂ ਮੈਨੂੰ ਆ ਕੇ ਲੈ ਜਾਓ। ਡੈਡੀ ਆਏ ਅਤੇ ਡੈਡੀ ਕਹਿੰਦੇ ਬਟ ਲੈ ਤਾਂ ਮੈਂ ਜਾਊਂਗਾ, ਪਰ ਇੱਕ ਵਾਰੀ ਮੈਂ ਪੁੱਛਾਂ ਤਾਂ ਸਹੀ ਵੀ ਰੀਜ਼ਨ ਕੀ ਹੈ ਮਾਰ ਪਿਟਾਈ ਦਾ। ਅਤੇ ਉਹਨਾਂ ਨੇ ਪੁੱਛਿਆ ਵੀ ਕੀ ਗੱਲ, ਕਿਉਂ ਮਾਰਿਆ। ਅਤੇ ਅੱਗੋਂ ਡੈਡੀ ਨੂੰ ਮਤਲਬ ਕਾਫੀ ਔਖੇ ਹੋ ਗਏ, ਅਤੇ ਸਾਰੇ ਘਰ ਦੇ ਮੈਂਬਰ ਜਿੰਨੇ ਸੀ ਸਾਰਿਆਂ ਨੇ ਮੰਮੀ ਡੈਡੀ 'ਤੇ ਹੱਥ ਚੁੱਕ ਲਿਆ ਮਾਰ ਕੁੱਟਣ ਲਈ। ਉਸ ਦਿਨ ਡੈਡੀ ਦੀ ਪੱਗ ਵੀ ਉਤਾਰਤੀ, ਬਿਲਕੁਲ ਇੱਥੇ ਇੱਕ ਨਿਸ਼ਾਨ, ਮਤਲਬ ਇੰਨੀ ਜ਼ੋਰ ਦੀ ਮਤਲਬ ਮਾਰ ਆ ਨਾ, ਜਿੱਦਾਂ ਮਤਲਬ ਇੱਕ ਬੰਦਾ ਕਿ ਬਸ ਇਹਨਾਂ ਨੇ ਇੱਕ ਪਲਾਨ ਦੱਸਦੇ ਨੇ ਕਿ ਜਦੋਂ ਵੀ ਕਿਸੇ ਬੰਦੇ ਨੂੰ ਕਰਨਾ ਨਾ, ਉਹਦੇ ਸਿਰ 'ਤੇ ਮਾਰੋ, ਬੰਦਾ ਬੋਂਦਲ ਜਾਂਦਾ ਅਤੇ ਉਸ ਤੋਂ ਬਾਅਦ ਵਿੱਚ ਉਹਨੂੰ ਸੁੱਧ ਬੁੱਧ ਨਹੀਂ ਰਹਿੰਦੀ, ਅਤੇ ਅਸੀਂ ਮਤਲਬ ਈਜ਼ੀਲੀ ਉਹ ਕਰ ਸਕਦੇ ਹਾਂ। ਉਹ ਡੈਡੀ 'ਤੇ ਮਾਰਿਆ, ਮੰਮੀ ਨੂੰ ਵੀ ਮਾਰਿਆ, ਸਾਰੇ ਜਣਿਆਂ ਨੇ ਰਲ ਕੇ। ਫਿਰ ਅਸੀਂ ਫਸਟ ਕੰਪਲੇਨ ਪੁਲਿਸ ਦੇ ਵਿੱਚ ਇੰਨੇ ਸਾਲਾਂ ਬਾਅਦ ਫਿਰ ਕਰਵਾਈ ਮੈਂ, ਅਤੇ ਉਹ ਵੀ ਮਤਲਬ ਮੇਰੇ ਡੈਡੀ ਕਹਿੰਦੇ ਕਿ ਕੰਪਲੇਨ ਤਾਂ ਚੱਲ ਆਪਾਂ ਕਰਵਾਤੀ ਹੈ, ਪਰ ਵੀ ਵਸਣਾ ਤਾਂ ਇੱਥੇ ਹੀ ਹੈ, ਵੀ ਕੋਈ ਗੱਲ ਨਹੀਂ, ਤੂੰ ਕੰਪਰੋਮਾਈਜ਼ ਕਰ ਲੈ, ਸਾਈਨ ਕਰ ਦੇ, ਕੁਛ ਨਹੀਂ ਹੁੰਦਾ। ਫਿਰ ਉਸ ਤੋਂ ਬਾਅਦ ਮੈਂ ਕਿਹਾ ਵੀ ਨਹੀਂ, ਹੁਣ ਇਹਨੇ ਇੱਕ ਵਾਰੀ ਮੈਨੂੰ ਘਰੋਂ ਕੱਢਤਾ, ਹੁਣ ਮੈਂ ਪਟਿਆਲੇ ਜਾਣਾ ਹੀ ਜਾਣਾ, ਚਾਹੇ ਮੈਨੂੰ ਹਫ਼ਤਾ ਰੱਖੋ, ਚਾਹੇ 10 ਦਿਨ ਰੱਖੋ, ਮੈਂ ਪਟਿਆਲੇ ਜਾਣਾ, ਮੈਂ ਹਜੇ ਨਹੀਂ ਰਹਿਣਾ ਇੱਥੇ। ਅਤੇ ਜਿਸ ਘਰ ਦੇ ਵਿੱਚ ਮਾਰਕੁੱਟ ਕੀਤੀ ਸੀ, ਉਹਨਾਂ ਨੇ ਕਹਿ ਤਾ ਵੀ ਤੁਸੀਂ ਲੜਾਈ ਵਾਲੇ ਹੋ, ਘਰ ਖਾਲੀ ਕਰ ਦਿਓ। ਮੈਂ ਪਟਿਆਲੇ ਸੀ, ਅਤੇ ਇਹਨਾਂ ਨੇ ਪਿੱਛੋਂ ਮਕਾਨ ਖਾਲੀ ਕਰਕੇ ਅਤੇ 353 ਹਾਊਸ ਭਰਤ ਕਲੋਨੀ ਰਾਜਪੁਰਾ ਉੱਥੇ ਸ਼ਿਫਟ ਕਰ ਲਿਆ। ਉੱਥੇ ਇਹਨਾਂ ਨੇ ਮਤਲਬ ਐਵੇਂ ਹੀ ਕਹਿ ਤਾ ਵੀ ਬਿਮਾਰ ਹੋ ਗਈ ਸੀ, ਹੋਸਪਿਟਲ 'ਚ ਐਡਮਿਟ ਸੀ। ਅਤੇ ਮੈਨੂੰ ਮਤਲਬ ਹਫ਼ਤੇ ਬਾਅਦ 10 ਦਿਨਾਂ ਬਾਅਦ ਇਹ ਮੈਨੂੰ ਉੱਥੋਂ ਪਟਿਆਲੇ ਲੈਣ ਗਏ, ਅਤੇ ਲੈਣ ਗਏ ਤਾਂ ਮੈਂ ਉਸ ਟਾਈਮ ਵੀ ਕਿਹਾ, ਮੈਂ ਕਿਹਾ ਵੀ ਡੈਡੀ ਇਹਨਾਂ ਨੂੰ ਕੁਛ ਰਿਲਾਈਜ਼ ਤਾਂ ਹੋਣਾ ਚਾਹੀਦਾ ਵੀ ਮੈਂ ਕੀ ਕੀਤਾ ਕੀ ਨਹੀਂ ਕੀਤਾ। ਤਾਂ ਵੀ ਅਕੜ ਕੇ ਜਾਣਾ ਠੀਕ ਹੈ, ਨਹੀਂ ਤਾਂ ਨਾ ਸੀ। ਡੈਡੀ ਕਹਿੰਦੇ ਚੱਲ ਕੋਈ ਨਹੀਂ ਪੁੱਤਰ ਤੂੰ ਜਾ, ਕੋਈ ਗੱਲ ਨਹੀਂ। ਫਿਰ ਆਈਆਂ ਮੈਂ ਆਣ ਕੇ, ਉਸ ਤੋਂ ਬਾਅਦ ਵਿੱਚ 8th ਮੰਥ ਹੋਇਆ, ਫਿਰ ਸ਼ੁਰੂ ਸਿਰਫ ਮਤਲਬ ਕਿ ਸਮਝ ਲਓ ਕਿ 8ਵਾਂ ਮਹੀਨਾ ਲੱਗਾ ਪ੍ਰੈਗਨੈਂਸੀ ਦਾ, ਫਿਰ ਮਾਰ ਕੁਟਾਈ ਸ਼ੁਰੂ। ਔਰ ਇਸ ਤਰੀਕੇ ਉਦੋਂ ਮੈਂ ਮਤਲਬ ਇੰਨੀ ਉਹ ਹੋ ਗਈ ਸੀ ਨਾ, ਮੈਂ ਉਸਨੂੰ ਕਿਹਾ, ਮੈਂ ਕਿਹਾ ਮਾਰ ਲੈ ਤੂੰ, ਕਿਉਂਕਿ ਮੈਨੂੰ ਕੋਈ ਚਾਰਾ ਹੀ ਨਹੀਂ ਸੀ, ਨਾ ਤਾਂ ਪੇਰੈਂਟਸ ਸਪੋਰਟ ਕਰ ਰਹੇ ਸੀ, ਉਹ ਬਸ ਇਹ ਕਹਿੰਦੇ ਸੀ ਕੋਈ ਨਹੀਂ ਪੁੱਤਰ ਕੰਪਰੋਮਾਈਜ਼ ਕਰ ਲੈ ਅਤੇ ਆਪਣਾ ਰਵੋ। ਮਤਲਬ ਇੰਨੀਆਂ ਸਾਰੀਆਂ ਗੱਲਾਂ ਮੈਂ ਸਹਿਣ ਕੀਤੀਆਂ ਨੇ, ਬੱਚਿਆਂ ਨੇ ਸਹਿਣ ਕੀਤੀਆਂ ਨੇ ਨਾ, ਕਿ ਬੰਦਾ ਮਤਲਬ ਸੋਚਦਾ ਵੀ ਇੰਨਾ ਵੀ ਸਾਡੇ ਨਾਲ, ਮੈਂ ਕਈ ਵਾਰੀ ਸੋਚਦੀ ਵੀ ਇੰਨਾ ਕੁਛ ਮੈਂ ਸਹਿਣ ਕਿੱਦਾਂ ਕਰ ਲਿਆ, ਵੀ ਇੰਨਾ ਕੁਛ ਮੈਂ ਬਸ ਪਤਾ ਨਹੀਂ ਵੀ ਕਿੱਦਾਂ ਮੈਂ ਸਹਿਣ ਕੀਤਾ ਹੈ, ਕਿੱਦਾਂ ਨਹੀਂ। ਮੈਂ ਐਵੇਂ ਕਿਚਨ 'ਚ ਖੜ੍ਹੀ ਸੀਗੀ, ਉਂਝ ਕਹਿੰਦੇ ਕਿ ਮੈਨੂੰ ਡਿਸਕ ਦੀ ਪ੍ਰੋਬਲਮ ਹੈ, ਅਤੇ ਨਨਾਣ ਨੰਦੋਈਆ ਦੇ ਸਾਹਮਣੇ ਮਤਲਬ ਪੂਰੇ ਇੱਦਾਂ ਹੱਥ ਚੱਲ ਰਹੇ ਸੀਗੇ ਮੇਰੇ, ਮਤਲਬ ਜਿੱਥੇ ਲੱਗ ਰਹੀ ਹੈ ਮੇਰੇ, ਕੋਈ ਪਰਵਾਹ ਨਹੀਂ।
ਤੇ ਮੇਰੀ ਨਨਾਣ ਕਹੀ ਜਾ ਰਹੀ ਹੈ ਵੀ ਉਸਦਾ ਪੇਟ ਤੇ ਲੱਗ ਜਾਏਗੀ, ਪੇਟ ਤੇ ਲੱਗ ਜਾਏਗੀ, ਬੱਚੇ ਨੂੰ ਕੁਝ ਹੋ ਜਾਊਗਾ, ਨਾ ਮਾਰ ਵੀਰ ਨਾ ਮਾਰ। ਪਰ ਉਸ ਟਾਈਮ ਨਨਾਣ ਥੋੜਾ ਸਪੋਰਟ ਕਰ ਰਹੀ ਸੀ, ਉਸਨੂੰ ਵੀ ਇਹ ਸੀ ਵੀ ਸ਼ਾਇਦ ਮੁੰਡਾ ਹੋ ਜਾਊਗਾ, ਤੇ ਉਹ ਮਤਲਬ ਉਹਨੇ ਨਹੀਂ ਸੁਣੀ। ਫਿਰ ਮੇਰੀ ਨਨਾਣ ਕਹਿੰਦੀ ਤੂੰ ਕਰ 181 ਨੰਬਰ ਤੇ ਫੋਨ, ਬੁਲਾ ਪੁਲਿਸ। ਇਹ ਤਾਂ ਸੁਧਰਦਾ ਹੀ ਨਹੀਂ ਹੈਗਾ, ਇਹ ਖੁਦ ਨਨਾਣ ਦੇ ਵਰਡ ਸੀਗੇ। ਮੈਂ ਉਸ ਟਾਈਮ ਫਿਰ ਨਨਾਣ ਦੇ ਕਹਿਣ 'ਤੇ ਫਿਰ ਮੈਂ 181 ਨੰਬਰ 'ਤੇ ਫ਼ੋਨ ਕੀਤਾ, ਪੁਲਿਸ ਆਈ, ਉਹਨਾਂ ਨੇ ਹਾਲਾਤ ਦੇਖੇ। ਇਹ ਮਤਲਬ ਇਹਨਾਂ ਦਾ ਨਾ ਇੱਕ ਹੈ, ਬਸ ਇਹਨਾਂ ਨੇ ਮਾਰ ਕੁਟਾਈ ਕਰਨੀ ਹੈ, ਫਿਰ ਇਹਨਾਂ ਨੇ ਮੇਰੇ ਕੋਲ ਨਹੀਂ ਰਹਿਣਾ, ਘਰ ਵੜਨਾ ਨਹੀਂ, ਸਿੱਧਾ ਐਕਟਿਵਾ ਚੱਕਣੀ, ਸਿੱਧਾ ਆਪਣੀ ਮਾਂ ਕੋਲ, ਵੀ ਉੱਥੇ ਜਾ ਕੇ ਵੀ ਜਿਵੇਂ ਬਸ ਸਾਰਾ ਕੁਝ ਜਿਵੇਂ ਉੱਥੇ ਬਸ ਮਾਂ ਕੋਲ ਚਲੇ ਜਾਣਾ ਹੈ। ਫਿਰ ਪੁਲਿਸ ਲੱਭਦੀ ਰਵੇ, ਫਿਰ ਪੁਲਿਸ ਨੇ ਖੁਦ ਮਾਂ ਕੋਲ ਗਏ ਅਤੇ ਅੱਗੋਂ ਉੱਥੇ ਵੀ ਮਤਲਬ ਗੈਪ। ਅਤੇ ਇਹ ਇਸ ਤਰੀਕੇ ਨਾਲ ਮਤਲਬ ਸ਼ੁਰੂ ਤੋਂ ਹੀ ਬਸ ਮਾਰ ਕੁਟਾਈ ਕਰਨੀ ਹੈ, ਘਰੋਂ ਭੱਜ ਜਾਣਾ, ਮਾਰ ਕੁਟਾਈ ਕਰਨੀ, ਘਰੋਂ ਭੱਜ ਜਾਣਾ, ਹਮੇਸ਼ਾ ਐਵੇਂ ਹੀ ਚੱਲਦੇ ਰਹੇ। ਫਿਰ ਉਹੀ ਉਹਦਾ ਹੋਰ ਕੀ ਸੋਲਿਊਸ਼ਨ ਸੀ, ਬਸ ਕੰਪਰੋਮਾਈਜ਼ ਕਰੋ, ਅਤੇ ਉਹ ਕੰਪਰੋਮਾਈਜ਼ ਕੀਤਾ। ਫਿਰ ਉਹ ਘਰ 'ਚ ਆਇਆ ਅਤੇ 9th ਮੰਥ ਦੇ ਵਿੱਚ ਪ੍ਰੈਗਨੈਂਸੀ ਜਿਹੜੀ ਸੀਗੀ 9 ਮੰਥ ਦੀ, ਅਤੇ ਬੇਟੀ ਹੋਈ ਆ ਹੋਸਪਿਟਲ 'ਚ। ਅਤੇ ਇਹਨਾਂ ਨੇ ਮਤਲਬ ਮੰਮੀ ਨੂੰ ਕਿਹਾ ਵੀ ਬੁਲਾਓ ਆਪਣੀ ਮੰਮੀ ਨੂੰ, ਵੀ ਤੇਰੇ ਕੋਲ ਹੁਣ ਹੋਸਪਿਟਲ 'ਚ ਕੋਈ ਰਹੇਗਾ। ਮੰਮੀ ਮੇਰੇ ਕੋਲ ਰਹੇ, ਨਨਾਣ ਆਈ ਕਿ 1 ਘੰਟਾ ਬਸ ਦੇਖ ਕੇ ਵੀ ਕੁੜੀ ਹੋ ਗਈ ਆ, ਉਸ ਤੋਂ ਬਾਅਦ ਮੁੜ ਕੇ ਉਹਨੇ ਵੀ ਹਾਲ ਚਾਲ ਨਹੀਂ ਪੁੱਛਿਆ। ਹੋਸਪਿਟਲ 'ਚ 3 ਦਿਨ ਰਹੀ ਮੈਂ, 3 ਦਿਨ ਮੰਮੀ ਰਹੇ। ਅਤੇ ਉਸ ਤੋਂ ਬਾਅਦ ਵਿੱਚ ਜਦੋਂ ਘਰ ਆਏ ਆ ਛੁੱਟੀ ਦੇ ਟਾਈਮ, ਮੰਮੀ ਨੂੰ ਭੇਜਤਾ ਪਟਿਆਲੇ ਵੀ ਡਿਸਚਾਰਜ ਕਰਵਾਉਣਾ ਹੈ ਅਤੇ 30,000 ਰੁਪਇਆ ਚਾਹੀਦਾ, ਵੀ ਲੈ ਕੇ ਆਓ। ਮੰਮੀ ਮੇਰੇ ਉਸੇ ਟਾਈਮ ਜਾ ਕੇ 30,000 ਲੈਣ ਗਏ, ਅਤੇ ਉੱਧਰੋਂ ਇਹਨਾਂ ਨੇ ਪੈਸੇ ਫੀਲ ਕਰਕੇ ਅਤੇ ਮੈਨੂੰ ਡਿਸਚਾਰਜ ਕਰਵਾ ਕੇ ਘਰ ਵੀ ਲੈ ਗਏ। ਅਤੇ ਉਹ ਘਰ ਲੈ ਕੇ ਗਏ ਨੇ, ਬੇਟੀ ਹੋਈ ਆ ਛੋਟੀ। ਸਭ ਤੋਂ ਪਹਿਲਾਂ ਫਰਜ਼ ਬਣਦਾ ਸੀ ਸੱਸ ਦਾ ਆਉਣਾ। ਸੱਸ ਨੇ 2.5 ਸਾਲ ਤੱਕ ਬੇਟੀ ਨੂੰ ਦੇਖਿਆ ਹੀ ਨਹੀਂ ਸੀਗਾ, ਦੇਖਣ ਤੱਕ ਨਹੀਂ ਆਏ ਮੇਰੇ ਬੱਚੇ ਨੂੰ, ਵੀ ਹਾਂ 2.5 ਸਾਲ ਤੱਕ ਬੇਟੀ ਨੂੰ ਦੇਖਣ ਵੀ ਨਹੀਂ ਆਏ, ਵੀ ਹਾਂ ਕੁੜੀ ਹੋਈ ਹੈ, ਕਿੱਦਾਂ ਦੀ ਹੈ, ਕਿਵੇਂ ਦੀ ਹੈ, ਦੇਖਣ ਵੀ ਨਹੀਂ ਆਇਆ ਕੋਈ। ਫਿਰ ਉਸ ਤੋਂ ਬਾਅਦ ਵਿੱਚ ਚਲੋ ਆਪਣਾ 1.25 ਮਹੀਨਾ ਮਤਲਬ ਕੱਢਿਆ ਜਿਵੇਂ ਵੀ ਹੈ ਨਾ, ਅਤੇ ਉਸ ਦੌਰਾਨ ਜਗ੍ਹਾ ਨਹੀਂ ਸੀ ਕੋਈ ਵੀ ਇੰਨੀ। ਇੱਕ ਸਾਈਡ 'ਤੇ ਮੰਮੀ ਸੋ ਰਹੇ ਸੀ, ਸੈਂਟਰ ਦੇ ਵਿੱਚ ਬੇਟੀ ਸੀ, ਇੱਕ ਸਾਈਡ 'ਤੇ ਮੈਂ ਸੀ, ਅਤੇ ਸਾਡੇ ਕੋਲ ਦੀਵਾਨ ਬੈੱਡ ਦੇ ਵਿੱਚ ਹਸਬੈਂਡ ਸੋ ਰਹੇ ਸੀ, ਅਤੇ ਬੇਟੀ ਨੂੰ ਮੈਂ ਕਿਹਾ ਵੀ ਤੂੰ ਪਾਪਾ ਨਾਲ ਸੋ ਜਾ। ਤਾਂ ਇਸ ਬੰਦੇ ਦੀ ਐਡੀ ਮਤਲਬ ਗੰਦਗੀ ਦਿਮਾਗ ਦੇ ਵਿੱਚ ਸੀ ਕਿ ਉਸ ਟਾਈਮ ਇਹਨੇ ਵੱਡੀ ਬੇਟੀ ਦੇ ਨਾਲ ਮਤਲਬ ਛੇੜਖਾਨੀ ਕੀਤੀ। ਉਹ ਛੇੜਖਾਨੀ ਕੀਤੀ, ਵੱਡੀ ਬੇਟੀ ਨਾ ਉੱਠ ਕੇ ਬੈਠ ਗਈ। ਮੈਂ ਵੀ ਥੋੜ੍ਹਾ ਨੀਂਦ 'ਚ ਸੀਗੀ ਜੇ ਫੀਡ, ਅਤੇ ਮੈਂ ਵੀ ਇਹਨੂੰ ਕਿਹਾ, ਮੈਂ ਕਿਹਾ ਵੀ ਕਿੱਦਾਂ ਹੈ ਨਾ, ਵੀ ਤੂੰ ਕਿਉਂ ਬੈਠੀ ਹੈ ਇੱਦਾਂ। ਅਤੇ ਮੈਂ ਕਿਹਾ ਚੱਲ ਸੋ ਜਾ ਚੁੱਪ ਕਰਕੇ, ਬਸ ਲਾਈਟ ਬੰਦ ਕਰ ਤਾਂ ਸੋ ਜਾ। ਇਹ ਵੀ ਸੋ ਗਈ। ਇਸਨੇ ਮੈਨੂੰ ਕੁਛ ਨਹੀਂ ਉਸ ਟਾਈਮ ਦੱਸਿਆ। ਅਗਲੇ ਦਿਨ ਇਹਨੇ ਮੈਨੂੰ ਸਾਰੀ ਗੱਲ ਦੱਸੀ ਹੈ ਵੀ ਇੱਦਾਂ ਦਾ ਕਰਕੇ ਪਾਪਾ ਨੇ ਮੇਰੇ ਨਾਲ ਕੀਤਾ। ਪੁੱਛਿਆ ਤਾਂ ਪਹਿਲਾਂ ਮੰਨੇ ਨਹੀਂ, ਫਿਰ ਬਾਅਦ ਵਿੱਚੋਂ ਮਤਲਬ ਜਿਵੇਂ ਹੈ ਨਾ ਵੀ ਕਹਿਤਾ ਵੀ ਹਾਂ ਠੀਕ ਹੈ ਮੇਰੇ ਤੋਂ ਗਲਤੀ ਹੋ ਗਈ, ਸੋਰੀ ਵੀ ਫੀਲ ਕੀਤੀ ਕਿ ਹਾਂ ਮੇਰੇ ਤੋਂ ਗਲਤੀ ਹੋ ਗਈ ਹੈ, ਅੱਗੇ ਤੋਂ ਨਹੀਂ ਹੋਏਗਾ। ਫਿਰ ਇਹ ਮਤਲਬ ਮੈਂ ਬੇਟੀ ਨੂੰ ਸਮਝਾ ਵੀ ਦਿੱਤਾ ਸੀ, ਠੀਕ ਹੈ, ਮੈਨੂੰ ਕਹਿਤਾ ਸੀ, ਮੈਂ ਕਿਹਾ ਵੀ ਹੁਣ ਮਤਲਬ ਬਿਲਕੁਲ ਨੇੜੇ ਨਹੀਂ ਜਾਣਾ, ਪਾਪਾ ਦੇ ਬਿਲਕੁਲ ਨੇੜੇ ਨਹੀਂ ਜਾਣਾ। ਫਿਰ ਉਹ ਕਵੇ ਕਿ ਮੇਰੇ ਕੋਲ ਆਉਂਦੀ ਨਹੀਂ। ਮੈਂ ਫਿਰ ਉਹਨਾਂ ਨੂੰ ਇਹ ਕਿਹਾ, ਮੈਂ ਕਿਹਾ ਕੋਈ ਗੱਲ ਨਹੀਂ, ਵੀ ਜਿੱਦਾਂ ਹੋਇਆ ਵੀ ਥੋੜ੍ਹਾ ਟਾਈਮ ਦਿਓ ਇਸ ਨੂੰ, ਵੀ ਹੌਲੀ ਹੌਲੀ ਆਉਣ ਲੱਗ ਜਾਏਗੀ ਕੋਲ, ਕਹਿਣਾ ਮੰਨੇਗੀ, ਸਾਰਾ ਮਤਲਬ ਕਰੇਗੀ। ਤਾਂ ਬਟ ਉਸ ਬੰਦੇ ਦੇ ਅੰਦਰ ਮਤਲਬ ਇਹ ਚੀਜ਼ ਬਰਦਾਸ਼ਤ ਹੀ ਨਹੀਂ ਸੀ ਹੋ ਰਹੀ ਹੈਗੀ ਕਿ ਮੈਨੂੰ ਮਤਲਬ ਉਹਨੂੰ ਇਹ ਚੀਜ਼ ਹੋ ਰਹੀ ਸੀ ਕਿ ਮੈਨੂੰ ਇੱਦਾਂ ਮਤਲਬ ਨੀਵਾਂਪਨ ਮੇਰੇ ਅੰਦਰ ਆ ਰਿਹਾ ਜਾਂ ਜੋ ਵੀ ਪਤਾ ਨਹੀਂ ਕੀ ਸੀ ਦਿਮਾਗ 'ਚ। ਅਤੇ ਉਹਨਾਂ ਨੇ ਕੀ ਕੀਤਾ, ਬਿਨਾਂ ਕਿਸੇ ਗੱਲ ਦੇ ਬੇਟੀ ਨੂੰ ਕੁੱਟਣਾ ਸ਼ੁਰੂ ਕਰਤਾ। ਜਦੋਂ ਐਡੀ ਵੱਡੀ ਹਰਕਤ ਕਰ ਦਿੱਤੀ ਹੈ ਨਾ, ਇੰਨੀ ਗਲਤ ਹਰਕਤ ਆਪਣੀ ਹੀ ਧੀ ਦੇ ਨਾਲ, ਤੇ ਤੁਸੀਂ ਕੰਪਲੇਨ ਨਹੀਂ ਕੀਤੀ? ਮੈਂ ਉਸ ਟਾਈਮ ਮਕਾਨ ਮਾਲਕਾਂ ਨੂੰ ਕਿਹਾ ਸੀਗਾ, ਮੈਂ ਮਤਲਬ ਉਹਨਾਂ ਨੂੰ ਪਤਾ ਹੀ ਚੱਲ ਗਿਆ ਸੀ ਮੇਰੀ ਕੰਡੀਸ਼ਨ ਦੇਖ ਕੇ ਵੀ ਘਰ ਦੇ ਵਿੱਚ ਕੁਛ ਗਲਤ ਹੋਇਆ। ਜਿਵੇਂ ਮੈਂ ਰੋ ਰਹੀ ਸੀ, ਵੀ ਮੇਰੇ ਉਸ ਟਾਈਮ ਪੈਰਾਂ ਨੀਚੋਂ ਜ਼ਮੀਨ ਨਿਕਲ ਗਈ ਸੀ ਵੀ ਇਹ ਕੀ ਹੋ ਗਿਆ ਹੈ ਨਾ। ਔਰ ਮੈਂ ਮਤਲਬ ਮਜਬੂਰ, ਲਾਚਾਰ, ਮੀਨਸ ਮਤਲਬ ਇੱਕ ਆਪਣਾ ਨਾ ਉਹ ਹੁੰਦਾ ਕਿ ਅਸੀਂ ਮਤਲਬ ਜਦੋਂ ਕਰਦੇ ਹਾਂ ਵੀ ਅਸੀਂ ਆਵਾਜ਼ ਚੱਕਾਂਗੇ, ਅਸੀਂ ਆਪਣੇ ਨਾਲ ਗਲਤ ਨਹੀਂ ਹੋਣ ਦੇਵਾਂਗੇ। ਤਾਂ ਉਸ ਟਾਈਮ ਮਤਲਬ ਕਿ ਬੇਟੀ ਦੇ ਨਾਲ ਇੱਕ ਮਤਲਬ ਅਰਮਾਨ ਜਿਹਾ ਹੁੰਦਾ ਕਿ ਮੇਰੀ ਬੇਟੀ ਨਾਲ ਕਦੇ ਕੁਛ ਗਲਤ ਨਹੀਂ ਹੋਏਗਾ, ਮੈਂ ਉਸਦੀ ਸਾਰੀਆਂ ਖੁਆਇਸ਼ਾਂ ਪੂਰੀ ਕਰਾਂਗੀ, ਸਭ ਕੁਛ ਕਰਾਂਗੀ। ਉਸ ਟਾਈਮ ਇੰਨੀ ਲਾਚਾਰ ਹੋਈ ਪਈ ਸੀ ਕਿ ਮਕਾਨ ਮਾਲਕ ਕਹਿੰਦੇ ਹੁਣ ਤੂੰ ਚੁੱਪ ਕਰ ਜਾ, ਕੁਛ ਨਾ ਕਰ, ਪਹਿਲਾਂ ਹੀ ਮਸਾਂ ਮਤਲਬ ਘਰ ਉਹ ਹੋ ਰਿਹਾ ਵੀ ਘਰ ਉੱਜੜ ਜੂਗਾ, ਵੀ ਇਹ ਗੱਲ ਮਤਲਬ ਤੂੰ ਨਾ ਉਹ ਕਰ।
ਮੈਂ ਨਹੀਂ ਕੀਤੀ, ਮੈਂ ਚੁੱਪ ਕਰ ਗਈ। ਥੋੜ੍ਹੇ ਦਿਨਾਂ ਬਾਅਦ ਮੈਂ ਮਤਲਬ ਜਿਵੇਂ ਚੁੱਪ ਰਹੀ, ਇਹਨਾਂ ਨੇ ਫਿਰ ਆਣ ਕੇ ਮੈਨੂੰ ਤਿੰਨਾਂ ਨੂੰ ਮਤਲਬ ਪਹਿਲਾਂ ਧਮਕੀ ਦਿੱਤੀ ਵੀ ਮੈਂ ਤਿੰਨਾਂ ਨੂੰ ਖ਼ਤਮ ਕਰ ਦਾਂਗਾ, ਮੈਂ ਛੱਡਦਾ ਨਹੀਂ, ਮੈਂ ਮਾਰ ਦਾਂਗਾ। ਫਿਰ ਉਸ ਤੋਂ ਬਾਅਦ ਵਿੱਚ ਜਦੋਂ ਮਤਲਬ ਇਹ ਆਏ, ਆਣ ਕੇ ਇਹਨਾਂ ਨੇ ਕੀ ਕੀਤਾ, ਮੈਨੂੰ ਕੁੱਟਣ, ਬੇਟੀ ਨੂੰ ਕੁੱਟਣਾ ਸ਼ੁਰੂ ਕਰਤਾ। ਮੈਂ ਕਿਹਾ ਹੁਣ ਜਿਵੇਂ ਐਜ਼ ਅ ਫਾਦਰ ਤੂੰ ਮਾਰਦਾ ਸੀ, ਮੈਂ ਸੋਚਦੀ ਸੀ ਵੀ ਚੱਲ ਕੋਈ ਗੱਲ ਨਹੀਂ ਹੈ ਨਾ ਵੀ, ਅਤੇ ਹੁਣ ਨਹੀਂ ਮੈਂ ਤੈਨੂੰ ਮਤਲਬ ਜੋ ਤੂੰ ਮਤਲਬ ਕੰਮ ਕੀਤਾ ਨਾ, ਹੁਣ ਮੈਂ ਬੇਟੀ ਨੂੰ ਹੱਥ ਨਹੀਂ ਲਾਉਣ ਦੇਵਾਂਗੀ, ਮੈਂ ਹੁਣ ਨਹੀਂ ਮਤਲਬ ਉਹ ਸਭ ਕੁਝ ਚੱਲੇਗਾ ਜੋ ਪਹਿਲਾਂ ਚੱਲਦਾ ਆ ਰਿਹਾ ਸੀਗਾ। ਉਹ ਇੰਨੀ ਗੱਲ ਕਹੀ, ਉਹ ਮੈਨੂੰ ਵੀ ਮਾਰਨਾ ਮਤਲਬ ਸ਼ੁਰੂ ਕਰਤਾ। ਫਿਰ ਉਸ ਤੋਂ ਬਾਅਦ ਵਿੱਚ ਕਈ ਚੁੱਕ ਲਿਆਏ, ਪਹਿਲਾਂ ਮੇਰੇ ਵੱਲ ਅਟੈਕ ਕੀਤਾ, ਉਹ ਮੈਨੂੰ ਮਕਾਨ ਮਾਲਕਾਂ ਨੇ ਫਟਾਫਟ ਖਿੱਚ ਕੇ ਸਾਈਡ ਕੀਤਾ। ਫਿਰ ਵੱਡੀ ਬੇਟੀ ਵੱਲ ਹੋਏ, ਸਾਨੂੰ ਦੋਨਾਂ ਨੂੰ ਉੱਪਰ ਚੜ੍ਹਾਤਾ, ਅਤੇ ਉਹਨਾਂ ਦੀ ਮਤਲਬ ਬੇਟੀ ਸੀਗੀ ਛੋਟੀ ਮਕਾਨ ਮਾਲਕਾਂ ਦੀ, ਅਤੇ ਉਹ ਫਿਰ ਕਹਿੰਦਾ ਮੈਂ ਛੋਟੀ ਨੂੰ ਨਹੀਂ ਛੱਡਦਾ, ਮੈਂ ਛੋਟੀ ਵੱਲ ਭੱਜਿਆ ਅਤੇ ਉਹਨੂੰ ਵੀ ਮਤਲਬ ਚੁੱਕ ਕੇ ਪਲੂੰਗੜੇ ਦੇ ਵਿੱਚੋਂ ਫਟਾਫਟ ਉੱਪਰ ਆਪਣੇ ਲੈ ਗਏ, ਅਤੇ ਉੱਪਰ ਜਾ ਕੇ ਸਾਨੂੰ ਬੰਦ ਕਰਤਾ ਵੀ ਆਪਣੇ ਤੁਸੀਂ ਉੱਪਰ ਕੁੰਡੀਆਂ ਲਾ ਲਓ। ਉਹ ਇਹ ਬੰਦਾ ਪੌੜੀਆਂ ਚੜ੍ਹ ਕੇ ਫਟਾਫਟ ਦੌੜ ਕੇ ਸਾਡੇ ਪਿੱਛੇ ਆਇਆ, ਦਰਵਾਜ਼ੇ ਖੜਕਾਏ ਵੀ ਉਹਨੂੰ ਬਾਹਰ ਕੱਢ ਦਿਓ, ਮੈਂ ਕਿਸੇ ਨੂੰ ਕੁਛ ਨਹੀਂ ਕਹਿੰਦਾ, ਵੀ ਦਰਵਾਜ਼ਾ ਖੋਲ੍ਹ ਦਿਓ ਵੀ ਮੈਂ ਅੱਜ ਇਹਨਾਂ ਨੂੰ ਛੱਡਣਾ ਨਹੀਂ ਹੈਗਾ। ਅਤੇ ਉਹ ਮਤਲਬ ਛੱਡਣਾ ਨਹੀਂ ਹੈਗਾ ਕਹਿ ਕੇ, ਪਰ ਕਿਸੇ ਤਰੀਕੇ ਨਾਲ 181 'ਤੇ ਫਿਰ ਫ਼ੋਨ ਕੀਤਾ। ਉਸੇ ਟਾਈਮ ਪੁਲਿਸ ਆਈ, ਉਹਨੇ ਕਈ ਵੀ ਦੇਖ ਲਈ, ਸਾਰਾ ਕੁਝ ਦੇਖ ਲਿਆ। ਕਹਿੰਦੇ ਦੇਖ ਲੈ ਵੀ ਜੇ ਹੁਣ ਤੂੰ ਸੁਧਰਨਾ ਹੈ ਕਿ ਕੀ ਕਰਨਾ ਹੈ, ਵੀ ਹੁਣ ਕਈ ਇੱਥੇ ਹੀ ਪਈ ਹੈ ਸਾਡੇ ਸਾਹਮਣੇ, ਸਾਰਾ ਕੁਝ ਪ੍ਰੂਫ ਹੈ। ਅਤੇ ਬਸ ਫਿਰ ਉਹੀ ਗੱਲਾਂ ਗੋਲ-ਮੋਲ ਹੋ ਗਈਆਂ ਵੀ ਚਲੋ ਜੀ ਕੰਪਰੋਮਾਈਜ਼ ਕਰੋ। ਸਾਰਿਆਂ ਨੂੰ ਬੁਲਾਇਆ ਕੀਤਾ ਕੰਪਰੋਮਾਈਜ਼ ਵਾਸਤੇ ਵੀ। ਉਹ ਇੱਕ ਮੇਰੇ ਝੂਠੇ ਸਾਈਨ ਕਰਕੇ ਨਾ ਮਤਲਬ ਸਾਰਿਆਂ ਦੇ ਸਾਈਨ ਕਰਵਾ ਲਏ। ਮੇਰੇ ਕੋਲ ਆਏ ਸੀ ਵੀ ਤੂੰ ਵੀ ਸਾਈਨ ਕਰ, ਮੈਂ ਮਨਾ ਕਰਤਾ ਵੀ ਮੈਂ ਸਾਈਨ ਨਹੀਂ ਕਰਨੇ, ਅਤੇ ਉਹ ਸਾਈਨ ਮੇਰੇ ਹੈ ਹੀ ਨਹੀਂ। ਉਹ ਝੂਠੇ ਸਾਈਨ ਕਰਕੇ ਕਹਿ ਤਾ ਵੀ ਆਹ ਕੰਪਰੋਮਾਈਜ਼ ਹੋਇਆ। ਅਤੇ ਮੈਨੂੰ ਮਤਲਬ ਈਵਨ ਕਿ ਡੈਡੀ ਨੇ ਫ਼ੋਨ ਕਰਕੇ ਕਿਹਾ ਸੀਗਾ ਵੀ ਤੂੰ ਸਾਈਨ ਕਰ ਦੀ, ਅਤੇ ਬਾਕੀ ਅਸੀਂ ਆਪੇ ਦੇਖ ਲਾਂਗੇ ਸਾਈਨ ਜਿਵੇਂ ਹੋਣਗੇ। ਪਰ ਮੈਂ ਉਸ ਟਾਈਮ ਮੈਂ ਮਤਲਬ ਨਹੀਂ ਕੀਤੇ ਸਾਈਨ, ਮੈਂ ਮਨਾ ਕਰਤਾ ਕਿ ਮੈਂ ਕਿਤੇ ਕੋਈ ਸਾਈਨ ਕਰਨਾ ਹੀ ਨਹੀਂ, ਮੈਂ ਕੰਪਰੋਮਾਈਜ਼ ਮੰਨਦੀ ਨਹੀਂ ਇਸ ਚੀਜ਼ ਨੂੰ। ਫਿਰ ਉਸ ਤੋਂ ਬਾਅਦ ਵਿੱਚ ਕਈ ਵਾਰੀ ਮੈਂ ਮਤਲਬ ਬਹੁਤ ਵਾਰ ਮੈਂ ਇੱਦਾਂ ਕਿਹਾ, ਮੈਂ ਡੈਡੀ ਨੂੰ ਬਹੁਤ ਸਮਝਾਇਆ ਵੀ ਮੈਂ ਨਹੀਂ ਰਹਿਣਾ, ਮੈਂ ਕੰਪਰੋਮਾਈਜ਼ ਨਹੀਂ ਕਰਨਾ, ਵੀ ਇੰਨਾ ਮਤਲਬ ਟੌਰਚਰ ਹੈ ਨਾ। ਉਹ ਫਿਰ ਇੱਕੋ ਗੱਲ ਵੀ ਕੁੜੀਆਂ ਨੇ, ਬੱਚਿਆਂ ਕਰਕੇ ਕੰਪਰੋਮਾਈਜ਼ ਕਰ। ਬਟ ਇੰਨੀ ਕੁ ਮੈਨੂੰ ਹੁਣ ਅਕਲ ਆ ਗਈ ਹੈ, ਅਗਰ ਕਹਿ ਰਹੇ ਨੇ ਸਾਰੇ ਕਿ ਬੱਚਿਆਂ ਕਰਕੇ, ਬੇਟੀਆਂ ਕਰਕੇ ਤੂੰ ਕੰਪਰੋਮਾਈਜ਼ ਕਰ, ਪਰ ਬੇਟੀਆਂ ਕਰਕੇ ਹੀ ਹੁਣ ਕੰਪਰੋਮਾਈਜ਼ ਕਿੱਦਾਂ ਕਰਾਂ ਮੈਂ। 10ਵੀਂ ਕਲਾਸ ਦੇ ਵਿੱਚ ਬੇਟੀ ਹੋਈ ਹੈ, ਬੁੱਕਸ ਸਾਰੀਆਂ ਚੱਕ ਕੇ ਸੁੱਟਤੀਆਂ ਪਲਾਟ ਦੇ ਵਿੱਚ ਖਾਲੀ। ਇੰਨੇ ਘੰਟਿਆਂ ਦੇ ਵਿੱਚੋਂ ਬੇਟੀ ਚੁੱਕ ਕੇ ਸਾਰੀਆਂ ਬੁੱਕਸ ਲੈ ਕੇ ਆਈ ਆ। ਅਤੇ 10ਵੀਂ ਦੇ ਪੇਪਰ ਮੈਂ ਕਦੀ ਕਿਸੇ ਦੀ ਐਕਟਿਵਾ ਮੰਗ ਕੇ, ਕਦੀ ਕਿੱਥੇ ਮੈਂ ਇਹਨੂੰ ਪੇਪਰ ਦਵਾ ਕੇ ਲਿਆਂਦੀ ਰਹੀ ਵੀ ਕੋਈ ਗੱਲ ਨਹੀਂ ਤੂੰ ਪੁੱਤਰ ਪੇਪਰ ਦੇ, ਜਿੱਦਾਂ ਮਰਜ਼ੀ ਦੇ, ਘਰ ਦਾ ਜੋ ਮਰਜ਼ੀ ਮਾਹੌਲ ਹੈ ਨਾ ਤੂੰ ਪੇਪਰ ਦੇ। ਮੈਨੂੰ ਇਹ ਨਹੀਂ ਸੀ ਉਮੀਦ ਵੀ ਇਹ ਲੜਕੀ ਪਾਸ ਵੀ ਹੋ ਜੂਗੀ, ਪਰ ਚਲੋ ਫਿਰ ਵੀ ਮਤਲਬ ਮਿਹਨਤ ਕਰਕੇ ਜਿਵੇਂ ਵੀ ਮਤਲਬ ਇਹਦੇ ਠੀਕ ਹੈ 70% ਤੱਕ ਇਹਦੇ ਮਾਰਕਸ ਆ ਗਏ। ਨਹੀਂ ਤਾਂ ਜੋ ਉਸ ਟਾਈਮ ਫਰਵਰੀ ਮਾਰਚ 'ਚ ਘਰ ਦਾ ਮਾਹੌਲ ਸੀ ਨਾ, ਬਹੁਤ ਮੁਸ਼ਕਿਲ ਸੀ ਇਹਦਾ ਪੇਪਰ ਦੇਣਾ। ਜਿਵੇਂ ਲੋਕ ਲਾ ਕੇ, ਕੁੰਡੀਆਂ ਲਾ ਕੇ ਸਾਨੂੰ ਚਲੇ ਜਾਣਾ ਵੀ ਇਹ ਪੇਪਰ ਹੀ ਨਾ ਦੇ ਸਕੇ, ਇਸ ਤਰੀਕੇ ਦਾ ਮਾਹੌਲ ਚੱਲਦਾ ਰਿਹਾ। ਫਿਰ ਉਸ ਟਾਈਮ ਮਾਰਕਟਾਈ ਕਰਕੇ ਇਹ ਨਿਕਲ ਗਏ। ਕਈ ਪੁਲਿਸ ਵਾਲਾ ਗਿਆ, ਕਈ ਲੈ ਕੇ ਕਹਿੰਦਾ ਮੈਂ ਤੁਹਾਡੇ ਕੋਲ ਆ ਰਿਹਾ ਪੁਲਿਸ ਸਟੇਸ਼ਨ। ਇੱਥੋਂ ਸਮਾਨ ਪੈਕ ਕੀਤਾ, ਚੁੱਪ ਕਰਕੇ ਆਪਣਾ ਪਿੰਡ ਚਲੇ ਗਏ। ਮੁੜ ਕੇ ਇਹ ਬੰਦਾ ਨਹੀਂ ਆਇਆ ਸਾਡੇ ਕੋਲ। ਫਿਰ ਉਸ ਤੋਂ ਬਾਅਦ ਵਿੱਚ 2016 ਦੇ ਵਿੱਚ ਫਿਰ ਇੱਕ ਦਰਖਾਸਤ ਦਿੱਤੀ, ਉਦੋਂ ਹੀ ਪਟਿਆਲੇ SSP ਸਰ ਕੋਲ ਦਿੱਤੀ। ਉਹਦਾ ਸਾਡਾ ਅਕਤੂਬਰ ਦੇ ਵਿੱਚ ਕੰਪਰੋਮਾਈਜ਼ ਹੋਇਆ ਕਿ ਇਹ ਆਪਣੇ ਬੱਚਿਆਂ ਨੂੰ ਰੱਖੂਗਾ, ਉਹਨਾਂ ਦੇ ਨਾਮ 'ਤੇ ਪਲਾਟ ਕਰੂਗਾ, ਅਤੇ ਇਹ ਦੋਨੇ ਮਤਲਬ ਮੀਆਂ ਬੀਬੀ ਆਪਣੀ ਪੂਰੀ ਜ਼ਿੰਮੇਵਾਰੀ ਇੱਕ ਦੂਜੇ ਦੇ ਨਾਲ ਕਰਨਗੇ। ਤਾਂ ਇਹ ਚੀਜ਼ ਕੀਤੀ। ਜਿਸ ਦਿਨ ਕੰਪਰੋਮਾਈਜ਼ ਹੋਇਆ ਉਸ ਤੋਂ 2-3 ਦਿਨਾਂ ਬਾਅਦ ਕਹਿਤਾ ਕਿ ਮੈਂ ਤੇਰੇ ਨਾਲ ਤਾਂ ਰਵਾਂਗਾ ਜੇ ਤੂੰ ਮਤਲਬ ਆਪਣੇ ਪਿਓ ਕੋਲੋਂ 40,000 ਰੁਪਇਆ ਲੈ ਕੇ ਆਏਂਗੀ। ਉਹ 40,000 ਰੁਪਇਆ ਤਾਂ ਲੈ ਕੇ ਆਏਂਗੀ ਵੀ ਜਿਹੜਾ ਮੈਂ ਪੁਲਿਸ ਨੂੰ ਪੈਸੇ ਦਿੱਤੇ ਨੇ, ਜਿਹੜੇ ਮੈਂ ਪੰਚਾਇਤ ਦੇ ਵਿੱਚ ਬੰਦੇ ਨੇ ਉਹਨਾਂ ਨੂੰ ਮਤਲਬ ਮੈਂ ਜੋ ਵੀ ਖਰਚਾ ਉਹਨਾਂ ਨੂੰ ਸ਼ਰਾਬਾਂ ਦਾ ਜਾਂ ਗੱਡੀਆਂ ਦਾ ਉਹਨਾਂ ਨੂੰ ਲੈ ਕੇ ਪਟਿਆਲੇ ਜਾਂਦਾ ਰਿਹਾ, ਉਹ ਪੂਰਾ ਹੋਏਗਾ ਅਤੇ ਤਾਂ ਮੈਂ ਕੰਪਰੋਮਾਈਜ਼ ਕਰਾਂਗਾ। ਨੌਕਰੀ ਕਰਦੇ ਨੇ ਹੈ ਨਾ ਮਰਚੈਂਟ ਨੇਵੀ ਦੇ ਵਿੱਚ, ਸਭ ਕੁਝ ਹੁੰਦਿਆਂ ਸੁਣਦਿਆਂ ਵੀ ਪੈਸਿਆਂ ਦੀ ਡਿਮਾਂਡ ਕਰਦੇ। ਅਸੀਂ ਪਹਿਲਾਂ ਵੀ ਪਿੱਛੇ ਵੀ ਗੱਲਾਂ ਕੀਤੀਆਂ ਕਿ ਬੱਚਿਆਂ ਦੀਆਂ ਫੀਸਾਂ ਤੱਕ ਵੀ ਤੁਹਾਨੂੰ ਜਿਹੜਾ ਹੈਗਾ ਤਰਲੇ ਕੱਢ ਕੇ ਮੰਗਣੀਆਂ ਪੈਂਦੀਆਂ ਨੇ ਕਿ ਬੱਚਿਆਂ ਦੀਆਂ ਫੀਸਾਂ ਦੇਣੀਆਂ। ਨਹੀਂ ਦੇਖੋ, ਇਹ 2006 ਮਤਲਬ ਸੌਰੀ ਬੇਟੀ ਮੇਰੀ 6th ਕਲਾਸ 'ਚ ਸੀਗੀ, ਠੀਕ ਹੈ, ਉਦੋਂ ਤੱਕ ਇਹ ਫੀਸਾਂ ਦਿੰਦੇ ਰਹੇ ਨੇ। 6th ਤੋਂ ਲੈ ਕੇ ਬਾਕੀ ਜਿਹੜੀਆਂ ਫੀਸਾਂ ਸੀਗੀਆਂ ਹੈ ਨਾ ਉਹ ਮੇਰੇ ਡੈਡੀ ਪੇ ਕਰਦੇ ਰਹੇ ਨੇ।
ਤੇ ਬੱਚੇ ਦੀ ਪੜ੍ਹਾਈਆਂ ਜੋ ਵੀ ਮਤਲਬ ਖਰਚਾ ਸੀ ਸਭ ਮੇਰੇ ਡੈਡੀ ਕਰਦੇ ਰਹੇ। ਤੇ ਜਦੋਂ ਸਾਡਾ 2018 ਦੇ ਵਿੱਚ ਕੰਪਰੋਮਾਈਜ਼ ਹੋਇਆ, ਉਸ ਤੋਂ ਬਾਅਦ ਵਿੱਚ ਮੈਂ ਇਹਨਾਂ ਤੋਂ ਮਤਲਬ ਫੀਸਾਂ ਮੰਗ ਰਹੀ ਹਾਂ, ਤਰਲੇ ਕਰ ਰਹੀ ਹਾਂ। ਮਤਲਬ ਇੱਕ ਚੀਨੀ ਦਾ ਮਤਲਬ ਕਰਕੇ ਮੈਨੂੰ ਮਤਲਬ ਟੌਰਚਰ ਕੀਤਾ ਗਿਆ ਕਿ ਤੂੰ 38 ਰੁਪਏ ਰੇਟ ਕਰਵਾ ਕੇ ਕਿਉਂ ਨਹੀਂ ਲੈ ਕੇ ਆਈ, ਤੂੰ 40 ਰੁਪਏ ਕਿਲੋ ਦੇ ਹਿਸਾਬ ਨਾਲ ਕਿਉਂ ਦੇ ਕੇ ਆਈ ਹੈ ਪੈਸੇ। ਠੀਕ ਹੈ, ਗੱਲਾਂ ਤਾਂ ਹੈ ਬਿਲਕੁਲ ਛੋਟੀਆਂ ਛੋਟੀਆਂ, ਪਰ ਬੰਦੇ ਨੂੰ ਜਿਵੇਂ ਮੈਂਟਲੀ ਟੌਰਚਰ ਕਰਨ ਵਾਸਤੇ ਨਾ 1-1 ਰੁਪਏ 2-2 ਰੁਪਏ ਪਿੱਛੇ, ਈਵਨ ਕਿ ਹਰ ਇੱਕ ਫੈਮਿਲੀ ਦੇ ਵਿੱਚ ਹਸਬੈਂਡ ਆਪਣੀ ਵਾਈਫ ਨੂੰ ਪੈਸੇ ਦਿੰਦੇ ਆ, ਐਸਟੀਮੇਟ ਲਾ ਕੇ ਇੰਨੇ ਪੈਸੇ ਉਹਦੇ ਦੇਣੇ, ਇੰਨੇ ਪੈਸੇ ਉਹਦੇ ਦੇਣੇ, ਆ ਬਾਕੀ 3-4 ਹਜ਼ਾਰ ਰੁਪਇਆ ਫਾਲਤੂ ਹੈ, ਸਬਜ਼ੀ ਭਾਜੀ ਦਾ ਜਿਵੇਂ ਕਰਨਾ ਉਹ ਕਰੀ। ਤੇ ਮੈਂ ਜੇ ਕਹਾਂ ਕਿ ਵੀ 200-300 ਰੁਪਏ ਦੀ ਸਬਜ਼ੀ ਆ ਗਈ ਹੈ, ਫਿਰ ਤੂੰ ਕਿਹੜੇ ਰੋਟੀ ਬਣਾਉਣੀ ਹੈ, ਤੂੰ ਕਿਹੜਾ ਸਬਜ਼ੀ ਬਣਾਉਣੀ ਹੈ, ਆ 200-300 ਰੁਪਇਆ ਕਿੱਥੇ ਲਾਇਆ, ਤੂੰ ਕੀ ਕੀਤਾ ਇਸਦਾ, ਇਹਦਾ ਹਿਸਾਬ ਦੇ। ਔਰ ਮੈਂ ਸਾਰਾ ਹਿਸਾਬ ਸਾਰਾ ਦੇ ਕੇ ਫੋਟੋਆਂ ਕਲਿੱਕ ਕਰਕੇ ਵੀ ਆਹ ਦੇਖੋ ਵਟਸਐਪ 'ਤੇ ਸਭ ਨਾਲ ਦੀ ਨਾਲ ਵੀ ਆਹ ਲੈ ਕੇ ਆਈ ਹਾਂ ਮੈਂ, ਆਹ ਸਬਜ਼ੀ ਆਈ ਆ, ਇਹ ਚੀਜ਼ ਇੱਦਾਂ ਆਈ ਹੈ, ਸਭ ਕੀਤਾ। ਔਰ 1 ਰੁਪਇਆ ਵੀ ਐਕਸਟਰਾ ਨਹੀਂ ਭੇਜਣਾ। ਮੇਰੇ ਕੋਲ ਰਿਕਾਰਡਿੰਗ ਪਈ ਹੈ ਜਿਸ ਦੇ ਵਿੱਚ ਖੁਦ ਮੈਨੂੰ ਐਸਟੀਮੇਟ ਲਗਾ ਕੇ ਨਾ 15,000 ਕੁਛ ਰੁਪਇਆ ਮਤਲਬ ਕਹਿ ਰਹੇ ਨੇ ਕਿ ਘਰ ਦਾ ਖਰਚਾ ਹੈ, ਪਰ ਮੈਂ ਤਾਂ ਇੰਨੇ ਦੇ ਨਹੀਂ ਸਕਦਾ, ਮੈਂ ਤਾਂ 10,000 ਭੇਜਾਂਗਾ, ਇਹਦੇ ਵਿੱਚੋਂ ਜਿਵੇਂ ਕਰਨਾ ਕਰ। ਮੈਂ ਕਿਹਾ ਵੀ ਜੇ ਹੁਣ 10,000 ਰੁਪਇਆ ਤੁਸੀਂ ਕਹਿ ਰਹੇ ਹੋ ਹੈ ਨਾ, ਵੀ ਫਿਰ ਮੈਨੂੰ ਤੁਸੀਂ ਦੱਸ ਦਿਓ ਵੀ ਕਿਸ ਦੇ ਦੇਣੇ ਨੇ, ਕਿਸ ਨੂੰ ਨਹੀਂ ਦੇਣੇ, ਮੈਂ ਉਸ ਹਿਸਾਬ ਨਾਲ ਚੱਲ ਪਾਂਗੀ। ਤੇ ਉਹ ਕਹਿੰਦੇ ਮੈਨੂੰ ਨਹੀਂ ਪਤਾ, ਮੈਨੂੰ ਨਹੀਂ ਪਤਾ, ਇਸ 'ਚੋਂ ਪੈਸੇ ਬਚਣੇ ਵੀ ਚਾਹੀਦੇ ਨੇ, ਤੂੰ ਪੈਸੇ ਜੋੜਦੀ ਨਹੀਂ। ਹੁਣ ਘਰ ਦਾ ਖਰਚਾ 15,000 ਰੁਪਇਆ ਤੁਸੀਂ ਬਿਲਕੁਲ ਗਿਣ ਕੇ ਕਰ ਰਹੇ ਹੋ ਵੀ ਇੰਨੀ ਫੀਸ ਟਿਊਸ਼ਨ ਦੀ ਹੈ, ਇੰਨਾ ਕਿਰਾਇਆ, ਇੰਨਾ ਦੁੱਧ ਦਾ, ਅਤੇ ਇਹ ਚੀਜ਼ ਤੁਸੀਂ ਬਣਾ ਕੇ ਹੈ ਨਾ ਫਿਰ ਤੁਸੀਂ ਮੈਨੂੰ 10,000 ਭੇਜ ਰਹੇ ਹੋ, ਅਤੇ 10,000 ਦੇ ਵਿੱਚੋਂ ਵੀ ਕਹਿ ਰਹੇ ਹੋ ਵੀ ਮੈਂ ਸੇਵਿੰਗ ਕਰਾਂ। ਇੰਨਾ ਕੁਛ ਸਿਰਫ ਇਸ ਕਰਕੇ ਕਿ ਤੁਸੀਂ 2 ਧੀਆਂ ਨੂੰ ਜਨਮ ਦਿੱਤਾ, ਪੁੱਤ ਨੂੰ ਨਹੀਂ ਦਿੱਤਾ। ਸਿਰਫ ਵੀ 2 ਧੀਆਂ ਨੂੰ ਜਨਮ ਦਿੱਤਾ ਹੈ, ਇਸੇ ਕਰਕੇ ਬਹਾਨੇ ਸਾਰੇ ਇਹਨਾਂ ਦੇ ਹੁੰਦੇ ਹੈ। 2017 ਦੇ ਵਿੱਚ ਮੈਂ ਫਿਰ ਦੁਬਾਰਾ 1 ਸਾਲ ਤੱਕ ਅਸੀਂ ਵੇਟ ਕੀਤੀ, ਜਦੋਂ ਇਹਨਾਂ ਨੇ ਕਿਹਾ 40,000 ਰੁਪਇਆ ਲੈ ਕੇ ਆ। ਇੱਥੇ ਸਾਡੇ ਹਾਊਸ ਨੰਬਰ 92 ਹੈ, ਉਹਦੇ ਵਿੱਚ ਮੈਂ ਮਕਾਨ ਦੇਖਿਆ। ਡੈਡੀ ਕਹਿੰਦੇ ਚੱਲ ਤੂੰ ਮਕਾਨ ਦੇਖ, ਨਹੀਂ ਆਂਦਾ ਨਾ ਸੀ। ਮੈਂ ਵੀ ਕਿਹਾ, ਮੈਂ ਕਿ ਡੈਡੀ ਉਹ ਤਾਂ ਇੱਦਾਂ ਡਿਮਾਂਡ ਕਰ ਰਹੇ ਨੇ ਪੈਸਿਆਂ ਦੀ। ਕਹਿੰਦੇ ਚੱਲ ਕੋਈ ਨਹੀਂ, ਤੂੰ ਮਕਾਨ ਦੇਖ ਕਿਰਾਏ 'ਤੇ, ਬੱਚਿਆਂ ਨੂੰ ਸਕੂਲ ਭੇਜ ਅਤੇ ਮੈਂ ਕਰਦਾ ਕੁਛ ਹੈ ਨਾ। ਚਲੋ ਡੈਡੀ ਨੇ ਖਰਚਾ ਦਿੱਤਾ, ਸਮਾਨ ਮੇਰਾ ਸਾਰਾ ਕੁਛ ਇੱਥੇ ਰੱਖ ਕੇ ਮੈਂ ਬੱਚਿਆਂ ਨੂੰ ਸਕੂਲ ਭੇਜਣਾ ਸ਼ੁਰੂ ਕਰਤਾ। ਔਰ ਉਹ ਮਕਾਨ ਦੇ ਵਿੱਚ ਅੰਕਲ ਨੂੰ ਕਿਹਾ ਇਹਨਾਂ ਨੇ ਕਿ ਮੈਂ ਮਕਾਨ ਲੈਣ ਆ ਰਿਹਾ, ਬਸ ਉसी ਦਿਨ ਜਿਵੇਂ ਇਹਨਾਂ ਨੇ ਕਹਿ ਤਾ ਅਤੇ ਉसी ਦਿਨ ਪੈਸੇ ਦੀ ਡਿਮਾਂਡ ਰੱਖਤੀ। ਫਿਰ ਮੈਨੂੰ ਡੈਡੀ ਮੇਰਾ ਸਾਰਾ ਸਮਾਨ ਛੱਡ ਕੇ ਇਸ ਘਰ ਦੇ ਵਿੱਚ, ਅਤੇ ਮੈਨੂੰ ਕਹਿੰਦੇ ਵੀ ਚੱਲ ਤੂੰ ਰਹੀ ਜਾ, ਨਾਲ ਤੇਰੀ ਮੰਮੀ ਤੇਰੇ ਰਹੀ ਜਾਂਦੀ ਹੈ। ਉਸ ਟਾਈਮ ਮੇਰੇ ਮੰਮੀ ਮੇਰੇ ਨਾਲ ਰਹੀ ਜਾ ਰਹੇ ਸੀਗੇ, ਅਤੇ ਮੈਂ ਮਤਲਬ ਉਸ ਘਰ ਦੇ ਵਿੱਚ ਰਹਿ ਰਹੀ ਸੀਗੀ। ਫਿਰ ਉਸ ਘਰ ਦੇ ਵਿੱਚੋਂ ਫਿਰ ਸਾਲ ਦੇਖਿਆ, ਡੈਡੀ ਨੇ ਵੇਟ ਕੀਤਾ ਵੀ ਇਹ ਤਾਂ ਆਇਆ ਹੀ ਨਹੀਂ। ਫਿਰ ਦੁਬਾਰਾ ਇੱਕ ਪਟਿਆਲੇ SSP ਸਰ ਕੋਲ ਕੰਪਲੇਨ ਕੀਤੀ, ਉਹ ਕੰਪਲੇਨ ਵੂਮਨ ਸੈੱਲ 'ਚ ਪਾਈ ਉਹਨਾਂ ਨੇ, ਅਤੇ ਉਹਦੇ ਵਿੱਚ ਪਾਈ। ਤਾਂ ਉੱਥੇ ਜਾ ਕੇ ਫਿਰ ਜਿਵੇਂ ਹੁਣ ਗਏ, ਇਹ ਕੀ ਕਰਦੇ ਸੀਗੇ, ਪਟਿਆਲੇ ਦੁੱਖ ਨਿਵਾਰਨ ਸਾਹਿਬ ਬੈਠ ਜਾਂਦੇ ਸੀ, ਆਪਣੇ ਡੈਡੀ ਨੂੰ ਵੂਮਨ ਸੈੱਲ ਦੇ ਬਾਹਰ ਗੇਟ 'ਤੇ ਛੱਡ ਕੇ ਆਪ ਦੁੱਖ ਨਿਵਾਰਨ ਸਾਹਿਬ 'ਚ ਬੈਠ ਜਾਣਾ। ਅਤੇ ਇਹਨਾਂ ਦੇ ਮਤਲਬ ਜਿਹੜੇ ਸਹੁਰਾ ਨੇ ਉਹ ਕਹਿੰਦੇ ਸਾਡਾ ਤਾਂ ਮੁੰਡੇ ਨੂੰ ਅਸੀਂ ਬੇਦਖਲ ਕੀਤਾ ਹੋਇਆ, ਇਹ ਜਾਣੇ ਅਤੇ ਉਹ ਜਾਣੇ, ਸਾਡਾ ਇਹਨਾਂ ਨਾਲ ਕੋਈ ਲੈਣ ਦੇਣ ਨਹੀਂ ਹੈਗਾ। ਫਿਰ ਮੇਰੇ ਕੋਲ ਕੋਈ ਜੋ ਵੀਡੀਓ ਸੀ ਉਹ ਮੈਂ ਦਿਖਾਈ ਹੈ ਨਾ, ਵੀ ਇਹ ਦੇਖੋ ਵੀ ਖੁਦ ਆਪਣਾ ਉਹਦੇ ਨਾਲ ਦੇ ਪਿੱਛੇ ਬੈਠ ਕੇ ਆਏ ਨੇ, ਅਤੇ ਇਹ ਬਾਹਰ ਉਤਰ ਗਏ ਨੇ, ਅਤੇ ਇਹ ਇੱਦਾਂ ਗੁਰਦੁਆਰੇ ਉੱਥੇ ਬੈਠੇ ਹੋਏ ਨੇ। ਫਿਰ ਮੈਡਮ ਨੇ ਜਦੋਂ ਕਿਹਾ ਵੀ ਹਾਂ ਕੋਈ ਨਹੀਂ, ਤੂੰ ਮਤਲਬ ਇਹਨਾਂ ਦੀ ਕੁੜੀਆਂ ਬਿਠਾ ਇਹਨੂੰ ਗੋਦੀ ਦੇ ਵਿੱਚ, ਵੀ ਦੇਖਾਂ ਮੈਂ ਕਿਵੇਂ ਇਹਨਾਂ ਨੂੰ ਮੋਹ ਨਹੀਂ ਆਉਂਦਾ ਹੈਗਾ, ਕਿਵੇਂ ਹੈ ਨਾ ਵੀ ਉਹ ਨਹੀਂ ਕਰਦੇ। ਉਹ ਜਦੋਂ ਮੈਡਮ ਨੇ ਗੋਦੀ 'ਚ ਮਤਲਬ ਮੈਨੂੰ ਕਿਹਾ, ਮੈਂ ਬਿਠਾਇਆ, ਉਹ ਨਾਲ ਦੀ ਨਾਲ ਸੁੱਟਤਾ, ਕਹਿੰਦੇ ਮੇਰੀ ਕੋਈ ਪੁੱਤਰੀ ਨਹੀਂ ਹੈਗੀ, ਮੇਰੀ ਕੁਛ ਨਹੀਂ ਲੱਗਦੀ ਇਹ। ਫਿਰ ਮੈਡਮ ਨੇ ਕੇਸ ਫਾਈਲ ਕਰਵਾਤਾ, ਕਹਿੰਦੇ ਕੋਈ ਨਹੀਂ ਕੇਸ ਫਾਈਲ ਕਰੋ, ਆਪੇ ਰੋਂਦੇ ਰਹਿਣਗੇ ਕੋਰਟ ਦੇ ਵਿੱਚ, ਦੇਖਦੇ ਰਹਿਣਗੇ ਇਹ। ਉਹ ਫਾਈਲ ਕਰਤਾ। ਫਿਰ ਮੁੜ ਕੇ ਦੁਬਾਰਾ 2018 ਦੇ ਵਿੱਚ 17 'ਚ ਫਿਰ ਖਰਚੇ ਦਾ ਕੇਸ ਵੀ ਪਾਇਆ ਮੈਂ। ਅਤੇ ਫਿਰ ਉਸ ਤੋਂ ਬਾਅਦ ਵਿੱਚ 18 ਦੇ ਵਿੱਚ ਕੀ ਹੋਇਆ ਸੀਗਾ ਕਿ ਡੈਡੀ ਮੇਰੇ ਦੀ ਬਹੁਤ ਤਬੀਅਤ ਖਰਾਬ ਹੋ ਗਈ, ਅਤੇ ਜਿੱਥੋਂ ਅਸੀਂ ਦੂਸਰੇ ਘਰ ਦੇ ਵਿੱਚ ਅਸੀਂ ਸ਼ਿਫਟ ਕਰ ਲਿਆ। ਇਹਨਾਂ ਨਾਲ ਕੁਛ ਮਤਲਬ ਸੀ ਕਿ 2 ਸਾਲ ਮੈਂ ਇਹਨਾਂ ਘਰ ਰਹੀ, ਅਤੇ 18 ਦੇ ਵਿੱਚ ਮੈਂ ਕਿਸੇ ਹੋਰ ਘਰ 'ਚ ਸ਼ਿਫਟ ਕੀਤਾ, ਅਤੇ ਰੈਂਟ 'ਤੇ ਹੀ। ਉੱਥੇ ਮੇਰੇ ਕੋਲ ਮਤਲਬ ਡੈਡੀ ਦੇ ਬਿਮਾਰ ਹੋਣ ਕਰਕੇ ਨਾ ਤਾਂ ਰੈਂਟ ਪੇ ਹੋ ਰਿਹਾ ਸੀਗਾ, ਨਾ ਬਿਜਲੀ ਦਾ ਬਿੱਲ ਪੇ ਹੋ ਰਿਹਾ ਸੀ, ਕੁਛ ਵੀ ਨਹੀਂ ਸੀ ਹੋ ਰਿਹਾ। ਅਤੇ ਉਹਨਾਂ ਨੇ ਘਰ ਲੋਕ ਲਾਤਾ ਸੀ, ਬਿਜਲੀ ਬੰਦ ਕਰਤੀ ਸੀਗੀ। ਮੇਰੇ ਕੋਲ ਕੋਈ ਰਸਤਾ ਨਹੀਂ ਸੀ, ਮੈਂ ਪਟਿਆਲੇ ਗਈ। ਪਟਿਆਲੇ ਡੈਡੀ ਬਹੁਤ ਬਿਮਾਰ ਸੀ, ਉਹ ਕਹਿੰਦੇ ਕਿ ਮੈਨੂੰ ਤੂੰ ਖੁਦ ਦੇਖ ਲੈ ਵੀ ਮੇਰੀ ਕੀ ਹਾਲਤ ਹੈਗੀ ਆ।
ਮੈਂ ਵੀ ਕੀ ਕਹਿੰਦੀ ਵੀ ਮੈਨੂੰ ਪੈਸੇ ਦੇਵੋ। ਇੱਕ ਜਿਹੜਾ ਬੰਦਾ ਖੁਦ ਹੀ ਹੋਰਾਂ 'ਤੇ ਡਿਪੈਂਡਡ ਹੋ ਜਾਏ ਉਹ ਮੈਨੂੰ ਕੀ ਦੇਊਗਾ। ਨਾਲੇ ਮੈਂ ਉਸ ਟਾਈਮ ਮੰਗਦੀ, ਮੈਨੂੰ ਵੀ ਸ਼ਰਮ ਆ ਰਹੀ ਸੀ ਵੀ ਮੈਂ ਕਿੱਦਾਂ ਮੰਗਾਂ। ਇਹੋ ਜਿਹੇ ਹਾਲਾਤ ਸੀ, ਚੁੱਪ ਕਰਕੇ ਕਿਸੇ ਦੁਕਾਨ ਤੋਂ, ਮੈਂ ਸਾਡੇ ਪੜੋਸ ਦੇ ਵਿੱਚ ਹੀ ਕੋਈ ਦੁਕਾਨ ਸੀ, ਉਹਦੇ ਤੋਂ ਮੈਂ 50 ਰੁਪਏ ਲੈ ਕੇ ਮੈਂ ਇੱਥੇ ਗੰਡਾ ਖੇੜੀ ਤੱਕ ਆਈ। ਉਸ ਟਾਈਮ ਮੈਂ ਡਿਸਾਈਡ ਕਰ ਲਿਆ ਸੀਗਾ ਕਿ ਮੈਂ ਬੱਚਿਆਂ ਨੂੰ ਲੈ ਕੇ ਸੁਸਾਈਡ ਕਰ ਲੈਣੀ ਆ, ਕਿ ਮਤਲਬ ਇੰਨੀ ਕੁ ਦੇਰ ਤੱਕ ਮੈਂ ਵੀ ਉਹ ਵੀ ਨਾ ਪੁੱਛਣ ਅਤੇ ਮੈਂ ਕਿੱਧਰਲੇ ਪਾਸੇ ਜਾਵਾਂ। ਬੱਚਿਆਂ ਨੂੰ ਲੈ ਕੇ ਮੇਰੇ ਕੋਲ ਠਿਕਾਣਾ ਨਹੀਂ, ਰਹਿਣ ਲਈ ਜਗ੍ਹਾ ਨਹੀਂ, ਹੈ ਨਾ। ਅਤੇ ਉਹ ਚੀਜ਼ ਕਰਕੇ ਮੈਂ ਸੋਚ ਲਿਆ। ਫਿਰ ਉੱਥੇ ਉਹ ਪੁਲਿਸ ਨੇ ਮਤਲਬ ਕਰ ਲਿਆ ਅਤੇ ਗੰਡਾ ਖੇੜੀ ਥਾਣੇ 'ਚ ਰੱਖਿਆ ਸਾਰਾ ਦਿਨ। ਫਿਰ ਇੱਧਰੋਂ ਸਿਟੀ ਥਾਣੇ ਦੇ ਵਿੱਚੋਂ ਜਿਹੜੇ ਪੁਲਿਸ ਵਾਲੇ ਸੀਗੇ, ਉਸ ਟਾਈਮ ਇੱਕ SHO ਸੀਗੇ, ਗੁਰਸ਼ਰਨ, ਪਤਾ ਨਹੀਂ ਗੁਰਚਰਨ ਇੱਦਾਂ ਨਾਮ ਸੀ ਉਹਨਾਂ ਦਾ। ਉਹਨਾਂ ਨੇ ਮੈਨੂੰ ਕਾਫੀ ਮਤਲਬ ਸਪੋਰਟ ਕੀਤੀ, ਕਹਿੰਦੇ ਕੋਈ ਗੱਲ ਨਹੀਂ, ਟੈਨਸ਼ਨ ਨਹੀਂ ਲੈਣੀ। ਹਸਬੈਂਡ ਨੂੰ ਬੁਲਾ ਕੇ ਫਿਰ ਸਾਡਾ 2018 'ਚ ਕੰਪਰੋਮਾਈਜ਼ ਹੋਇਆ। ਉਸ ਕੰਪਰੋਮਾਈਜ਼ ਤੋਂ ਬਾਅਦ ਅਸੀਂ 215 ਹਾਊਸ ਨੰਬਰ 'ਚ ਰਹੇ। ਉਸ ਪਹਿਲਾਂ ਤਾਂ ਕੰਪਰੋਮਾਈਜ਼ ਲਿਖਿਆ ਗਿਆ ਸੀਗਾ ਕਿ ਇਹ ਛੋਟੀ ਨੂੰ ਪਿੰਡ ਵਾਲੇ ਘਰ 'ਚ ਰਹੂਗੀ। ਮੈਨੂੰ ਡੈਡੀ ਮੇਰੇ ਪਿੰਡ ਛੱਡ ਕੇ ਵੀ ਆਏ, ਬਟ ਇਹਨਾਂ ਨੇ, ਸੱਸ ਨੇ, ਸਹੁਰੇ ਨੇ ਅਤੇ ਹਸਬੈਂਡ ਨੇ ਪੂਰਾ ਵਿਸ਼ਵਾਸ ਦਿਵਾਇਆ ਵੀ ਤੈਨੂੰ ਅਸੀਂ ਉੱਥੇ ਕੋਈ ਦਿੱਕਤ ਨਹੀਂ ਆਉਣ ਦਿੰਦੇ, ਵੀ ਕੁੜੀ 9ਵੀਂ 'ਚ ਪੜ੍ਹਦੀ ਆ ਅਤੇ ਇੱਥੇ ਇਹਦੀ ਟਿਊਸ਼ਨਾਂ ਵਗੈਰਾ ਹੁੰਦੀਆਂ ਨੇ ਅਤੇ ਪਿੰਡੋਂ ਸ਼ਹਿਰ 'ਚ ਆਉਣਾ ਮੁਸ਼ਕਿਲ ਹੁੰਦਾ, ਵੀ ਚੱਲ ਤੁਸੀਂ ਉੱਥੇ ਰਹੋ, ਵੀ ਅਸੀਂ ਨਾਲ ਆ ਤੇਰੇ। ਅਤੇ ਇਹਨਾਂ ਦੇ ਫਿਰ ਕਹਿਣ 'ਤੇ ਇੱਥੇ ਸ਼ਿਫਟ ਕੀਤਾ। ਹਸਬੈਂਡ ਨੇ ਮਕਾਨ ਦੇਖਿਆ, ਸਾਰਾ ਕੁਛ, 215 ਹਾਊਸ 'ਚ ਰਹੇ। ਉੱਥੇ ਅਸੀਂ ਜਿਵੇਂ ਰਹੇ ਹਾਂ ਅਤੇ ਮੁੜ ਕੇ ਫਿਰ 6 ਕੁ ਮਹੀਨੇ ਤਾਂ ਮਤਲਬ ਸਹੀ ਰਹੇ, 5-6 ਮਹੀਨੇ, ਅਤੇ ਜਨਵਰੀ ਦੇ ਵਿੱਚ ਫਿਰ ਤੰਗ ਕਰਨਾ ਸ਼ੁਰੂ ਕਰਤਾ। ਜਨਵਰੀ, ਫਰਵਰੀ ਕੋਈ ਪੈਸਾ ਨਹੀਂ ਭੇਜਿਆ। ਮੈਂ ਬਾਰ-ਬਾਰ ਸੱਸ ਨੂੰ, ਸਹੁਰੇ ਨੂੰ ਅਤੇ ਹਸਬੈਂਡ ਨੂੰ ਫ਼ੋਨ ਕਰਦੀ ਰਹੀ। ਅਤੇ ਫਿਰ ਉਸ ਤੋਂ ਬਾਅਦ ਵਿੱਚ ਜਦੋਂ ਮੈਂ ਇਹਨਾਂ ਨੂੰ ਕਿਹਾ, ਇਹਨਾਂ ਨੇ ਪੈਸੇ ਦੇਣ ਤੋਂ ਮਨਾ ਕਰਤਾ। ਕਹਿੰਦੇ ਆਪਣੇ ਪਿਓ ਤੋਂ ਲੈ ਕੇ ਆ ਫੀਸਾਂ ਦੀ, ਅਸੀਂ ਕੋਈ ਪੈਸਾ ਨਹੀਂ ਦੇਣਾ। ਸੱਸ ਦੇ ਵਰਡ ਸੀ, ਕਹਿੰਦੇ ਸੀ ਆਪਣੇ ਪਿਓ ਨੂੰ ਕਹਿ, ਹਾਂ ਹੁਣ ਕਢਵਾਏ ਟਾਈਮ, ਜੇ ਤੇਰੇ ਪਹਿਲਾਂ ਤੂੰ ਕਹਿੰਦੀ ਆ ਵੀ ਮੇਰਾ ਪਿਓ ਕਰਦਾ ਰਿਹਾ ਤਾਂ ਹੁਣ ਕਰ। ਮੈਂ ਖੁਦ ਕਿਹਾ, ਮੈਂ ਕਿਹਾ ਵੀ ਪਿਓ ਕਿੰਨੀ ਕੁ ਦੇਰ ਤੱਕ ਕਰੇਗਾ, ਵੀ ਕਹਿੰਦੇ ਫਿਰ ਹਾਂ ਉਹੀ ਤਾਂ ਹੈ ਨਾ, ਵੀ ਕਿੰਨੀ ਕੁ ਦੇਰ ਤੱਕ ਕਰੇਗਾ, ਵੀ ਤੁਸੀਂ ਵੀ ਜਿਸ ਤਰ੍ਹਾਂ ਤੇਰਾ ਘਰ ਵਾਲਾ ਕਹਿੰਦਾ ਤੂੰ ਉਸ ਤਰ੍ਹਾਂ ਕਰ। ਮੈਂ ਕਿਹਾ ਵੀ ਮੈਂ ਤਾਂ ਉਸ ਤਰ੍ਹਾਂ ਹੀ ਕਰ ਰਹੀ ਹਾਂ। ਮੈਂ ਹੁਣ ਵੀ ਕਿਰਾਏ 'ਤੇ ਬੱਚਿਆਂ ਨੂੰ ਲੈ ਕੇ ਜਿੱਥੇ ਤੁਸੀਂ ਬਿਠਾਇਆ ਉਹੀ ਘਰ ਦੇ ਵਿੱਚ ਬੱਚੇ ਪਾਲ ਰਹੀ ਹਾਂ। ਮੈਂ ਘਰ ਪੈਰ ਪੱਟਿਆ ਨਹੀਂ, ਕੋਈ ਮੈਂ ਕਿਤੇ ਹੋਰ ਇੱਧਰ ਉੱਧਰ ਨਹੀਂ ਗਈ, ਉੱਥੇ ਹੀ ਜਿੱਥੇ ਬਿਠਾ ਕੇ ਤੁਸੀਂ ਗਏ ਹੋ ਉਸੀ ਘਰ 'ਚ ਬੱਚਿਆਂ ਨੂੰ ਰਹਿ ਕੇ ਪਾਲ ਰਹੀ ਹਾਂ। ਉਸ ਟਾਈਮ ਮੇਰੇ ਘਰ 'ਚ ਆਟਾ ਨਹੀਂ ਸੀ, ਕੁਛ ਨਹੀਂ ਸੀ। ਇਹਨਾਂ ਦੇ ਤਰਲੇ ਮਿੰਨਤਾਂ ਕਰਦੀ ਰਹੀ, ਕਿਸੇ ਨੇ ਨਹੀਂ ਸੁਣਿਆ। ਪੜੋਸ ਦੇ ਵਿੱਚ ਜਿਵੇਂ ਬੱਚੇ ਬਾਹਰ ਖੇਡਦੇ ਆ, ਛੋਟੀ ਬੇਟੀ ਮੇਰੀ ਥੋੜ੍ਹੀ ਹੈ ਸ਼ਰਾਰਤਨ ਜੀ, ਵੀ ਕਹਿ ਦਿੰਦੀ ਹੈ ਕਿ ਬਾਹਰ ਜਾਣਾ, ਹੈ ਨਾ। ਉਹ ਬਾਹਰ ਖੇਡ ਰਹੇ ਸੀਗੇ, ਪੜੋਸ ਦੇ ਵਿੱਚ ਉਹਨਾਂ ਨੇ ਬੁਲਾਇਆ ਵੀ ਇੱਧਰ ਆ ਬੇਟਾ, ਵੀ ਹੈ ਨਾ, ਵੀ ਜਿਵੇਂ ਦਾ ਨਾਮ ਲੈ ਕੇ ਬੁਲਾਇਆ। ਅਤੇ ਉਹ ਕਹਿੰਦੇ ਰੋਟੀ ਖਾ ਆਈ, ਨੋਰਮਲੀ ਵੇ 'ਚ ਜਿਵੇਂ ਪੁੱਛਦੇ ਆ। ਇਹ ਕਹਿੰਦੀ ਮੰਮਾ ਨੇ ਬਣਾਈ ਨਹੀਂ ਰੋਟੀ। ਉਹ ਕਹਿੰਦੇ ਕਿਉਂ ਨਹੀਂ ਬਣਾਈ ਹੈਗੀ। ਫਿਰ ਵੱਡੀ ਬੇਟੀ ਨਾਲੇ ਰੋਣ ਲੱਗ ਗਈ, ਨਾਲੇ ਉਸਨੇ ਦੱਸਿਆ ਵੀ ਇੱਦਾਂ ਕਰਕੇ ਅਸੀਂ ਪ੍ਰੋਬਲਮ 'ਚ ਆ ਅਤੇ ਹੈ ਨਹੀਂ ਆਟਾ ਵਗੈਰਾ ਕੁਛ, ਚਾਵਲ ਬਣਾਏ ਸੀਗੇ ਬਸ ਉਹ ਖਾ ਲਏ। ਉਹਨਾਂ ਨੇ ਵਿਚਾਰਿਆਂ ਨੇ ਆਟਾ ਦਿੱਤਾ, ਆਲੂ, ਪਿਆਜ਼, ਦਾਲਾਂ ਦਿੱਤੀਆਂ ਵੀ ਆਹ ਲੈ ਫੜ ਬੱਚਿਆਂ ਨੂੰ ਬਣਾ ਕੇ ਖਵਾ। ਅਤੇ ਇਹਨਾਂ ਨੂੰ ਆਪ ਉਸੀ ਟਾਈਮ ਬਿਠਾ ਕੇ ਰੋਟੀ ਖਵਾਈ। ਅਤੇ ਇਹ ਮਤਲਬ ਪੂਰਾ ਉਹਨਾਂ ਨੇ ਸਾਡਾ ਜਿਵੇਂ ਕਰਦੇ ਰਹੇ, ਜਿੰਨਾ ਵੀ ਥੋੜ੍ਹਾ ਬਹੁਤਾ ਸੀ ਨਾ, ਜਿੰਨੀ ਦੇਰ ਤੱਕ ਇਹਨਾਂ ਨੇ ਨਹੀਂ ਮੈਨੂੰ ਪੈਸੇ ਭੇਜੇ, ਨਹੀਂ ਕੁਛ ਕੀਤਾ, ਉਨੀ ਦੇਰ ਤੱਕ ਉਹ ਕਰਦੇ ਰਹੇ। ਉਹ ਆਂਟੀ ਵਿਚਾਰੇ ਉਹ ਇੰਨੇ ਨਾਈਸ ਸੀ, ਉਹਨਾਂ ਨੇ ਮਤਲਬ ਸ਼ੁਕਰ ਕੀਤਾ ਵੀ ਚੱਲ ਤੈਨੂੰ ਪੈਸੇ ਭੇਜੇ ਹੈ, ਹੁਣ ਤੂੰ ਆਪਣਾ ਖਰਚਾ ਕਰ। ਇਸ ਤਰੀਕੇ ਦਾ ਟਾਈਮ ਅਸੀਂ ਉੱਥੇ ਘਰ ਦੇ ਵਿੱਚ ਕੱਢਿਆ। ਸਹੁਰੇ ਪਰਿਵਾਰ ਦੇ ਵਿੱਚੋਂ ਕੋਈ ਵੀ ਇੱਦਾਂ ਦਾ ਸ਼ਖਸ ਨਹੀਂ ਸੀ ਜੋ ਤੁਹਾਡੇ ਹੱਕ ਦੇ ਵਿੱਚ ਖੜਾ ਹੁੰਦਾ, ਤੁਹਾਡੀ ਸਪੋਰਟ, ਕਿਉਂਕਿ ਉਹਨਾਂ ਦੀਆਂ ਵੀ ਧੀਆਂ ਨੇ। ਉਹਨਾਂ ਨੂੰ ਕਦੀ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ ਕਿ ਜੇ ਇਹੀ ਕੁਛ ਸਾਡੀ ਧੀ ਦੇ ਨਾਲ ਹੋਵੇ? ਜਦੋਂ ਤੱਕ ਤਾਂ ਛੋਟੀ ਬੇਟੀ ਦਾ ਬਰਥ ਨਹੀਂ ਸੀ ਹੋਇਆ, ਉਸ ਟਾਈਮ ਤੱਕ ਨਨਾਣ ਅਤੇ ਨੰਦੋਈਆ ਮੈਨੂੰ ਸਪੋਰਟ ਕਰ ਰਹੇ ਸੀ। ਜਿਸ ਦਿਨ ਬੇਟੀ ਹੋ ਗਈ ਹੈ ਉਸ ਦਿਨ ਨਨਾਣ ਅਤੇ ਨੰਦੋਈਏ ਇਹਨਾਂ ਦੋਨਾਂ ਦਾ ਵੀ ਮੂੰਹ ਹੋਰ ਹੋ ਗਿਆ। ਪਹਿਲਾਂ ਵੀ ਇਹਨਾਂ ਨੇ ਅਬੋਰਸ਼ਨ ਕਰਵਾਉਣ ਵਿੱਚ ਪੂਰੀ ਉਹਨਾਂ ਦੀ ਹੈਲਪ ਕਰਵਾਈ, ਠੀਕ ਹੈ, ਜ਼ਬਰਦਸਤੀ ਮੈਨੂੰ ਲੈ ਕੇ ਗਏ ਐਵੇਂ ਕਰਕੇ। ਅਤੇ ਫਿਰ ਉਸ ਤੋਂ ਬਾਅਦ ਵਿੱਚ ਜਦੋਂ ਬੇਟੀ ਦਾ ਬਰਥ ਹੋਇਆ, ਉਸ ਤੋਂ ਬਾਅਦ ਇਹਨਾਂ ਨੇ ਵੀ ਕੋਈ ਕੁਛ ਨਹੀਂ ਕੀਤਾ ਹੈਗਾ ਵੀ ਹਾਂ, ਮਤਲਬ ਭਰਾ ਨੂੰ ਸਮਝਾਉਣ ਦੀ ਬਜਾਏ ਨਾ ਉਹਨਾਂ ਨੂੰ ਉਲਟਾ ਰਸਤੇ 'ਤੇ ਹੀ ਪਾਉਂਦੇ ਰਹੇ। ਅਤੇ ਮੈਨੂੰ ਕਹਿੰਦੇ ਰਹਿੰਦੇ ਸੀਗੇ ਵੀ ਹਾਂ ਮਤਲਬ ਅਸੀਂ ਸਮਝਾਉਂਦੇ ਹਾਂ, ਅਸੀਂ ਕਰਦੇ ਹਾਂ, ਪਰ ਕਦੀ ਉਹਨਾਂ ਨੇ ਕੋਈ ਸਪੋਰਟ ਨਹੀਂ ਕੀਤੀ। ਸੱਸ ਦੇ ਮੈਂ ਤਰਲੇ ਕਰ ਰਹੀ ਹਾਂ, ਸੱਸ ਕਹੀ ਜਾ ਰਹੀ ਹੈ ਕਿ ਜੋ ਜੇਠ ਦਾ ਮੁੰਡਾ ਉਹਦੇ ਨਾਲ ਤੂੰ ਆਪਣੀਆਂ ਕੁੜੀਆਂ ਨੂੰ ਕੰਪੇਅਰ ਨਹੀਂ ਕਰ ਸਕਦੀ, ਉਹਨੂੰ ਅਸੀਂ ਪੜ੍ਹਾਵਾਂਗੇ, ਕਰਾਂਗੇ, ਉਹ ਅਸੀਂ ਆਪਣਾ ਖਰਚਾ ਉਸ 'ਤੇ ਕਰ ਸਕਦੇ ਹਾਂ, ਪਰ ਤੁਸੀਂ ਆਪਣਾ ਖਰਚਾ ਆਪ ਕਰੋ। ਫਿਰ ਮੈਂ ਉਹਨਾਂ ਨੂੰ ਕਹਿ ਰਹੀ ਹਾਂ ਵੀ ਤੁਸੀਂ ਆਪਣੇ ਮੁੰਡੇ ਨੂੰ ਤਾਂ ਸਮਝਾਓ ਨਾ। ਅਤੇ ਉਹ ਕਹਿੰਦੇ ਕਿ ਸਾਨੂੰ ਨਹੀਂ ਪਤਾ ਹੈਗਾ,
ਵੀ ਕੀ ਹੈ ਕੀ ਨਹੀਂ। ਇੱਕ ਪਾਸੇ ਇਹੀ ਕਹੀ ਜਾਂਦੇ ਸੀ ਸਾਡੀ ਉਹਦੇ ਨਾਲ ਗੱਲ ਨਹੀਂ ਹੁੰਦੀ, ਦੂਜੇ ਪਾਸੇ ਕਹੀ ਜਾਂਦੇ ਹੈ ਕਿ ਸਾਨੂੰ ਉਹ ਕਹਿੰਦਾ ਹੈ ਕਿ ਮੇਰੇ ਤੋਂ ਇੰਨਾ ਖਰਚਾ ਨਹੀਂ ਚੱਕਿਆ ਜਾਂਦਾ। ਹੁਣ ਇਹਨਾਂ ਦਾ ਵਿਚਲਾ ਸਾਰਾ ਇਹ ਆਪਸ 'ਚ ਮਿਕਸ ਹੋਏ ਪਏ ਨੇ। ਬਸ ਇਹ ਕਿ ਹਾਂ ਵੀ ਮੁੰਡਾ ਦਾ ਵਿਆਹ ਹੋ ਜਾਏਗਾ ਅਤੇ ਅੱਗੋਂ ਮਤਲਬ ਜਿਹੜੀ ਵਿਆਹੀ ਆਊਗੀ ਅਤੇ ਉੱਥੇ ਮੁੰਡਾ ਹੋ ਜਾਏਗਾ। ਬਸ ਇਹੀ ਇਹਨਾਂ ਦੇ ਦਿਮਾਗ ਦੇ ਵਿੱਚ ਹੈਗਾ। ਅਤੇ ਉਸ ਤੋਂ ਬਾਅਦ ਜਿੰਨਾ ਵੀ ਮੈਂ ਔਰ ਮੇਰੀ ਬੇਟੀ ਨੇ ਸਹਿਣ ਕੀਤਾ, ਵੱਡੀ ਨੇ, ਮੈਨੂੰ ਮਤਲਬ ਕਈ ਵਾਰੀ ਦਿਲ 'ਚ ਆਉਂਦਾ ਹੈ ਕਿ ਬੰਦਾ ਐਸੀ ਜ਼ਿੰਦਗੀ ਤੋਂ ਤਾਂ ਬੰਦਾ ਮਰ ਜਾਵੇ, ਹੈ ਨਾ। ਵੀ ਮੇਰੇ ਬਿਨਾਂ ਬੱਚਾ ਦਾ ਵੀ ਕੋਈ ਨਹੀਂ ਹੈ। ਔਰ ਜੇ ਮੈਨੂੰ ਫਿਰ ਮੈਂ ਸੋਚਦੀ ਹਾਂ ਜੇ ਮੈਨੂੰ ਕੁਛ ਹੋ ਗਿਆ, ਬੱਚੇ ਕਿੱਥੇ ਜਾਣਗੇ, ਰੁੱਲ ਜਾਣਗੇ। ਉਹ ਨਰਕ ਦੀ ਜ਼ਿੰਦਗੀ ਨਾਲੋਂ ਹੁਣ ਚਾਹੇ ਮੈਂ ਕਿਸੇ ਤੋਂ ਮੰਗ ਕੇ ਜਾਂ ਕਿੱਦਾਂ ਇਹਨਾਂ ਦਾ ਪੇਟ ਭਰ ਰਹੀ ਹਾਂ, ਪਰ ਫਿਰ ਵੀ ਇਹਨਾਂ ਦੀ ਜਿਵੇਂ ਮਰਜ਼ੀ ਹੈ, ਮੈਂ ਖੁਆਇਸ਼ਾਂ ਪੂਰੀਆਂ ਹੌਲੀ ਹੌਲੀ ਕਰੀ ਜਾ ਰਹੀ ਹਾਂ ਵੀ ਜਿੱਦਾਂ ਵੀ ਹੈ ਮੈਂ ਮਤਲਬ ਮੈਨੂੰ ਹੈ ਕਿ ਕਿਤੇ ਇਹਨਾਂ ਦੀ ਲਾਈਫ ਬੈਟਰ ਹੋ ਜਾਏ। ਹੁਣ 10ਵੀਂ ਦੇ ਜਦੋਂ ਪੇਪਰ ਸੀਗੇ, ਇੰਨਾ ਇਸ ਨੂੰ ਮਤਲਬ ਟੌਰਚਰ ਕੀਤਾ, ਮਾਰਿਆ ਕੁੱਟਿਆ। ਫਿਰ ਬੇਟੀ ਜਿਵੇਂ ਇਹਨੇ ਵੱਡੀ ਬੇਟੀ ਨੇ ਛੋਟੀ ਬੇਟੀ ਨੂੰ ਗੋਦੀ ਚੱਕਿਆ ਹੋਇਆ ਸੀ, ਸਕੂਲ ਛੱਡਣ ਜਾ ਰਹੀ ਸੀਗੀ, ਪੌੜੀਆਂ 'ਤੇ ਸੀ, ਹਸਬੈਂਡ ਨੇ ਸਿੱਧਾ ਹੀ ਐਂ ਫੜ ਕੇ ਮਤਲਬ ਆਹ ਚੀਜ਼ ਇਸਦਾ ਸਿਰ ਫੜਿਆ ਗੁੱਤ ਤੋਂ, ਐਂ ਕਰਕੇ ਦੀਵਾਰ ਨਾਲ ਪਟਕ ਗਿਆ। ਇਹ ਇੱਕਦਮ ਐਂ ਹੋ ਗਈ, ਬੇਟੀ ਹੱਥੋਂ ਗਿਰ ਰਹੀ ਸੀਗੀ, ਬੇਟੀ ਨੂੰ ਚੱਕ ਕੇ ਆਪ ਲੈ ਗਿਆ। ਅਤੇ ਇੱਦਾਂ ਮਤਲਬ ਟੌਰਚਰ ਕਰਦੇ ਰਹੇ। ਫਿਰ ਮੰਮੀ ਦੀ ਡੈਥ ਹੋਈ ਹੈ ਤਾਂ ਇਹਨਾਂ ਨੇ ਮੈਨੂੰ ਕੋਈ ਖਰਚਾ ਨਹੀਂ, ਕੋਈ ਕੁਛ ਨਹੀਂ। ਮੈਂ ਮਕਾਨ ਮਾਲਕਾਂ ਤੋਂ 500 ਰੁਪਇਆ ਮੰਗ ਕੇ ਮੈਂ ਉੱਥੇ ਗਈ ਹਾਂ। ਨਹੀਂ ਤਾਂ ਮਤਲਬ ਬੰਦਾ ਨਾਲ ਸਪੋਰਟ ਕਰਦਾ ਉਸ ਮਤਲਬ ਮੈਨੂੰ ਇਹ ਹੁੰਦਾ ਨਾ ਕਿ ਜਿੰਨਾ ਮੇਰੇ 'ਤੇ ਦੁੱਖ, ਮਾਂ ਬਾਪ ਤੋਂ ਉੱਪਰ ਕੁਛ ਨਹੀਂ ਹੈ। ਜਦ ਮਾਂ ਮਰੀ ਤਾਂ ਨਹੀਂ ਮੇਰਾ ਕੋਈ ਨੇੜੇ ਆਇਆ, ਪਿਓ ਮਰਿਆ ਤਾਂ ਕੰਬਲ ਲੈ ਕੇ ਸੋ ਗਏ ਕਿ ਮੈਨੂੰ ਨਹੀਂ ਪਤਾ ਵੀ ਹਾਂ ਮੈਂ ਇਹ ਨਹੀਂ ਜਾਣਦਾ। ਜੇ ਘਰ ਦੇ ਵਿੱਚ ਮਾਂ ਦੇ ਟਾਈਮ ਮੈਂ ਪ੍ਰੈਜ਼ੈਂਟ ਨਹੀਂ ਸੀ, ਇੱਥੇ ਡਿਊਟੀ 'ਤੇ ਸੀ, ਪਿਓ ਦੇ ਟਾਈਮ ਦੇ ਵਿੱਚ ਹੀ ਕੰਬਲ ਲੈ ਕੇ ਲੇਟੇ ਹੋਏ ਹੋ ਤੁਸੀਂ। ਕਿਸੇ ਦੇ ਵੀ ਪੜੋਸ ਦੇ ਵਿੱਚ ਵੀ ਕੋਈ ਮਰ ਜੇ ਬੰਦਾ ਖੜਾ ਹੋ ਜਾਂਦਾ ਵੀ ਕੀ ਹੋ ਗਿਆ। ਉਹਦਾ ਪਿਓ ਸੀ ਮੇਰਾ। 3 ਮਹੀਨੇ ਕੋਮਾ 'ਚ ਰਹੇ ਨੇ ਡੈਡੀ ਮੇਰੇ, ਠੀਕ ਹੈ। ਅਸੀਂ ਮਤਲਬ ਮੈਂ ਬੱਚਿਆਂ ਨੂੰ ਲੈ ਕੇ ਜਾਂਦੀ ਸੀ, ਪਤਾ ਲੈਣ ਜਾਂਦੀ ਸੀਗੀ। ਅਤੇ ਫਿਰ ਜਿਵੇਂ ਕਈ ਵਾਰੀ ਉਹਨਾਂ ਦੀ ਪਹਿਲਾਂ ਲੱਤ ਟੁੱਟੀ, ਮਤਲਬ ਉਹਨਾਂ ਦੀ ਇੱਕ ਆਦਤ ਸੀਗੀ ਕਿ ਉਹ ਘਰ 'ਚ ਟਿਕ ਕੇ ਨਹੀਂ ਸੀ ਬੈਠਦੇ। ਮਾੜਾ ਜਿਹਾ ਬਸ ਉੱਠੇ, ਠੀਕ ਹੋਏ, ਉਹਨਾਂ ਨੇ ਫਿਰ ਐਕਟਿਵਾ ਲੈ ਕੇ ਚਲੇ ਜਾਣਾ। ਅਤੇ ਇਹ ਬੰਦਾ ਕਹਿੰਦਾ ਕਿ ਬੁੱਢੇ ਨੂੰ ਕੀ ਹੋਇਆ, ਐਕਟਿਵਾ ਲੈ ਕੇ ਤੁਰਦਾ ਫਿਰਦਾ, ਉਹਨੂੰ ਕੀ ਹੋਇਆ। ਬੇਟੀ ਦੇ ਸਾਹਮਣੇ ਗਾਲਾਂ ਕੱਢੀਆਂ ਮੇਰੇ ਡੈਡੀ ਨੂੰ, ਬੜਾ ਕੁਛ ਬੋਲੇ। ਅਸੀਂ ਚੁੱਪ ਕਰਕੇ ਬਸ ਕੋੜਾ ਕੁੱਟ ਭਰ ਕੇ ਨਾ ਸਬਰ ਦਾ ਚੁੱਪ ਕਰਕੇ ਰੋਟੀ ਬਣਾਈ ਜਾਣੀ, ਕਦੀ ਕੁਛ ਕੰਮ ਕਰਦਾ ਕਰੀ ਜਾਣਾ। ਅਸੀਂ ਕਦੀ ਇਹ ਨਹੀਂ ਕਿਹਾ ਵੀ ਤੂੰ ਕਿਉਂ ਬੋਲ ਰਿਹਾ, ਕਿਉਂ ਗਾਲਾਂ ਕੱਢ ਰਿਹਾ, ਚੁੱਪ ਕਰਕੇ ਸੁਣ ਲੈਂਦੇ ਸੀਗੇ ਅਸੀਂ। ਅਤੇ ਹੁਣ ਮਤਲਬ ਮੈਂ ਜਦੋਂ ਮਨੀਸ਼ਾ ਗੁਲਾਟੀ ਮੈਮ ਨੂੰ ਹੁਣ ਕੰਪਲੇਂਟ ਪਾਈ ਹੈ ਤਾਂ ਹੁਣ ਕਹਿੰਦੇ ਕਿ ਮੇਰਾ ਪਿਓ ਬਿਮਾਰ ਹੈ ਅਤੇ ਵੀ ਇਹਨੇ ਸਾਡੇ 'ਤੇ ਝੂਠੀਆਂ ਕੰਪਲੇਨਾਂ ਪਾਈਆਂ ਨੇ। ਕਹਿਣਾ ਤਾਂ ਨਹੀਂ ਚਾਹੀਦਾ ਪਰ ਜਿਹੜੀਆਂ ਆਂਦਰਾਂ ਨੇ, ਹੈ ਨਾ, ਪਿਓ ਮੇਰਾ ਬਿਮਾਰ ਸੀ, ਕੋਮਾ 'ਚ ਸੀ, ਮੇਰੇ ਭਰਾਵਾਂ ਨੇ ਜਿਹੜੀ ਸੇਵਾ ਕੀਤੀ ਆ, ਸਾਰਾ ਕੁਛ ਕੀਤਾ। ਅਤੇ ਹੁਣ ਉਸ ਟਾਈਮ ਮੇਰਾ ਦਰਦ ਕਿਸੇ ਨੇ ਨਹੀਂ ਸਮਝਿਆ ਵੀ ਹਾਂ ਵੀ ਇਹ ਕਿੰਨਾ ਮਤਲਬ, ਹੈ ਨਾ। ਅਤੇ ਉਹ ਚੀਜ਼ ਨਹੀਂ ਸਮਝਿਆ, ਆਪਣੇ ਬੱਚਿਆਂ ਦਾ ਦਰਦ ਨਹੀਂ ਸਮਝਿਆ, ਵੱਡੀ ਬੇਟੀ ਨੂੰ ਕਦੀ ਬੇਟੀ ਨਹੀਂ ਸਮਝਿਆ ਇਸ ਇਨਸਾਨ ਨੇ। ਵੀ ਕਦੀ ਕੁਛ ਇਹ ਨਹੀਂ ਕਿਹਾ ਹੈਗਾ ਵੀ ਚੱਲ ਮੈਂ ਆਪਣੇ ਬੱਚਿਆਂ ਕਰਕੇ ਕਰਾਂ। ਜੀ ਤੁਹਾਨੂੰ ਠੀਕ ਹੈ, ਮਾਂ ਬਾਪ ਦੀ ਤੁਹਾਨੂੰ ਹਰ ਇੱਕ ਬੰਦੇ ਨੂੰ ਟੈਨਸ਼ਨ ਹੁੰਦੀ ਹੈ। ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਆਪਣੇ ਮਾਂ ਬਾਪ ਦਾ ਨਾ ਕਰੋ, ਪਰ ਕਿਸੇ ਲਿਮਿਟ 'ਤੇ ਤੁਸੀਂ ਇਹ ਵੀ ਤਾਂ ਦੇਖੋ ਨਾ ਵੀ ਤੁਹਾਡੇ ਵੀ 2 ਬੱਚੇ ਜੰਮੇ ਹੋਏ ਨੇ, ਚਾਹੇ ਉਹ ਕੁੜੀਆਂ ਨੇ ਚਾਹੇ ਮੁੰਡੇ ਨੇ, ਪਰ ਬੱਚੇ ਤਾਂ ਤੁਹਾਡੇ ਹੀ ਨੇ ਨਾ। ਅਤੇ ਤੁਸੀਂ ਕਹਿ ਰਹੇ ਹੋ ਵੀ ਉਹ ਭੀਖ ਮੰਗਣਗੀਆਂ ਹੈ ਅਤੇ ਫਿਰ ਦੇਖਾਂਗਾ ਮੈਂ ਵੀ ਕਿੱਦਾਂ। ਅਤੇ ਵੱਡੀ ਬੇਟੀ ਨੂੰ ਕਹਿੰਦਾ ਇਹਦੇ ਤੋਂ ਤਾਂ ਪੋਚਾ ਵੀ ਨਹੀਂ ਲਾਇਆ ਜਾਣਾ, ਇਹ ਤਾਂ ਘਰਾਂ ਦੇ ਵਿੱਚ ਕੰਮ ਕਰੂਗੀ ਅਤੇ ਇਸ ਤੋਂ ਤਾਂ ਘਰ 'ਚ ਪੋਚਾ ਤੱਕ ਨਹੀਂ ਲਾਇਆ ਜਾਣਾ। ਵੀ ਤੁਸੀਂ ਲੋਕਾਂ ਦੇ ਘਰ 'ਚ ਝਾੜੂ ਪੋਚਾ ਲਾ ਕੇ ਵੀ ਨਹੀਂ ਕਮਾ ਸਕਦੇ, ਅਤੇ ਇਹ ਹਾਲਤ ਹੋਣੀ ਹੈ ਤੁਹਾਡੇ। ਟਾਈਮ ਇਹ ਵੀ ਆਇਆ ਸੀਗਾ ਕਿ ਕਿਹਾ ਕਿ ਛੋਟੀ ਜਿਹੜੀ ਬੇਟੀ ਤੁਹਾਡੀ ਸੀਗੀ 2.5 ਸਾਲਾਂ ਦੀ, ਅਤੇ ਇਹਦਾ ਵਿਆਹ ਕਰਦੀ ਹੈ। ਸਿਰਫ 2.5 ਸਾਲਾਂ ਦੀ ਬੇਟੀ ਸੀ, ਅਤੇ ਇਹ ਸੋਚ, ਇਹ ਲਫ਼ਜ਼ ਕਿਹਦੇ ਸੀਗੇ? ਇਹ ਮੇਰੀ ਸੱਸ ਨੇ ਕਿਹਾ ਸੀਗਾ ਜਦੋਂ ਮੇਰਾ ਸਮਾਨ ਇਹਨਾਂ ਨੇ ਪਿੰਡ 'ਚ ਸ਼ਿਫਟ ਕੀਤਾ, ਮੈਂ ਰਹੀ ਹਾਂ ਉਸ ਟਾਈਮ। ਮੇਰੀ ਸੱਸ ਦੇ ਵਰਡ ਸੀਗੇ, ਕਹਿੰਦੇ ਕਿ ਵੀ ਇਹ ਕੁੜੀ ਹੈ ਅਤੇ ਸਾਰੀ ਉਮਰ ਟੈਨਸ਼ਨ ਰਹਿਣੀ ਹੈ ਵੀ ਜਿੱਦਾਂ, ਹੈ ਨਾ, ਵੀ ਇਹਦਾ ਆਪਾਂ ਮੁੰਡਾ ਦੇਖਦੇ ਹਾਂ ਕੋਈ, ਇਹਦੇ ਹਾਣੀ ਦੇਖ ਕੇ ਇਹਦਾ ਵਿਆਹ ਕਰ ਦਿੰਦੇ ਹਾਂ। ਵੀ ਜਦੋਂ ਇਹਦਾ ਵਿਆਹ ਕਰਾਂਗੇ ਅਤੇ ਆਪਣੀ ਇਹਦੀ ਪੜ੍ਹਾਈਆਂ ਦਾ ਸਾਰਾ ਜੋ ਵੀ ਖਰਚਾ ਹੈ ਉਹ ਦੂਜਾ ਪਰਿਵਾਰ ਕਰੇਗਾ, ਨਹੀਂ ਕਰੇਗਾ, ਵੀ ਸਾਡੀ ਗੱਲ ਤੋਂ ਬਲਾ ਉਤਰੂਗੀ। ਇਹ ਉਸ ਟਾਈਮ ਸੱਸ ਦੇ ਵਰਡ ਸੀਗੇ, ਸੱਸ ਨੇ ਇਹ ਗੱਲ ਕਹੀ ਸੀਗੀ।
ਤੁਹਾਡੇ ਤੇ ਵੀ ਬੜਾ ਤਸ਼ੱਦਦ ਕੀਤਾ, ਵੱਡੀ ਬੇਟੀ ਤੇ ਵੀ ਬਹੁਤ ਤਸ਼ੱਦਦ ਕੀਤਾ ਗਿਆ, ਤੁਹਾਡੀ ਛਾਤੀ ਦੇ ਵਿੱਚ ਵੀ ਕੋਣੀਆਂ ਮਾਰੀਆਂ ਗਈਆਂ ਤੇ ਤੁਹਾਨੂੰ ਆ ਕੇ ਜਿਹੜਾ ਹੈਗਾ ਗੁਆਂਢੀਆਂ ਨੇ ਬਚਾਇਆ, ਹੈ ਨਾ? ਉਸ ਟਾਈਮ ਇਹ 2020 ਦੀ ਗੱਲ ਹੈ, ਜਿੱਦਣ ਲੋਕਡਾਊਨ ਲੱਗਿਆ। ਠੀਕ ਹੈ, ਜਦੋਂ ਅਨਾਊਂਸ ਕੀਤਾ ਵੀ ਲੋਕਡਾਊਨ ਲੱਗ ਗਿਆ, ਇਹ 1 ਘੰਟਾ ਕੋਠੇ 'ਤੇ ਫ਼ੋਨ 'ਤੇ ਗੱਲ ਕਰਦੇ ਰਹੇ। ਅਸੀਂ ਚੁੱਪ ਕਰਕੇ ਅੰਦਰ ਬੈਠੇ ਸੀਗੇ, ਪਤਾ ਸੀਗਾ ਸਾਰਾ ਕੁਛ। ਪਰ ਇਹ ਇੱਕਦਮ ਆਏ, ਆ ਕੇ ਕਿਚਨ ਦੇ ਵਿੱਚ ਸਾਰੇ ਬਰਤਨ ਗੇਰਤੇ ਅਤੇ ਫਿਰ ਉਸ ਤੋਂ ਬਾਅਦ ਵਿੱਚ ਛੋਟੀ ਬੇਟੀ ਨੂੰ ਮਤਲਬ ਲੈ ਕੇ ਅਤੇ ਵੀ ਮਤਲਬ ਐਵੇਂ ਹੀ ਬੋਲਣਾ ਸ਼ੁਰੂ ਕਰਤਾ। ਫਿਰ ਮੈਨੂੰ ਮਤਲਬ ਮੈਂ ਅੰਦਰ ਬੈੱਡ 'ਤੇ ਬੈਠੀ ਸੀ, ਬਾਹਰ ਲਿਜਾ ਕੇ ਕੁੱਟਣਾ ਸ਼ੁਰੂ ਕਰਤਾ। ਇੰਨੀ ਜ਼ੋਰ ਦੀ ਬੇਟੀ ਨੇ ਚੀਕਾਂ ਮਾਰੀਆਂ, ਬੇਟੀ ਨੂੰ, ਵੱਡੀ ਬੇਟੀ ਨੂੰ ਕੁੱਟਣਾ ਸ਼ੁਰੂ ਕਰਤਾ। ਫਿਰ ਉਸ ਤੋਂ ਬਾਅਦ ਵੱਡੀ ਬੇਟੀ ਆਸ ਪੜੋਸ ਦੇ ਵਿੱਚ ਕਰਦੀ ਰਹੀ ਕਿ ਮਤਲਬ ਛੁਡਵਾ ਲਓ, ਹੈ ਨਾ। ਅਤੇ ਉਹ ਕਹਿੰਦੇ ਲੋਕ ਲੱਗਿਆ ਪਿਆ ਗੇਟ ਨੂੰ। ਮਸਾਂ ਫਟਾਫਟ ਬੇਟੀ ਨੀਚੇ ਆਂਟੀ ਦੇ ਉਸ 'ਚੋਂ ਆਈ, ਫਰਿੱਜ 'ਤੇ ਉਹਨਾਂ ਦੀ ਚਾਬੀ ਪਈ ਹੁੰਦੀ ਸੀ, ਚਾਬੀ ਲੈ ਕੇ ਗੇਟ ਖੋਲ੍ਹਿਆ ਤਾਂ ਆਸ ਪੜੋਸ ਵਾਲਿਆਂ ਨੇ ਆ ਕੇ ਉੱਪਰ ਮੈਨੂੰ ਛੁਡਵਾਇਆ। ਔਰ ਮੇਰਾ ਮਤਲਬ ਮੈਂ ਪਿਕ 'ਚ ਦਿਖਾ ਸਕਦੀ ਹਾਂ ਵੀ ਮੇਰਾ ਇਹਨਾਂ ਨੇ ਕਿੰਨਾ ਬੁਰਾ ਹਾਲ ਕੀਤਾ ਸੀ ਉਸ ਟਾਈਮ। ਮੈਨੂੰ ਐਂ ਲੱਗਦਾ ਸੀਗਾ ਕਿ ਮੇਰੇ ਇੱਥੇ ਕਿਸੇ ਨੇ ਚਾਕੂ ਮਾਰਿਆ ਔਰ ਪਿੱਛੇ ਬੈਕ ਤੋਂ ਨਿਕਲਿਆ, ਮਤਲਬ ਕਿ ਵੀ ਜਿਵੇਂ ਚਾਕੂ ਹੀ ਇੱਕ ਕਿਸਮ ਦਾ ਮਾਰਦਾ। ਮੈਨੂੰ ਕੋਈ ਹੋਸ਼ ਨਹੀਂ ਸੀ। ਛੋਟੀ ਬੇਟੀ ਤਰਲੇ ਕਰ ਰਹੀ ਹੈ, ਪਾਪਾ ਪਲੀਜ਼ ਨਾ ਮਾਰੋ, ਹੱਥ ਜੋੜ ਰਹੀ ਹੈ ਵੀ ਪੂਰਾ, ਮਤਲਬ ਕਿ ਪਾਪਾ ਇੱਦਾਂ ਕਿ ਪਾਪਾ ਪਲੀਜ਼ ਨਾ ਮਾਰੋ, ਨਾ ਮਾਰੋ, ਮੰਮਾ ਨੂੰ ਨਾ ਮਾਰੋ। ਉਹ ਮਤਲਬ ਛੋਟੀ ਬੇਟੀ ਨੂੰ ਗੋਦੀ ਚੁੱਕ ਕੇ ਕਹਿੰਦੇ ਨਹੀਂ ਨਹੀਂ ਇਸ ਨੂੰ ਮਰਨ ਦੇ, ਠੁੱਡੇ ਮਾਰ ਰਿਹਾ, ਕਦੇ ਕੁਝ ਕਰ ਰਿਹਾ। ਫਿਰ ਉਹ ਪੜੋਸੀਆਂ ਨੇ ਜਿਹਨਾਂ ਨੇ ਮਤਲਬ ਛੁਡਵਾਇਆ ਵੀਰ ਜੀ ਹੋਰਾਂ ਨੇ, ਉਹਨਾਂ ਨੂੰ ਕਹਿੰਦਾ ਕਿ ਤੁਸੀਂ, ਇਹ ਤੁਹਾਡੀ ਕੀ ਲੱਗਦੀ ਹੈ ਜਿਹੜਾ ਤੁਸੀਂ ਆ ਕੇ ਛੁਡਵਾ ਰਹੇ ਹੋ? ਉਹ ਕਹਿੰਦੇ ਲੱਗਦੀ ਕਿ ਇਹ ਇਨਸਾਨੀਅਤ ਨਹੀਂ ਹੈ ਕਿ ਸਾਡੇ ਸਾਹਮਣੇ ਤੂੰ, ਹੈ ਨਾ, ਵੀ ਹਟਦਾ ਹੀ ਨਹੀਂ ਹੈਗਾ। ਅੱਜ 4-5ਵੀਂ ਵਾਰੀ ਹੋ ਗਿਆ ਵੀ ਤੂੰ ਇਸ ਨੂੰ ਮਾਰ ਰਿਹਾ। ਅਸੀਂ ਹੁਣ ਹਰ ਵਾਰੀ ਕਹਿੰਦੇ ਤੁਸੀਂ, ਤੁਹਾਡੇ ਨਾਲ ਇਹਦੇ ਗਲਤ ਰਿਲੇਸ਼ਨ ਨੇ ਤਾਂ ਮਤਲਬ ਤੁਸੀਂ ਛੁਡਵਾਉਣ ਆਏ ਹੋ। ਉਹ ਕਹਿੰਦੇ ਇਨਸਾਨੀਅਤ ਵੀ ਤਾਂ ਹੈ, ਇੰਨੀ ਗੱਲ ਕਹੀ ਆ। ਫਿਰ ਉਸ ਤੋਂ ਬਾਅਦ ਕਹਿੰਦੇ ਕਿ ਤੂੰ ਐਵੇਂ ਮਾਰੇਂਗਾ ਤਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਵੀ ਸਾਡੇ ਇੱਥੇ ਗਲੀ ਦੇ ਵਿੱਚ ਇੱਦਾਂ ਮਤਲਬ ਹੰਗਾਮਾ ਕਰੇ। ਉਹਨਾਂ ਨੇ ਇਹ ਗੱਲ ਕਹੀ ਆ। ਅੱਗੋਂ ਹਸਬੈਂਡ ਕਹਿੰਦਾ ਮੇਰੀ ਜਨਾਨੀ ਆ ਅਤੇ ਮੈਂ ਇਸ ਨੂੰ ਮਾਰਾਂ, ਰੱਖਾਂ, ਜੋ ਮਰਜ਼ੀ ਕਰਾਂ, ਤੁਹਾਡਾ ਕੋਈ ਮਤਲਬ ਨਹੀਂ ਬਣਦਾ ਇੰਟਰਫੇਅਰ ਕਰਨ ਦਾ। ਫਿਰ ਇੱਕ ਹੋਰ ਵੀਰ ਜੀ ਹੈ, ਉਹਨਾਂ ਨੇ ਆ ਕੇ ਕਿਹਾ ਵੀ ਤੂੰ ਇੱਦਾਂ ਇੱਥੇ ਗਲੀ 'ਚ ਨਹੀਂ ਕਰ ਸਕਦਾ, ਜੋ ਵੀ ਹੈ ਵੀ ਤੂੰ ਇਹ ਸਾਡੇ ਐਵੇਂ ਰੌਲਾ ਨਹੀਂ ਪਾਏਗਾ। ਉਹਨੂੰ ਧਮਕੀਆਂ ਦਿੱਤੀਆਂ ਵੀ ਜਿਹੜਾ ਵੀ ਕੋਈ ਵਿੱਚ ਆ ਕੇ ਛੁਡਵਾਏਗਾ ਉਹਨੂੰ ਮੈਂ ਗੰਡਾਸੀ ਲੈ ਕੇ ਮੈਂ ਮਾਰ ਦਾਂਗਾ, ਮੈਂ ਵੱਢ ਦਾਂਗਾ, ਉਸਨੂੰ ਟੋਟੇ ਕਰ ਦਾਂਗਾ ਮੈਂ। ਮਤਲਬ ਉਸ ਟਾਈਮ ਤਾਂ ਇੱਦਾਂ ਬਣੇ ਸੀਗੇ। ਫਿਰ ਇੱਕ ਵਿਚਾਰੇ ਬਜ਼ੁਰਗ ਕਿਸੇ ਹੋਰ ਛੱਤ ਤੋਂ ਦੇਖ ਰਹੇ ਸੀ ਸਾਰਾ ਕੁਛ, ਉਹ ਵੀ ਕਹਿੰਦੇ ਕਿ ਵੀ ਇਹ ਤੂੰ ਕੀ ਕੰਮ ਕਰਦਾ ਹੈ ਵੀ, ਹੈ ਨਾ, ਤੈਨੂੰ ਕੋਈ ਬੱਚਿਆਂ 'ਤੇ ਜਨਾਨੀ 'ਤੇ ਤਰਸ ਨਹੀਂ ਆਉਂਦਾ। ਅਤੇ ਉਹਨਾਂ ਨੇ ਵੀ, ਉਹ ਬੁੱਢੇ ਬੁੱਢੀ ਹੋ, ਤੁਸੀਂ ਕੀ ਬੋਲੀ ਜਾ ਰਹੇ ਹੋ, ਆਪਣੇ ਘਰ ਦਾ ਕੰਮ ਕਰੋ, ਤੁਸੀਂ ਮੈਨੂੰ ਕਿਉਂ ਇੰਟਰਫੇਅਰ ਕਰ ਰਹੇ ਹੋ ਮੇਰੀ 'ਚ, ਜਾ ਕੇ ਆਪਣਾ ਕੰਮ ਕਰੋ। ਇੱਦਾਂ ਮਤਲਬ ਇਹ ਸਭ ਚੀਜ਼ ਕੀਤੀ ਉਹਨਾਂ ਨੇ। ਮੈਂ ਉਸ ਟਾਈਮ ਵੀ ਪੁਲਿਸ ਕੰਪਲੇਨ ਕੀਤੀ ਅਤੇ ਉਦੋਂ ਮੈਂ ਮਨੀਸ਼ਾ ਗੁਲਾਟੀ ਮੈਮ ਨਾਲ ਵੀ ਫ਼ੋਨ 'ਤੇ ਗੱਲ ਕੀਤੀ ਸੀ ਕਿ ਮੈਮ ਮੇਰੇ ਨਾਲ ਇੱਦਾਂ ਦਾ ਕਰਕੇ ਕੁਛ ਹੋਇਆ। ਮੈਮ ਕਹਿੰਦੇ ਕਿ ਕੋਈ ਨਹੀਂ, ਤੁਸੀਂ ਪਟਿਆਲੇ SSP ਨੂੰ ਜਾਂ ਉਹਨਾਂ ਨੂੰ ਕੰਪਲੇਨ ਕਰੋ, ਵੀ ਦੇਖਦੇ ਹਾਂ ਅਸੀਂ। ਚਲੋ ਮੈਂ ਉਸ ਟਾਈਮ ਪੁਲਿਸ ਸਟੇਸ਼ਨਾਂ 'ਚ ਜਾਂਦੀ ਰਹੀ, ਧੱਕੇ ਖਾਂਦੀ ਰਹੀ ਸਾਰੇ ਪਾਸੇ, ਮਤਲਬ ਕਿ ਮੇਰੀ ਸੁਣਵਾਈ ਹੋ ਜੇ। ਸਾਰਾ ਮੈਂ ਆਪਣੀ ਹੱਡ ਬੀਤੀ ਸੁਣਾਈ ਨਵਦੀਪ ਮੈਮ ਨੂੰ, SI ਨਵਦੀਪ ਮੈਮ ਸੀਗੇ ਉਸ ਟਾਈਮ। ਅਤੇ ਬਟ ਫਿਰ ਵੀ ਇਹਨਾਂ ਨੇ ਰਿਪੋਰਟ ਤਿਆਰ ਕਰਨ ਲੱਗਿਆ ਕੀ ਕੀਤਾ, ਜੋ ਮੇਰੇ ਬਿਆਨ ਲਏ, ਬੇਟੀ ਨੇ ਬਿਆਨ ਲਿਖਵਾਏ, ਉਹ ਸਾਰਾ ਕੁਛ ਮਤਲਬ ਮੈਂ ਤਾਂ ਇਹ ਕਿਹਾ ਤਾ ਕਿ ਜੋ ਮੇਰੀ ਦਰਖਾਸਤ ਹੈ ਉਹੀ ਮੇਰੇ ਬਿਆਨ ਹੈ। ਬੇਟੀ ਨੇ ਸਾਰਾ ਹੱਡ ਬੀਤੀ ਜੋ ਹੋਈ ਸੀ ਉਹ ਬਿਆਨ ਦਿੱਤੇ, ਉਹ ਇਹਨਾਂ ਨੇ ਗੈਪ ਕਰਤੇ ਬਿਆਨ ਬੇਟੀ ਦੇ। ਅਤੇ ਜੋ ਹਸਬੈਂਡ ਨੇ ਬਿਆਨ ਦਿੱਤੇ ਹੈ ਉਹੀ ਬਿਆਨ ਨੂੰ ਸ਼ੋਰਟ ਕਰਕੇ ਇਹਨਾਂ ਨੇ ਜੋ ਕਾਰਵਾਈ ਦੀ ਪੜਤਾਲ ਕੀਤੀ ਹੈ ਜੀ, ਉਸ ਮਤਲਬ ਉਹੀ ਉਹਨਾਂ ਨੇ ਅੱਗੇ ਪਿੱਛੇ ਭੇਜਤਾ ਅਤੇ ਮੇਰਾ ਕੇਸ ਡਿਸਪੋਜ਼ਡ ਆਫ ਕਰਵਾਤਾ। ਮੈਨੂੰ ਹੁਣ 1.5 ਸਾਲ ਹੋ ਗਿਆ, ਮੈਂ ਹਰ ਵਾਰੀ ਕੰਪਲੇਨ ਕਰਦੀ ਹਾਂ, ਦਰਖਾਸਤ ਦਿੰਦੀ ਹਾਂ, ਮੈਂ ਮਤਲਬ ਪਟਿਆਲੇ CM ਸਰ ਨੂੰ ਦਿੰਦੀ ਹਾਂ ਤਾਂ ਉਹ ਮੇਰੀ ਆ ਜਾਂਦੀ ਹੈ, ਫਿਰ ਇਹ ਡਿਸਪੋਜ਼ਡ ਆਫ ਕਰਕੇ ਵਾਪਸ ਭੇਜ ਦਿੰਦੇ ਨੇ। ਅਤੇ ਜੇ ਮਤਲਬ SSP DGP ਸਰ ਨੂੰ, ਮਤਲਬ ਸਾਰੇ ਮੈਂ ਕੰਪਲੇਨ ਦੇ ਰਹੀ ਹਾਂ। ਇੱਥੇ DSP ਸਰ ਕੋਲ ਵੀ ਮੈਂ ਜਾ ਕੇ ਆ ਰਹੀ ਹਾਂ। ਮਤਲਬ ਧੱਕੇ, ਇੱਕ ਹਰਾਸਮੈਂਟ ਹੋਈ ਹੈ, ਧੱਕੇ ਮਿਲੇ ਹੈ, ਬਟ ਇਨਸਾਫ ਨਹੀਂ ਮੈਨੂੰ ਕਿਤੋਂ। ਕਾਰਵਾਈ ਨਹੀਂ ਹੋਈ, ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਨੇ ਲਿਖ ਦਿੱਤਾ ਕਿ ਇਹਦੀ ਦਰਖਾਸਤ 'ਤੇ ਕੋਈ ਕਾਰਵਾਈ ਕਰਨ ਦੀ ਲੋੜ ਨਹੀਂ ਹੈਗੀ, ਵੀ ਅਸੀਂ ਜਾਂਚ ਪੜਤਾਲ ਕੀਤੀ ਹੈ। ਅਤੇ ਜਿਹੜੇ ਜਿੱਥੇ ਮੈਂ ਇਹਨਾਂ ਨੂੰ ਕਹਿੰਦੀ ਰਹੀ ਹਾਂ ਵੀ ਜਿੱਥੇ ਮੈਂ ਰਹੀ ਹਾਂ, ਹੈ ਨਾ, 215 ਹਾਊਸ ਨੰਬਰ ਦੇ ਵਿੱਚ, ਵੀ ਤੁਸੀਂ ਉੱਥੇ ਜਾ ਕੇ ਪਤਾ ਕਰ ਲਓ। ਹੁਣ ਮੈਂ ਅੱਜ ਦੇ ਟਾਈਮ 'ਚ ਮਜਬੂਰੀ ਹੈ ਕਿ ਕੋਈ ਕਿਸੇ ਦੇ ਨਾਲ ਆ ਕੇ ਪੁਲਿਸ ਸਟੇਸ਼ਨ ਦੇ ਵਿੱਚ ਗਵਾਹੀ ਨਹੀਂ ਦਿੰਦਾ। ਇਹੀ ਮਜਬੂਰੀ ਸੀ। ਇੱਕ ਵੀਰ ਜੀ ਨੂੰ ਮਤਲਬ ਕਿਹਾ ਮੈਂ, ਜਿਨ੍ਹਾਂ ਨੂੰ ਕਿਹਾ ਸੀ ਇਹਨਾਂ ਨੇ ਕਿ ਮੈਂ ਤੈਨੂੰ ਗੰਡਾਸੀ ਨਾਲ ਵੱਢ ਕੇ ਟੋਟੇ ਕਰ ਦੂੰਗਾ,
ਉਹਨਾਂ ਅੱਗੇ ਰਿਕੁਐਸਟ ਕੀਤੀ ਕਿ ਤੁਸੀਂ ਜੋ ਹੋਇਆ ਹੈ ਨਾ ਸੱਚਾਈ ਦੱਸਣੀ ਹੈ। ਅਤੇ ਉਹ ਆਏ ਮੇਰੇ ਨਾਲ, ਆਏ ਤਾਂ ਇਹ ਕਹਿੰਦੇ ਕਿ ਕੰਪਰੋਮਾਈਜ਼ ਕਰ ਲਓ ਜੀ। ਫਿਰ ਮੈਂ ਕਿਹਾ ਵੀ ਕੰਪਰੋਮਾਈਜ਼ ਕਿਵੇਂ ਕਰ ਲਾਂ, ਇੰਨਾ ਸਭ ਕੁਝ ਹੋ ਗਿਆ। ਕਹਿੰਦੇ ਇਹਦੇ ਪਿੱਛੇ ਕੋਈ ਵੀ ਨਹੀਂ ਹੈ, ਇਹਦੇ ਮਾਂ-ਬਾਪ ਨਹੀਂ, ਕੋਈ ਉਹਦੇ ਭਰਾ ਨਹੀਂ ਹੈਗੇ, ਹੈ ਨਾ, ਇਹ ਗੱਲ ਕਰਤੀ ਇਹਨਾਂ ਨੇ। ਮੈਂ ਕਿਹਾ ਵੀ ਮੇਰੇ ਨਾਲ ਜੋ ਹੋਇਆ ਉਹ ਮੈਨੂੰ ਪਤਾ ਹੈ ਨਾ। ਹੁਣ ਇਸ ਟਾਈਮ ਹੁਣ ਮੰਮੀ ਡੈਡੀ ਦੀ ਡੈਥ ਹੋ ਗਈ ਹੈ, ਠੀਕ ਹੈ ਜੀ। ਤੁਹਾਨੂੰ ਹੁਣ ਮਤਲਬ ਜਦੋਂ ਮੈਂ ਤੁਹਾਨੂੰ ਆ ਕੇ ਸਾਰਾ ਕੁਝ ਦੱਸ ਰਹੀ ਹਾਂ, ਪ੍ਰੂਫ ਦੇ ਰਹੀ ਹਾਂ, ਫੋਟੋਆਂ ਦੇ ਰਹੀ ਹਾਂ, MLR ਦਿੱਤੀ ਹੈ ਤੁਹਾਨੂੰ, ਜੋ ਮੇਰੀ ਕੰਡੀਸ਼ਨ ਸੀ ਉਹ ਸਾਰੀ ਦੱਸੀ ਹੈ ਨਾ। ਅਤੇ ਉਹ ਜਿਹੜੇ ਗਵਾਹੀ ਵਾਸਤੇ ਵੀਰ ਜੀ ਆਏ ਸੀ, ਉਹਨਾਂ ਨੇ ਵੀ ਕਹਿਤਾ ਵੀ ਚਲੋ ਕੋਈ ਨਹੀਂ, ਕੁੜੀਆਂ ਨੇ, ਕਿਉਂਕਿ ਉਹਨਾਂ ਨੂੰ ਪਿੱਛੇ ਬੈਕਗਰਾਊਂਡ ਜੋ ਹੁੰਦਾ ਆ ਰਿਹਾ ਉਹ ਨਹੀਂ ਪਤਾ ਨਾ, ਜੋ ਪ੍ਰੈਜੈਂਟਲੀ ਉਹਨਾਂ ਦੇ ਸਾਹਮਣੇ ਹੋਇਆ ਉਹ ਪਤਾ। ਅਤੇ ਉਹ ਕਹਿੰਦੇ ਕੋਈ ਗੱਲ ਨਹੀਂ, ਮਤਲਬ ਜਨਾਨੀ ਦੀ ਜ਼ਿੰਦਗੀ ਬੰਦੇ ਬਿਨਾਂ ਕੁਛ ਨਹੀਂ ਹੁੰਦੀ, ਅਤੇ ਬੱਚਿਆਂ ਦੇ ਫਿਊਚਰ ਕਰਕੇ ਤੁਸੀਂ ਕੰਪਰੋਮਾਈਜ਼ ਕਰੋ, ਹੋ ਜਾਂਦੀ ਹੈ ਬੰਦੇ ਤੋਂ ਗਲਤੀ, ਅਤੇ ਵੀ ਕੋਈ ਗੱਲ ਨਹੀਂ। ਪਰ ਮੈਂ ਉਸ ਟਾਈਮ ਅੜੀ ਰਹੀ, ਮੈਂ ਮਤਲਬ ਇਹ ਕਹਿੰਦੀ ਰਹੀ ਕਿ ਮੈਂ ਕੰਪਰੋਮਾਈਜ਼ ਨਹੀਂ ਕਰਨਾ, ਮੈਂ ਨਹੀਂ ਕਰਨਾ, ਮੈਂ ਅੜੀ ਰਹੀ। ਬਸ ਮੇਰੇ ਅੜਨ ਕਰਕੇ ਇਹਨਾਂ ਨੇ ਕਹਿਤਾ ਕਿ ਮੈਂ SHO ਨੂੰ 2 ਲੱਖ ਰੁਪਏ ਦੇਤੇ ਨੇ, ਭੱਜ ਲੈ ਹੁਣ ਤੂੰ ਜਿੱਥੇ ਭੱਜਣਾ। ਅਤੇ ਉਹਦਾ ਰਿਜ਼ਲਟ ਕੀ ਹੋਇਆ, ਮੇਰਾ ਇਹਨਾਂ ਨੇ ਸਿਰਫ ਕੇਸ ਡਿਸਪੋਜ਼ਡ ਆਫ ਕਰਕੇ ਵਾਪਸ ਭੇਜਤਾ। ਮੈਨੂੰ ਪਤਾ ਲੱਗਿਆ ਵੀ ਇਹਨਾਂ ਨੇ ਬੰਦ ਕਰਤੀ ਮੇਰੀ ਫਾਈਲ। ਦੁਬਾਰਾ ਫਿਰ ਮੈਂ ਇੱਕ ਐਪਲੀਕੇਸ਼ਨ ਦਿੱਤੀ, ਫਿਰ ਫਾਈਲ ਬੰਦ ਕਰਤੀ। ਐਵੇਂ 2-3 ਫਾਈਲਾਂ ਬੰਦ ਕਰਤੀਆਂ। ਮਤਲਬ ਇਹਨਾਂ ਨੇ ਕਿਸੇ ਪਾਸੇ ਵੀ ਮੇਰਾ ਰਸਤਾ ਵੀ ਜੋ ਵੀ ਸੀ ਸਾਰਾ ਬੰਦ ਕਰਤਾ। ਹੁਣ ਵੀ ਜਦੋਂ ਇਹ ਐਪਲੀਕੇਸ਼ਨ ਦਿੱਤੀ ਹੈ, SI ਬਹਾਦਰ ਰਾਮ ਉਹਨਾਂ ਨੇ ਫ਼ੋਨ ਕੀਤਾ ਹਸਬੈਂਡ ਨੂੰ ਕਿ ਵੀ ਤੇਰੇ ਖਿਲਾਫ ਦਰਖਾਸਤ ਆਈ ਹੈ। ਇਹ ਕਹਿੰਦੇ ਮੈਂ ਤਾਂ ਜੀ ਛੁੱਟੀ ਹੈ ਨਹੀਂ, ਇਹਦਾ ਪੁਰਾਣਾ ਰਿਕਾਰਡ ਪੁਲਿਸ ਸਟੇਸ਼ਨ 'ਚ ਪਿਆ ਹੋਇਆ, ਉਹ ਤੁਸੀਂ ਕਢਵਾ ਲਓ, ਕਢਵਾ ਕੇ ਤੁਸੀਂ ਕਰ ਦਿਓ। ਅਤੇ ਮੈਂ ਮਤਲਬ ਇਹਨਾਂ ਨੂੰ ਇਹੀ ਕਿਹਾ, ਮੈਂ ਕਿਹਾ ਵੀ ਜੇ ਮੇਰਾ ਜੋ ਵੀ ਪੁਰਾਣਾ ਰਿਕਾਰਡ ਹੈ ਵੀ ਉਹੀ ਫਾਈਲ ਕਹਿੰਦੇ ਉਹੀ ਲਾ ਕੇ ਕਾਗਜ਼ ਕਰ ਲਓ। ਅਤੇ ਪਤਾ ਨਹੀਂ ਹੁਣ ਬਾਕੀ ਅੱਗੇ ਕੀ ਪਰਸਨਲ ਗੱਲ ਹੋਈ ਹੈ ਕੀ ਨਹੀਂ, ਮੈਨੂੰ ਨਹੀਂ ਪਤਾ, ਸਿਰਫ ਇੰਨੀ ਗੱਲ ਤਾਂ ਮੈਨੂੰ ਪਤਾ ਹੈ। ਫਿਰ ਮੈਨੂੰ ਪਤਾ ਲੱਗਿਆ ਵੀ ਉਹ ਛੁੱਟੀ ਆਏ ਹੋਏ ਨੇ, ਨਨਾਣ ਦੀ ਕੁੜੀ ਦੀ ਮੈਰਿਜ 'ਤੇ ਸਪੈਸ਼ਲ ਉਹ ਬੰਦਾ ਛੁੱਟੀ ਲੈ ਕੇ ਆਇਆ, ਆਪਣੀਆਂ ਕੁੜੀਆਂ ਨੂੰ ਪੁੱਛ ਨਹੀਂ ਰਿਹਾ। ਅਤੇ ਇਹਨਾਂ ਨੂੰ ਕਿਹਾ ਵੀ ਹਾਂ ਤੁਸੀਂ ਚੱਲੋ, ਹੈ ਨਾ। ਇਹਨਾਂ ਨੇ ਚਲੋ ਦੇਖਿਆ। ਮੈਂ ਕਿਹਾ ਦੇਖੋ ਤੁਹਾਡੇ ਸਾਹਮਣੇ ਪਹਿਲਾ ਝੂਠ ਕਿ ਮੈਨੂੰ ਛੁੱਟੀ ਮਿਲਣੀ ਹੈ, ਮੈਂ ਛੁੱਟੀ 'ਤੇ ਵੀ ਮਤਲਬ ਨਹੀਂ, ਮਤਲਬ ਮੈਂ ਘਰ ਨਹੀਂ ਹੈਗਾ, ਇੱਥੇ ਨਹੀਂ ਹੈਗਾ। ਪੁਲਿਸ ਨੂੰ ਮੈਂ ਦਿਖਾਤਾ ਵੀ ਇਹ ਬੰਦਾ ਆ ਦੇਖੋ ਮੌਜੂਦ ਹੈ। ਉਹਨਾਂ ਨੇ ਦੇਖ ਲਿਆ, ਫ਼ੋਨ ਕੀਤਾ, ਬੁਲਾਇਆ, ਔਰ ਜਿਹੜੇ ਬਹਾਦਰ ਰਾਮ ਨੇ ਉਹ ਪਹਿਲਾਂ ਉਹਨਾਂ ਨੂੰ ਜਾ ਕੇ ਪੁੱਛਿਆ ਵੀ ਕੀ ਹੈ ਕੀ ਨਹੀਂ, ਮੈਨੂੰ ਪੁੱਛਿਆ ਕੀ ਹੈ ਮੈਟਰ, ਮੈਂ ਸਾਰਾ ਦੱਸਿਆ। ਫਿਰ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਸਾਡੀ ਇੱਕ ਮੀਟਿੰਗ ਕੀਤੀ ਤਾਂ ਉਹਦੇ ਵਿੱਚ ਪਹਿਲਾਂ ਹੀ ਹਸਬੈਂਡ ਤੋਂ ਲਿਖਵਾ ਕੇ ਇੱਕ ਪੇਪਰ 'ਤੇ ਨਾ ਉਹ ਸ਼ਰਤਾਂ ਲਿਖਵਾ ਕੇ ਮਤਲਬ ਰੱਖਤੀਆਂ ਕਿ ਕੋਈ ਗੱਲ ਨਹੀਂ, ਉਹ ਆਊਗੀ ਤਾਂ ਆਪਾਂ ਸਾਈਨ ਕਰਵਾ ਲਾਂਗੇ। ਅਤੇ ਮੈਨੂੰ ਕਿਹਾ ਕਿ ਤੂੰ ਘਰ ਵਸਾਉਣਾ, ਮੈਂ ਕਿਹਾ ਹਾਂ ਵਸਾਉਣਾ ਹੀ ਹੈ ਮੈਂ ਘਰ, ਕਿ ਵੀ ਤੁਹਾਨੂੰ ਵੀ ਪਤਾ ਵੀ ਬੱਚਿਆਂ ਦਾ ਫਿਊਚਰ ਹੈ, ਸਾਰਾ ਕੁਛ ਹੈ ਨਾ ਵੀ ਕੁਛ। ਅਤੇ ਮੈਨੂੰ ਬਸ ਇਹੀ ਗੱਲ ਪੁੱਛੀ, ਬਸ ਹੋਰ ਗੱਲਾਂ ਕੁਛ ਨਹੀਂ ਕਰਨੀਆਂ, ਬਸ ਤੂੰ ਇਹ ਦੱਸ ਘਰ ਵਸਾਉਣਾ। ਮੈਂ ਕਿਹਾ ਹਾਂਜੀ ਵਸਾਉਣਾ ਹੈ। ਕਹਿੰਦੇ ਫਿਰ ਉਹਨਾਂ ਦੀਆਂ ਸ਼ਰਤਾਂ ਮੰਨਣੀਆਂ ਪੈਣਗੀਆਂ। ਮੈਂ ਕਿਹਾ ਦੱਸੋ ਕੀ ਸ਼ਰਤਾਂ ਨੇ ਉਹਨਾਂ ਦੀਆਂ। ਉਹ ਸ਼ਰਤਾਂ ਸਾਰੀਆਂ ਮੈਂ ਪੜ੍ਹੀਆਂ, ਜਿਹਦੇ ਵਿੱਚ ਕਿਹਾ ਕਿ ਝੂਠੀਆਂ ਦਰਖਾਸਤਾਂ ਦੇ ਰਹੀ ਹੈ, ਇਹ ਜਿੰਨੀ ਮੇਰੀ ਆਮਦਨ ਹੈ ਉਸ ਦੇ ਹਿਸਾਬ ਨਾਲ ਹੀ ਖਰਚਾ ਕਰੇਗੀ, ਅਤੇ ਮੈਨੂੰ ਆਮਦਨ ਦੇ ਲਈ ਕਦੀ ਤੰਗ ਪਰੇਸ਼ਾਨ ਨਹੀਂ ਕਰੇਗੀ, ਵੀ ਮੰਗੇਗੀ ਨਹੀਂ ਪੈਸੇ। ਅਤੇ ਅੱਗੇ ਵੀ ਬੱਚਿਆਂ ਨੂੰ ਵੀ ਮੇਰੇ ਖਿਲਾਫ ਨਹੀਂ ਭੜਕਾਏਗੀ, ਜਾਂ ਮਤਲਬ ਕੁਛ ਵੀ ਜੋ ਵੀ ਮਤਲਬ ਸੀ ਇਹ ਘਰ ਦਾ ਕੰਮ ਕਾਰ ਕਰੇਗੀ, ਇਹ ਚੋਰੀਆਂ ਨਹੀਂ ਕਰੇਗੀ, ਅਤੇ ਮਤਲਬ ਪੈਸੇ ਚੋਰੀ ਨਹੀਂ ਕਰੇਗੀ, ਘਰ ਦਾ ਸਮਾਨ ਚੋਰੀ ਨਹੀਂ ਕਰੇਗੀ। ਵੀ ਇੱਕ ਲੇਡੀਜ਼ ਘਰ ਦਾ ਸਮਾਨ ਚੋਰੀ ਕਰਕੇ ਕਿੱਥੇ ਲੈ ਕੇ ਜਾਏਗੀ। ਮੇਰੇ ਕੋਲ ਹੁਣ ਵੀ ਇਸ ਟਾਈਮ ਜਿੱਥੇ ਘਰ 'ਚ ਮੈਂ ਰਹਿ ਰਹੀ ਹਾਂ, ਜੋ ਵੀ ਦਾਜ ਦਹੇਜ ਦਾ ਸਮਾਨ ਹੈ ਲੈ ਕੇ ਬੈਠੀ ਹੋਈ ਹਾਂ, ਬੱਚਿਆਂ ਨੂੰ ਰੱਖਿਆ ਹੋਇਆ ਮੈਂ। ਜੋ ਮਤਲਬ ਹਸਬੈਂਡ ਹਰਕਤਾਂ ਕਰਦੇ ਆਏ ਉਹ ਸਾਰਾ ਕੁਛ ਉਲਟਾ ਮੇਰੇ 'ਤੇ ਪਾਤਾ ਵੀ ਇਸ ਮਤਲਬ ਸ਼ਰਤਾਂ ਨੇ। ਚੋਰੀਆਂ, ਪੈਸੇ ਦੀ ਚੋਰੀ ਉਹਨਾਂ ਨੇ ਘਰੋਂ ਕੀਤੀ, ਘਰ ਦਾ ਸਮਾਨ ਮਤਲਬ ਬਲੈਂਡਰ, ਪੱਖਾ, ਸਿਲੰਡਰ, ਗੈਸ ਚੁੱਲ੍ਹਾ, ਹੋਰ ਵੀ ਕਈ ਵਿੱਚ ਐਵੇਂ ਦਾ ਸਮਾਨ ਸੀ ਜਿਹੜਾ ਉਹਨਾਂ ਨੂੰ ਇਹ ਸੀਗਾ। ਘਰ ਮੈਰਿਜ ਦੀ ਐਲਬਮ, CDs ਜਿਹੜੀਆਂ ਸੀਗੀਆਂ ਮੈਰਿਜ ਦੀਆਂ, ਉਹ ਸਾਰਾ, ਕੰਪਿਊਟਰ, ਸਭ ਕੁਛ ਚੋਰੀ ਕਰਕੇ ਘਰੋਂ ਮੇਰੇ ਮਤਲਬ ਜਦੋਂ ਮੇਰੇ ਤੋਂ ਮਤਲਬ ਬਿਨਾਂ, ਮੈਨੂੰ ਬਾਅਦ 'ਚੋਂ ਪਤਾ ਲੱਗਦਾ ਸੀ ਵੀ ਘਰ ਦੇ ਵਿੱਚ ਆਹ ਚੀਜ਼ ਨਹੀਂ ਹੈਗੀ, ਉਹ ਚੋਰੀ ਕਰਕੇ ਸਾਰਾ ਕੁਛ ਪਿੰਡ ਆਪਣੀ ਮੰਮੀ ਨੂੰ ਦੇ ਕੇ ਆਉਂਦੇ ਸੀ। ਔਰ ਅੱਗੋਂ ਅਗਰ ਘਰ ਵਸਾਉਣਾ ਹੁੰਦਾ ਤਾਂ ਮੇਰੀ ਸੱਸ ਇਹ ਕਹਿ ਸਕਦੀ ਸੀਗੀ ਕਿ ਵੀ ਜਿਹੜਾ ਸਮਾਨ ਤੂੰ ਉੱਧਰੋਂ ਚੱਕ ਕੇ ਲੈ ਕੇ ਆ ਰਹੇ ਆ ਨਾ, ਇਹ ਸਮਾਨ ਤੂੰ ਵਾਪਿਸ ਲੈ ਜਾ ਅਤੇ ਆਪਣੇ ਘਰ ਰਹਿ ਬੱਚਿਆਂ ਦੇ ਕੋਲ। ਪਰ ਉਹ ਵੀ ਕਹਿੰਦੇ ਰਹੇ ਕਿ ਠੀਕ ਹੈ ਲੈ ਆ।
ਹੁਣ ਇਸ ਟਾਈਮ ਘਰ ਦੇ ਵਿੱਚ ਹਸਬੈਂਡ ਦੀ ਇੱਕ ਚੀਜ਼ ਵੀ ਨਹੀਂ ਹੈਗੀ, ਇੱਕ ਕੱਪੜਾ ਤੱਕ ਨਹੀਂ ਛੱਡਿਆ ਹਸਬੈਂਡ ਨੇ, ਕਿਉਂਕਿ ਪੂਰੀ ਪ੍ਰੀ ਪਲੈਨਿੰਗ ਕੀਤੀ ਹੋਈ ਸੀ ਵੀ 2018 ਦੇ ਵਿੱਚ ਜਦੋਂ ਸਾਡਾ ਕੰਪਰੋਮਾਈਜ਼ ਹੋਇਆ ਕਿ ਉਹ ਮੇਰੇ ਨਾਲ ਕੰਪਰੋਮਾਈਜ਼ ਹੀ ਉਹਨਾਂ ਨੇ ਬਿਲਕੁਲ ਪਲੈਨਿੰਗ ਦੇ ਨਾਲ ਕੀਤਾ ਸੀਗਾ ਕਿ ਇਹ ਜੋ ਮਤਲਬ ਕੰਪਰੋਮਾਈਜ਼ ਕਰਕੇ ਮੈਂ ਪ੍ਰੂਫ, ਮੈਰਿਜ ਐਲਬਮ, ਸਾਰਾ ਕੁਝ ਪ੍ਰੂਫ ਮਿਟਾਵਾਂ। ਜੋ ਮੇਰੇ ਕੋਲ ਪੁਰਾਣੇ ਡਾਕੂਮੈਂਟ ਸੀਗੇ, ਜਿੰਨੇ ਵੀ ਕੰਪਲੇਨਾਂ ਸੀ, ਜਿੰਨੇ ਕੰਪਰੋਮਾਈਜ਼ ਹੋਏ, ਉਹ ਸਾਰਾ ਕੁਝ ਉਹ ਚੁੱਕ ਕੇ ਲੈ ਗਏ। ਕੀ ਮੰਗ ਕੀ ਕਰਦੇ ਹੋ ਹੁਣ? ਮੰਗ ਬਸ ਇਹੀ ਹੈ ਕਿ ਮੈਨੂੰ ਇਨਸਾਫ ਮਿਲੇ, ਮੇਰੇ ਬੱਚਿਆਂ ਨੂੰ ਇਨਸਾਫ ਮਿਲੇ। ਅਸੀਂ ਜੇ ਤਿਲ ਕੇ ਮਰ ਰਹੇ ਹਾਂ, ਬੱਚਿਆਂ ਨੂੰ ਮੈਂ ਜਿੱਦਾਂ ਮਰਜ਼ੀ ਹਾਲਤ 'ਚ ਪਾਲ ਰਹੀ ਹਾਂ, ਹੈ ਨਾ, ਉਹ ਬੰਦਾ ਖੁਸ਼ ਹੋ ਰਿਹਾ ਵੀ ਭੁੱਖੀ ਮਰ ਰਹੀ ਹੈ, ਵੀ ਮੇਰੇ ਤੋਂ ਹੋ ਸਕਦਾ ਹੈ ਕਿ ਦੁਸ਼ਮਣੀ ਹੋਵੇ, ਠੀਕ ਹੈ, ਪਰ ਬੱਚਿਆਂ ਦੀ ਕੀ ਗਲਤੀ ਹੈ? ਬੱਚਿਆਂ ਤੋਂ ਕਾਹਦੀ ਦੁਸ਼ਮਣੀ ਹੈ ਉਸਨੂੰ? ਸਿਰਫ ਇਸੀ ਕਰਕੇ ਵੀ ਕੁੜੀਆਂ ਹੋਣ ਦੀ ਉਹਨਾਂ ਨੂੰ ਸਜ਼ਾ ਮਿਲ ਰਹੀ ਹੈ ਅਤੇ ਮੈਨੂੰ ਸਜ਼ਾ ਮਿਲ ਰਹੀ ਹੈ ਵੀ ਮੈਂ ਕੁੜੀਆਂ ਪੈਦਾ ਕੀਤੀਆਂ। ਵੀ ਗਲਤੀ ਸਿਰਫ ਇੱਕ ਇਹੀ ਮਤਲਬ ਸ਼ੋਅ ਹੋ ਰਹੀ ਹੈ ਵੀ ਹਾਂ, ਨਹੀਂ ਤਾਂ ਜਿਵੇਂ ਜਠਾਣੀ ਦੇ ਮੁੰਡੇ ਨੇ, ਹੈ ਨਾ, ਉਹਨਾਂ ਦਾ ਖਰਚਾ ਕਰ ਰਹੇ ਹੋ, ਜਠਾਣੀ ਨੂੰ ਬੇਸ਼ੱਕ ਕੱਢਿਆ ਹੋਇਆ ਪਰ ਉਹਦੇ ਮੁੰਡਿਆਂ ਨੂੰ ਰੱਖ ਕੇ ਉਹਨਾਂ ਦਾ ਖਰਚਾ ਤੁਸੀਂ ਕਰ ਰਹੇ ਹੋ, ਪੜ੍ਹਾ ਰਹੇ ਹੋ। ਔਰ ਈਵਨ ਕਿ ਹਸਬੈਂਡ ਵੀ ਆਪਣੇ ਭਤੀਜੇ ਦਾ ਖਰਚਾ ਕਰ ਰਿਹਾ ਪੜ੍ਹਾਈ ਦਾ, ਉਹਨੂੰ ਸੈਟਲ ਕਰਨ ਦੀ ਵੀ ਉਹ ਸੈੱਟ ਹੋ ਜੇ, ਪਰ ਉਹ ਆਪਣੇ ਬੱਚਿਆਂ ਬਾਰੇ ਵੀ ਤਾਂ ਸੋਚੋ ਨਾ ਕੁਛ। ਵੀ ਇਸੀ ਕਰਕੇ ਵੀ ਇਹ ਕੁੜੀਆਂ ਨੇ ਅਤੇ ਉਹ ਖੁਦ ਸੱਸ ਕਹਿ ਰਹੀ ਹੈ ਵੀ ਇਹਨੂੰ ਕੰਪੇਅਰ ਨਾ ਕਰ, ਸਾਡੇ ਮੁੰਡੇ ਨਾਲ ਕੰਪੇਅਰ ਨਾ ਕਰ, ਵੀ ਸਾਡਾ ਜੋ ਪੁੱਤਰ ਹੈ ਉਹਨੂੰ ਅਸੀਂ ਪੜ੍ਹਾਵਾਂਗੇ ਵੀ, ਕਰਾਂਗੇ ਵੀ ਨਾ ਕੋਈ ਤੁਸੀਂ ਕੁਛ ਕਰ ਸਕਦੇ ਹੋ, ਨਾ ਕਰਨ ਦੀ ਲੋੜ ਹੈ। ਕਦੀ ਇਸ ਨੂੰ ਕਹਿਣਾ ਕਿ ਤੂੰ ਮਤਲਬ ਪੜ੍ਹ ਕੇ ਕੀ ਕਰਨਾ ਜਾਂ ਕਦੀ ਕੋਈ ਮਤਲਬ ਹੈ ਹੀ ਨਹੀਂ ਉਸ ਬੰਦੇ ਨੂੰ ਟੈਨਸ਼ਨ। ਹੁਣ ਵੀ ਅੱਜ ਜੋ ਕੰਪਰੋਮਾਈਜ਼ ਵਾਸਤੇ ਕਹਿ ਰਹੇ ਨੇ ਵੀ ਕਰ ਲਓ, ਸਿਰਫ ਇਹ ਚੀਜ਼ ਕਰਕੇ ਕਿ ਹਾਂ ਮੈਂ ਕੰਪਰੋਮਾਈਜ਼ ਕਰਨ ਨੂੰ ਮੈਂ ਕਰ ਲਾਂ ਕਿ ਮੈਨੂੰ ਛੱਤ ਮਿਲੇਗੀ ਰਹਿਣ ਲਈ, ਉਹ ਵੀ ਨਹੀਂ ਮਿਲਣੀ, ਕਿਉਂਕਿ ਉਹਨਾਂ ਦੀ ਪਲੈਨਿੰਗ ਹੈ ਵੀ 2 ਮਹੀਨੇ 3 ਮਹੀਨੇ ਕੰਪਰੋਮਾਈਜ਼ ਕਰਕੇ ਦਰਖਾਸਤ ਵਾਪਸ ਕਰਵਾ ਲਈਏ, ਉਸ ਤੋਂ ਬਾਅਦ ਹਰ ਵਾਰ ਦੀ ਤਰ੍ਹਾਂ ਫਿਰ ਉਹੀ ਕੁੱਟਮਾਰ, ਫਿਰ ਉਹੀ ਘਰੋਂ ਕੱਢ ਦੇਣਾ ਜਾਂ ਆਪ ਛੱਡ ਕੇ ਚਲੇ ਜਾਣਾ, ਉਹੀ ਚੀਜ਼ਾਂ ਹੋਣੀਆਂ। ਬੱਚਿਆਂ ਦਾ ਫਿਊਚਰ ਬਾਰੇ ਕੁਛ ਨਹੀਂ ਵੀ ਹਾਂ ਕਿਹੜੇ ਸਕੂਲ 'ਚ ਪਾਉਣਾ ਹੈ, ਕਿਹੜੇ 'ਚ ਨਹੀਂ ਪਾਉਣਾ, ਜੋ ਵੀ ਹੈ ਸਭ ਕੁਝ ਮੈਂ ਡਿਸਾਈਡ ਕਰਿਆ। ਮੈਂ ਇਹਨਾਂ ਨੂੰ ਪਤਾ ਨਹੀਂ ਕਿਸ ਤਰੀਕੇ ਨਾਲ ਹੁਣ ਤੱਕ ਮੈਂ +2 ਦੇ ਵਿੱਚ ਪਾਇਆ, ਸਿਰਫ 9ਵੀਂ ਦੇ ਵਿੱਚ 10ਵੀਂ ਦੇ ਵਿੱਚ ਹਸਬੈਂਡ ਨੇ ਉਹ ਵੀ ਇਹਦੇ ਤਰਲੇ ਮਿੰਨਤਾਂ ਕਰ ਕਰਕੇ, ਰਿਕੁਐਸਟਾਂ ਕਰ ਕਰਕੇ ਵੀ ਫੀਸ ਜਮ੍ਹਾਂ ਕਰਾਉਣੀ ਹੈ, ਐਂ ਕਰਨਾ ਹੈ, ਔਰ 36 ਗਾਲਾਂ ਸੁਣਨੀਆਂ ਪੈਣੀਆਂ। ਖੁਦ ਕਦੀ ਕਹਿਣਾ ਤੇਰਾ ਭਰਾ ਮਰੂਗਾ ਤਾਂ ਫਿਰ ਦੇਖਾਂਗਾ ਮੈਂ, ਕਦੀ ਐਵੇਂ ਦੀਆਂ ਗੱਲਾਂ, ਮਤਲਬ ਹੱਦ ਤੋਂ ਜ਼ਿਆਦਾ ਐਸੀ ਪਲੈਨਿੰਗ ਮਤਲਬ ਉਸ ਬੰਦੇ ਨੇ ਕੀਤੀ। ਆਣ ਕੇ ਮੇਰੀਆਂ ਕੁਛ ਪਿਕਸ ਖਿੱਚ ਲਿਆ, ਕਿਉਂਕਿ ਹਰ ਵਾਰੀ ਦਰਖਾਸਤ ਹੁੰਦਾ ਸੀ 10 ਬੰਦਿਆਂ ਦੇ ਵਿੱਚ ਝੂਠਾ ਸਾਬਿਤ ਹੁੰਦਾ ਸੀ, ਠੀਕ ਹੈ, ਫਿਰ ਵੀ ਇਹਨੂੰ ਪੈਸੇ ਚੜਾ ਕੇ ਵੀ ਚਲੋ ਕੰਪਰੋਮਾਈਜ਼ ਕਰ ਸੀ। ਮੇਰੀਆਂ ਕੁਛ ਪਿਕਸ ਸੀਗੀਆਂ ਜਿਹੜੀਆਂ ਹਸਬੈਂਡ ਨੇ ਖਿੱਚੀਆਂ, ਪਤਾ ਨਹੀਂ ਕਿਵੇਂ ਖਿੱਚੀਆਂ, ਰਿੰਗ 'ਚ ਕੁਝ ਮਿਲਾ ਕੇ ਕਿ ਕੀ ਕੀਤਾ, ਉਹ ਪਿਕਸ ਖਿੱਚ ਕੇ। ਅਤੇ ਹੁਣ ਜੇ ਮੈਂ ਕੋਈ ਸੇਵਾ ਸੁਸਾਇਟੀ ਵਾਲਿਆਂ ਨਾਲ ਕੰਟੈਕਟ ਕੀਤਾ, ਅਗਲੇ ਮੇਰੀ ਹੈਲਪ ਕੀਤੀ ਹੈ, ਪਰ ਉਹਨਾਂ ਨੇ ਕਿਹਾ ਵੀ ਚਲੋ ਅਸੀਂ ਕੁਛ ਇਸ ਤਰ੍ਹਾਂ ਕਰਦੇ ਹਾਂ ਵੀ ਤੁਹਾਡਾ ਕੰਪਰੋਮਾਈਜ਼ ਕਰਵਾ ਦਿੰਦੇ ਹਾਂ, ਵੀ ਸਮਝਾ ਦਿੰਦੇ ਹਾਂ ਉਹਨੂੰ ਚੰਗੀ ਤਰ੍ਹਾਂ। ਉਹਨਾਂ ਨੂੰ ਵੀ ਇਹਨੇ ਮੇਰੀਆਂ ਪਿਕਸ ਦਿਖਾਈਆਂ ਵੀ ਆਹ ਦੇਖੋ ਜੀ ਇਹਦੀਆਂ ਪਿਕਸ ਨੇ। ਅਗਲੇ ਨੇ ਫਿਰ ਵੀ ਕਿਹਾ ਵੀ ਤੂੰ ਕਿਉਂ ਆਪਣੀ ਜਨਾਨੀ ਦੀ ਬਦਨਾਮੀ ਕਰੀ ਜਾਂਦਾ, ਵੀ ਇਹ ਪਿਕ ਜਿਹੜੀਆਂ ਵੀ ਨੇ ਵੀ ਇਹ ਇਕੱਲੀ ਦੀਆਂ ਨੇ, ਇਹਦੇ ਨਾਲ ਕੋਈ ਜੈਂਟਸ ਨਹੀਂ ਹੈਗਾ, ਹੈ ਨਾ, ਅਤੇ ਉਹ ਤੂੰ ਹੁਣ ਇਹ ਚੀਜ਼ਾਂ ਨੂੰ ਮਤਲਬ ਕਰਦੇ ਖ਼ਤਮ ਕਰ, ਵੀ ਇਹ ਤਾਂ ਤੇਰੀਆਂ ਖਿੱਚੀਆਂ ਹੋਈਆਂ ਨੇ। ਹਰ ਵਾਰੀ ਐਵੇਂ ਗੱਲ ਕਹੀ ਗਈ। ਫਿਰ ਜਿਹੜੇ ਮੈਂ ਗਵਾਹ ਵਾਸਤੇ ਵੀਰ ਜੀ ਲੈ ਕੇ ਗਈ ਸੀਗੀ, ਉਹਨਾਂ ਨੂੰ ਵੀ ਇਹਨਾਂ ਨੇ ਪਿਕਸ ਦਿਖਾਈਆਂ। ਪੁਲਿਸ ਸਟੇਸ਼ਨ ਦੇ ਵਿੱਚ ਵੀ ਮਤਲਬ ਸਾਰਿਆਂ ਨੂੰ ਪਿਕਸ ਦਿਖਾਉਣੀਆਂ ਸ਼ੁਰੂ ਕਰਤੀਆਂ ਕਿ ਇਹ ਕਰੈਕਟਰਲੈਸ ਹੈ। ਮੈਨੂੰ ਕਰੈਕਟਰਲੈਸ ਕਹਿਣਾ ਹੁਣ ਉਹਨਾਂ ਨੇ ਬੰਦਿਆਂ ਨੇ ਸ਼ੁਰੂ ਕਰਤਾ ਕਿ ਮਤਲਬ 16-17 ਸਾਲ ਬਾਅਦ ਇਹਨਾਂ ਨੂੰ ਪਤਾ ਚੱਲ ਰਿਹਾ, 2 ਬੇਟੀਆਂ ਨੂੰ ਜਨਮ ਦੇਣ ਤੋਂ ਬਾਅਦ, ਹੈ ਨਾ, ਹੁਣ ਪਤਾ ਚੱਲ ਰਿਹਾ ਵੀ ਇਹ ਕਰੈਕਟਰਲੈਸ ਹੈ। ਫਿਰ ਵੱਡੀ ਬੇਟੀ 'ਤੇ ਵੀ ਬਲੇਮ ਲਗਾਉਣ ਲੱਗ ਗਏ ਵੀ ਇਹ ਵੀ ਕਰੈਕਟਰਲੈਸ ਹੈ। ਅਤੇ ਹੁਣ ਜੇ ਅਸੀਂ ਕਹਿੰਦੇ ਹਾਂ ਵੀ ਜੇ ਅਸੀਂ ਦੋਨੋਂ ਕਰੈਕਟਰਲੈਸ ਹਾਂ, ਸਾਡਾ ਰਿਕਾਰਡ ਚੈੱਕ ਕਰ ਲਓ, ਬੱਚੇ ਦਾ ਸਕੂਲੋਂ ਪਤਾ ਲੱਗਦਾ, ਸਕੂਲੋਂ ਪਤਾ ਕਰ ਲਓ ਵੀ ਇਹ ਬੱਚਾ ਕਿਵੇਂ ਦਾ, ਮੇਰਾ ਪਤਾ ਲੱਗੇਗਾ, ਤੁਹਾਨੂੰ ਆਸ ਪੜੋਸ 'ਚ ਪਤਾ ਲੱਗੇਗਾ ਵੀ ਕੀ ਹੈ ਕੀ ਨਹੀਂ ਹੈ, ਉਹ ਪਤਾ ਕਰ ਲਓ। ਅਤੇ ਕੋਈ ਵੀ ਇਹ ਮਤਲਬ ਨਹੀਂ ਬੋਲ ਸਕਦਾ, ਪਰ ਪੁਲਿਸ ਵਾਲਿਆਂ ਨੇ ਕੋਈ ਇਨਕੁਆਇਰੀ ਨਹੀਂ ਕੀਤੀ, ਕੁਛ ਨਹੀਂ ਕੀਤਾ, ਬਸ ਜੋ ਹਸਬੈਂਡ ਨੇ ਬਿਆਨ ਲਿਖੇ ਉਹੀ ਮਤਲਬ ਕਰਕੇ ਅੱਗੇ ਲਗਾਤੇ। ਉਹ ਛੋਟੀ ਜਿਹੀ ਬੇਟੀ ਹੈ, ਉਹਨੂੰ ਵੀ ਮਤਲਬ ਬੁਰਾ ਭਲਾ ਬੋਲਦੇ ਆ ਵੀ ਹਾਂ ਉਹ ਇੱਦਾਂ ਹੈ, ਉਹ ਇੱਦਾਂ ਹੈ। ਬਸ ਇਹਨਾਂ ਦਾ ਜੋ ਮੈਂਟੈਲਿਟੀ ਹੈ ਉਹ ਬਹੁਤ ਗਲਤ ਹੈ, ਬਹੁਤ ਜ਼ਿਆਦਾ।
ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਸ ਭੈਣ ਦੇ ਉੱਤੇ ਪਤੀ ਵੱਲੋਂ ਤਸ਼ੱਦਦ ਕੀਤੇ ਗਏ, ਕੁੱਟਮਾਰ ਵੀ ਕੀਤੀ ਗਈ। ਇਹਨਾਂ ਦੇ ਫੇਸ ਤੇ ਨਿਸ਼ਾਨ ਤੱਕ ਹੈਗੇ ਕੁੱਟਮਾਰ ਦੇ। ਜਿੱਥੋਂ ਤੱਕ ਹੋ ਸਕਿਆ ਜ਼ੋਰ ਲਗਾਇਆ ਗਿਆ, ਕੁੱਟਿਆ ਗਿਆ ਬੜੀ ਬੇਰਹਿਮੀ ਦੇ ਨਾਲ। ਤੇ ਇਹਨਾਂ ਦੀ ਵੱਡੀ ਬੇਟੀ ਜਦੋਂ 8 ਮਹੀਨਿਆਂ ਦੀ ਸੀ ਤਾਂ ਉਸ ਤੋਂ ਬਾਅਦ ਉਹਨੂੰ ਜਿਹੜਾ ਹੈਗਾ ਲਗਾਤਾਰ ਹੁਣ ਤੱਕ ਉਹਦੀ ਕੁੱਟਮਾਰ ਕੀਤੀ ਗਈ ਹੈ ਤੇ ਇਹਨਾਂ ਦੇ ਵੱਲੋਂ ਇਨਸਾਫ ਦੀ ਜਿਹੜੀ ਆ ਉਹ ਮੰਗ ਕੀਤੀ ਜਾ ਰਹੀ ਹੈ। ਅਸੀਂ ਕੋਸ਼ਿਸ਼ ਕਰਦੇ ਹਾਂ ਬੱਚਿਆਂ ਨਾਲ ਵੀ ਗੱਲਬਾਤ ਕਰਨ ਦੀ। ਮੈਮ, ਬੱਚਿਆਂ ਨਾਲ ਗੱਲ ਇਸ ਵਕਤ ਦੋਨੋਂ ਬੱਚੇ ਸਾਡੇ ਨਾਲ ਮੌਜੂਦ ਆ, ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕੀ ਨਾਮ ਹੈ ਬੇਟਾ? ਮੇਰਾ ਨਾਮ ਅਰਸ਼ਦੀਪ ਕੌਰ ਹੈ। ਜਪਲਿੰਗ ਕੌਰ। ਜਦੋਂ ਤੁਸੀਂ 8 ਮਹੀਨੇ ਦੇ ਸੀਗੇ, ਮਦਰ ਨੇ ਦੱਸਿਆ ਕਿ ਤੁਹਾਡੇ ਨਾਲ ਕੁੱਟਮਾਰ ਹੁਣ ਤੱਕ ਕੀਤੀ ਜਾ ਰਹੀ ਹੈ। ਪਾਪਾ ਕੁੱਟਦੇ ਸੀਗੇ, ਕਦੀ ਪਿਆਰ ਨਹੀਂ ਕੀਤਾ? ਨਹੀਂ, ਕਦੀ ਨਹੀਂ, ਬਸ ਸ਼ੁਰੂ ਤੋਂ ਹੀ ਮੇਰੇ ਨਾਲ ਇੱਦਾਂ ਆਂਟੀ ਸੀਗੇ, ਕਰਦੇ ਸੀ ਕਿ ਮੰਮਾ ਜਿਵੇਂ ਕਹਿੰਦੇ ਨੇ ਇਹ ਤਾਂ ਝੂਠ ਬੋਲਦੇ ਨੇ। ਪਰ ਜਦ ਮੈਂ 9-10 ਸਾਲ ਦੀ ਸੀਗੀ ਉਦੋਂ ਤਾਂ ਮੈਨੂੰ ਪਤਾ ਸੀ ਨਾ ਵੀ ਕਿੱਦਾਂ ਹੋਇਆ ਸਾਰਾ ਕੁਝ, ਕਿੱਦਾਂ ਨਹੀਂ। ਮੈਨੂੰ ਜਿਸ ਤਰ੍ਹਾਂ ਮਾਰਦੇ ਸੀਗੇ, ਇਹਦੇ ਨਾਲ ਵੀ ਜਿਸ ਤਰ੍ਹਾਂ ਕਈ ਲੈ ਕੇ ਮਾਰਨ ਲੱਗੇ ਸੀਗੇ, ਮੰਮਾ ਨੂੰ ਮਾਰਦੇ ਸੀਗੇ। ਸਾਰਾ ਵੀ ਜੋ ਹੋਇਆ ਸਾਰੇ ਫਿਰ ਉਹ ਕਹਿੰਦੇ ਨੇ ਵੀ ਮਤਲਬ ਮੰਮਾ ਅਤੇ ਮੈਂ ਇੱਦਾਂ ਝੂਠ ਬੋਲਦੇ ਹਾਂ। ਪਰ ਇੱਦਾਂ ਤਾਂ ਨਹੀਂ ਹੈ ਵੀ ਮੈਂ ਮਤਲਬ ਉਸ ਟਾਈਮ ਤਾਂ ਇੰਨਾ ਸੀ ਨਾ ਵੀ ਹੋਸ਼ ਸੀਗੀ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਨਾਲ। ਫਾਦਰ ਸਾਹਿਬ ਨੇ ਗਲਤ ਹਰਕਤਾਂ ਕਰਨ ਦੀ ਵੀ ਕੋਸ਼ਿਸ਼ ਕੀਤੀ ਤੁਹਾਡੇ ਨਾਲ? ਹਾਂਜੀ। ਤੁਸੀਂ ਆਪਣੀ ਮਦਰ ਨੂੰ ਦੱਸੀ ਉਹ ਸਾਰੀ ਗੱਲਬਾਤ ਤੇ ਮੁੜ ਕੇ ਫਿਰ ਕਦੀ ਉੱਥੇ ਜਾਣ ਨੂੰ ਦਿਲ ਕੀਤਾ, ਕਦੀ ਪਿਤਾ ਕਹਿਣ ਨੂੰ ਦਿਲ ਕੀਤਾ? ਨਹੀਂ, ਮੈਂ ਮਤਲਬ ਸੱਚੀ ਦੱਸਾਂ ਬੁਲਾਉਂਦੀ ਵੀ ਨਹੀਂ ਹੁਣ। ਮੈਂ ਕਦੀ ਨਹੀਂ ਹੋਇਆ ਵੀ ਹਾਂ ਮੈਂ ਕਰਾਂ ਜਾਂ ਕੁਛ ਹੈ। ਤੁਸੀਂ ਚਾਹੁੰਦੇ ਹੋ ਕਿ ਉੱਥੇ ਵਾਪਸ ਜਾਈਏ ਆਪਾਂ? ਨਹੀਂ। ਤੁਹਾਡੇ ਸਾਹਮਣੇ ਮਦਰ ਨੂੰ ਕੁੱਟਦੇ ਨੇ? ਕਦੀ ਕੁੱਟਿਆ ਤੁਹਾਡੇ ਸਾਹਮਣੇ, ਅੱਖਾਂ ਦੇ ਸਾਹਮਣੇ? ਮੇਰੇ ਸਾਹਮਣੇ ਤਾਂ ਬਹੁਤ ਵਾਰੀ ਹੋਇਆ ਹੈ। ਇਹਦੇ ਨਾਲ ਵੀ ਹੋਇਆ ਵੀ 2020 'ਚ, ਉਦੋਂ ਇਹਦੇ ਸਾਹਮਣੇ ਵੀ ਹੋਇਆ। ਮੰਮਾ ਮੈਂ ਕਰਦੇ ਸੀ ਜੋ ਚੀਜ਼ ਚੱਲ ਮੇਰੇ ਸਾਹਮਣੇ ਹੋ ਗਈ ਉਹ ਇਹਦੇ ਨਾਲ ਨਾ ਹੋਵੇ, ਪਰ ਇਹਦੇ ਸਾਹਮਣੇ ਵੀ ਉਹਨਾਂ ਨੇ ਹੁਣ ਕੀਤਾ ਸੀਗਾ ਉਸ ਟਾਈਮ। ਪਤਾ ਤੁਹਾਡੇ ਸਾਹਮਣੇ ਕਦੀ ਮੰਮਾ ਨੂੰ ਕੁੱਟਿਆ? ਪਾਪਾ ਨੇ ਕੁੱਟਿਆ? ਡਰ ਲੱਗਦਾ ਪਾਪਾ ਦਾ? ਦਿਲ ਕਰਦਾ ਪਾਪਾ ਨੂੰ ਬੁਲਾਉਣ ਨੂੰ? ਨਹੀਂ। ਨਹੀਂ ਕਰਦਾ? ਦਿਲ ਕਰਦਾ ਕਿ ਉੱਧਰ ਜਾਈਏ, ਘਰ ਜਾਈਏ? ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਛੋਟੇ ਬੱਚਿਆਂ ਦੇ ਉੱਤੇ ਵੀ ਤਸ਼ੱਦਦ ਕੀਤਾ ਗਿਆ, ਕੁੱਟਮਾਰ ਕੀਤੀ ਗਈ। ਉਹ ਛੋਟੀ ਜਿਹੀ ਬੱਚੀ ਆ, ਉਹਦੇ ਸਾਹਮਣੇ ਵੀ ਉਹਦੀ ਜਿਹੜੀ ਹੈਗੀ ਆ ਮਾਂ ਨੂੰ ਕੁੱਟਿਆ ਗਿਆ, ਉਹਨੂੰ ਵੀ ਕੁੱਟਣ ਦੀ ਕੋਸ਼ਿਸ਼ ਕੀਤੀ ਗਈ। ਤੇ ਇਸ ਜਿਹੜੀ ਵੱਡੀ ਬੇਟੀ ਹੈ ਇਸ ਨੂੰ ਤਾਂ ਹੁਣ ਤੱਕ ਜਿਹੜਾ ਹੈ ਕੁੱਟਿਆ ਜਾ ਰਿਹਾ ਹੈ ਤੇ ਸਿਰਫ ਭੈਣ ਵੱਲੋਂ ਇਹੀ ਜਿਹੜੀ ਆ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ। ਸੋ ਇਹ ਇੱਕ ਧਿਰ ਦਾ ਪੱਖ ਸੀਗਾ। ਜੇਕਰ ਦੂਸਰੀ ਧਿਰ ਵੀ ਆਪਣਾ ਪੱਖ ਰੱਖਣਾ ਚਾਹੁੰਦੀ ਆ ਤਾਂ ਉਹ ਸਾਡੇ ਨਾਲ ਕੰਟੈਕਟ ਕਰ ਸਕਦੀ ਆ। ਦੇਖਦੇ ਰਹੋ ਸਫਰ ਟੀਵੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।